ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਭਨਾ ਮਰਣਾ ਆਇਆ ਵਿਛੋੜਾ ਸਭਨਹਾ, ਪੁੱਛੋ ਜਾਏ ਸਿਆਣਿਆ ਅੱਗੇ ਮਿਲਣ ਕਿਨਹਾ। ਜਿਨ ਮੇਰਾ ਸਾਹਿਬ ਵਿਸਰੈ ਵੱਡੜੀ ਬੇਦਨ ਤਿਨਹਾ। ਪੀ ਸਾਲਾਹੋ ਸਾਚਾ ਸੋਏ, ਜਾ ਕੀ ਨਦਰ ਸਦਾ ਸੁਖ ਹੋਏ। ਜਿਹਬਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ। ਤੇਰੋ ਅੰਤ ਨਾ ਕਿਨਹੀ ਲਹੀਐ, ਕੋਟ ਪਰਾਧ ਹਮਾਰੇ ਖੰਡੋ। ਅਨਕ ਵਿਧि ਸਮਝਾਵੋ, ਹਮ ਅਗਿਆਨ ਅਲਪ ਮਤ ਥੋਰੀ। ਤੁਮ ਆਪਨ ਬਿਰਦ ਰਖਾਵੋ, ਤੁਮਰੀ ਸ਼ਰਨ ਤੁਮਾਰੀ ਆਸਾ। ਤੁਮ ਹੀ ਸੱਜਣ ਸੁਹੇਲੇ, ਰੱਖੋ ਰਖਨਹਾਰ ਦਇਆਲਾ। ਨਾਨਕ ਘਰ ਕੇ ਗੋਲੇ, ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪੰਜਵਾ। ਬਿਰਖੈ ਹੇਠ ਸਭ ਜੰਤ ਇਕੱਠੇ, ਇਕ ਤੱਤੇ ਇਕ ਬੋਲਨ ਮਿੱਠੇ। ਅਸਤ ਅਦੋਤ ਭਇਆ ਉਠ ਚੱਲੇ, ਜਿਉਂ ਜਿਉਂ ਔਦ ਵਿਹਾਣੀਆਂ। ਪਾਪ ਕਰਿੰਦੜ ਸਰ ਪਰ ਮੁੱਠੇ, ਅਜ਼ਰਾਇਲ ਫੜੇ ਫੜ ਕੁੱਠੇ। ਦੋਜਕ ਪਾਏ ਸਿਰਜਣਹਾਰੈ, ਲਿਖਾ ਮੰਗੈ ਬਾਣੀਆਂ। ਸੰਗ ਨਾ ਕੋਈ ਭਈਆ ਬੇਬਾ, ਮਾਲ ਜੋਵਨ ਧਨ ਛੋੜ ਵੰਜੇਸਾ। ਕਰਣ ਕਰੀਮ ਨਾ ਜਾਤੋ ਕਰਤਾ, ਤਿਲ ਪੀੜੇ ਜਿਉ ਕਹਾਣੀਆਂ। ਖੁਸ਼ ਖੁਸ਼ ਲੈਂਦਾ ਵਸਤ ਪਰਾਈ, ਵੇਖੈ ਸੁਣੈ ਤੇਰੇ ਨਾਲ ਖੁਦਾਈ। ਦੁਨੀਆ ਲੱਭ ਪਿਆ ਖਾਤ ਅੰਦਰ, ਅਗਲੀ ਗੱਲ ਨਾ ਜਾਣੀਆ। ਜਮ ਜਮ ਮਰੈ ਮਰੈ ਫਿਰ ਜੰਮੈ,
ਬਹੁਤ ਸਜਾਏ ਪਿਆ ਦੇਸ਼ ਲੰਮੈ। ਜਿਨ ਕੀਤਾ ਤਿਸੇ ਨਾ ਜਾਣੀ ਅੰਧਾ, ਤਾਂ ਦੁਖ ਸਹਿ ਪ੍ਰਾਣੀਆ। ਖਾਲਕ ਥਾਵਹੁ ਭੁੱਲਾ ਮੁਠਾ, ਦੁਨੀਆ ਖੇਲ ਬੁਰਾ ਰੁਠ ਤੁਠਾ। ਸਿਦਕ ਸਬੂਰੀ ਸੰਤ ਨਾ ਮਿਲਿਓ, ਮਤੈ ਆਪਣ ਭਾਣੀਆ। ਮੌਲਾ ਖੇਲ ਕਰੇ ਸਭ ਆਪੇ, ਇਕ ਕੱਢੇ ਇਕ ਲਹਿਰ ਵਿਆਪੇ। ਜਿਉ ਨਚਾਏ ਤਿਉ ਤਿਉ ਨਚਨ, ਸਿਰ ਸਿਰ ਕਿਰਤ ਵਿਹਾਣੀਆ। ਮਿਹਰ ਕਰੇ ਤਾਂ ਖਸਮ ਧਿਆਈ, ਸੰਤਾ ਸੰਗਤ ਨਰਕ ਨਾ ਪਾਈ। ਅੰਮ੍ਰਿਤ ਨਾਮ ਦਾਨ ਨਾਨਕ ਕੋ, ਗੁਣ ਗੀਤਾ ਨਿਤ ਵਖਾਣੀਆ। ਅੰਮ੍ਰਿਤ ਨਾਮ ਦਾਨ ਨਾਨਕ ਕੋ, ਗੁਣ ਗੀਤਾ ਨਿਤ ਵਖਾਣੀਆ। ਪਰਮ ਸਨਮਾਨਯੋਗ ਜੁਗੋ ਜੁਗ ਅਟਲ, ਚਬਰ ਛਤਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ੋਭਾਇਮਾਨ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਆਪਾਂ ਸਾਡੇ ਵਿੱਚੋਂ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਮਾਤਾ ਹਰਬੰਸ ਕੌਰ ਜੀ, ਜੋ ਕਿ ਇਸ ਸੰਸਾਰ ਦੇ ਵਿੱਚੋਂ ਅਕਾਲ ਪੁਰਖ ਵਾਹਿਗੁਰੂ ਵੱਲੋਂ ਬਖਸ਼ਿਸ਼ ਕੀਤੇ ਹੋਏ ਸਵਾਸ ਉਹਨਾਂ ਨੂੰ ਭੋਗ ਕਰਕੇ ਕਈ ਦਿਨ ਪਹਿਲਾਂ ਚਲਾਣਾ ਕਰ ਗਏ ਸਨ। ਤਿਨਾਂ ਦੇ ਨਿਮਿਤ ਸੇਵਕ ਪਰਿਵਾਰ ਨੇ ਆਪਣੇ ਗ੍ਰਹਿ ਵਿਖੇ ਸਤਿਗੁਰਾਂ ਦੀ ਇਲਾਹੀ ਬਾਣੀ ਤਿਸ ਦੇ ਸਹਿਜ ਪਾਠ ਕਰਵਾ ਕਰਕੇ, ਜਿੱਥੇ ਮਾਤਾ ਜੀ ਦੀ ਰੂਹ ਦੀ ਕਲਿਆਣਤਾ ਵਾਸਤੇ ਅਰਦਾਸ ਬੇਨਤੀ ਕਰਾਈ ਹੈ, ਉੱਥੇ ਹੀ ਅੰਮ੍ਰਿਤ ਬਾਣੀ ਦੇ ਵਿੱਚੋਂ ਆਪਣੇ ਜੀਵਨ ਦੇ ਲਈ ਵੀ ਕੁਝ ਸਿੱਖਣ ਦਾ ਯਤਨ ਕੀਤਾ ਹੈ। ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਅੰਤਮ ਅਰਦਾਸ ਵਾਸਤੇ ਆਪਾਂ ਸਾਰੇ ਹੀ ਗੁਰੂ ਘਰ ਵਿਖੇ ਇਕੱਤਰ ਹੋ ਕਰਕੇ ਬੈਠੇ ਹਾਂ, ਤੇ ਜੋ ਸਮਾਂ ਇਸ ਪਰਿਵਾਰ ਦੇ ਉੱਪਰ ਆਇਆ ਹੈ, ਇਹ तमाम ਦੁਨੀਆ ਦੇ ਉੱਪਰ ਹੀ ਆਣਾ ਹੈ। ਇਸ ਸਮੇਂ ਦੀ ਵਿਚਾਰ ਵਾਸਤੇ ਸਤਿਗੁਰੂ ਗੁਰੂ ਪਾਤਸ਼ਾਹ ਜੀ ਦਾ ਜੋ ਉਪਦੇਸ਼ ਹੈ, ਉਹਨੂੰ ਸੁਣ ਕਰਕੇ ਕਮਾ ਕਰਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰੀਏ। ਜੋ ਅੱਜ ਦੀ ਵਿਚਾਰ ਆਪ ਜੀ ਦੇ ਸਮਕਸ਼ ਮੈਂ ਬੇਨਤੀ ਕਰਨੀ ਹੈ, ਆਪ ਜੀ ਨੇ ਜੋ ਹੁਣੇ ਹੀ ਸ਼ਬਦ ਸ਼ਰਵਣ ਕੀਤਾ ਹੈ, ਇਹ ਪਾਵਨ ਪਵਿੱਤਰ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1019 ਅੰਗ ਦੇ ਉੱਪਰ ਮਾਰੂ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤਾ ਹੋਇਆ ਹੈ। ਆਓ ਸਾਧ ਸੰਗਤ ਮਨੋਬਿਰਤੀਆਂ ਨੂੰ ਇਕਾਗਰ ਕਰੋ, ਗੁਰਮਤਿ ਵਿਚਾਰਾਂ ਦੀ ਆਰੰਭਤਾ ਕਰ ਸਕੀਏ। ਅਸੀਸ ਬਖਸ਼ੋ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਦੁਨੀਆ ਦਾ ਜੋ ਸੱਚ ਹੈ ਉਹਨੂੰ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਸੰਸਾਰੀ ਉਦਾਹਰਨਾਂ ਲੈ ਕਰਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਇਸ ਸ਼ਬਦ ਦੀ ਜੋ ਆਰੰਭਤਾ ਹੈ ਉਸ ਦੇ ਵਿੱਚ ਜ਼ਿਕਰ ਕਰਦੇ ਨੇ। ਕਹਿੰਦੇ ਜਿਵੇਂ ਇੱਕ ਬ੍ਰਿਕਸ਼ ਹੈ, ਇੱਕ ਬ੍ਰਿਕਸ਼ ਦੇ ਉੱਪਰ ਜਦੋਂ ਸ਼ਾਮ ਦਾ ਵੇਲਾ ਹੁੰਦਾ ਹੈ, ਜਦੋਂ ਸੂਰਜ ਅਸਤ ਹੁੰਦਾ ਹੈ, ਉਸ ਵਕਤ ਜਿਹੜੇ ਆਕਾਸ਼ ਦੇ ਵਿੱਚ ਪੰਛੀ ਉੱਡਦੇ ਹੈ, ਉਹ ਪੰਛੀ ਅਲੱਗ-ਅਲੱਗ ਬ੍ਰਿਕਸ਼ਾਂ ਦੇ ਉੱਪਰ, ਦਰਖਤਾਂ ਦੇ ਉੱਪਰ ਆ ਕੇ ਬੈਠਦੇ ਹੈ। ਤੇ ਜਿਸ ਦਰਖਤ ਦੇ ਉੱਪਰ ਉਹ ਪੰਛੀ ਆ ਕੇ ਬੈਠਦੇ ਹੈ, ਯਾਦ ਰੱਖਿਓ ਉਸ ਦਰਖਤ ਦੇ ਉੱਪਰ ਇੱਕੋ ਤਰ੍ਹਾਂ ਦੇ ਪੰਛੀ ਨਹੀਂ ਹੈ। ਦਰਖਤ ਇੱਕ ਹੈ ਤੇ ਉਹਦੇ ਉੱਪਰ ਬੈਠਣ ਵਾਲੇ ਪੰਛੀ ਉਹ ਕਈ ਕਿਸਮਾਂ ਦੇ ਹੈ। ਉਹਨਾਂ ਦੇ ਵਿੱਚ ਕਾਂ ਵੀ ਹੋ ਸਕਦਾ ਹੈ, ਚਿੜੀ ਵੀ ਹੋ ਸਕਦੀ ਹੈ, ਤੋਤਾ ਵੀ ਹੋ ਸਕਦਾ, ਇਤਿਆਦਿ ਕਈ ਕਿਸਮਾਂ ਦੇ ਜਿਹੜੇ ਪੰਛੀ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਖਦੇ ਨੇ ਕਿ ਉਹ ਬਿਰਖਸ਼ ਦੇ ਉੱਪਰ ਆ ਕੇ ਬੈਠੇ ਤੇ ਜਦੋਂ ਅੰਮ੍ਰਿਤ ਵੇਲਾ ਹੋਇਆ, ਪ੍ਰਭਾਤ ਵੇਲਾ ਹੋਇਆ, ਉਸ ਵਕਤ ਜਿਹੜੇ ਪੰਛੀ ਦਰਖਤ ਦੇ ਉੱਪਰ ਆ ਕੇ ਬੈਠੇ ਸੀ ਉਹਨਾਂ ਨੇ ਉਡਾਰੀ ਮਾਰ ਦਿੱਤੀ ਤੇ ਉਸ ਬਿਰਖਸ਼ ਨੂੰ ਛੱਡ ਕੇ ਚਲੇ ਗਏ। ਪਾਤਸ਼ਾਹ ਜੀ ਆਖਦੇ ਨੇ ਬਿਰਖੈ ਹੇਠ ਸਭ ਜੰਤ ਇਕੱਠੇ। ਕਹਿੰਦੇ ਜਿਵੇਂ ਬਿਰਖਸ਼ ਦੇ ਉੱਪਰ ਕਈ ਤਰ੍ਹਾਂ ਦੇ ਜਿਹੜੇ ਜੰਤ ਹੈ, ਪੰਛੀ ਹੈ, ਉਹ ਆ ਕੇ ਬੈਠਦੇ ਹੈ, ਇਸੇ ਤਰ੍ਹਾਂ ਜਿਹੜਾ ਆ ਸੰਸਾਰ ਇੱਕ ਬਿਰਖਸ਼ ਦੀ ਨਿਆਈ ਹੈ। ਪੂਰਾ ਸੰਸਾਰ ਇੱਕ ਬਿਰਖਸ਼ ਦੀ ਨਿਆਈ ਹੈ। ਇਸ ਬਿਰਖਸ਼ ਦੇ ਉੱਪਰ ਆਪਾਂ ਕਈ ਤਰ੍ਹਾਂ ਦੇ ਜੀਵ ਆ ਕੇ ਵਸੇਬਾ ਕਰਕੇ ਬੈਠੇ ਹੋਏ ਹਾਂ। ਤੇ ਪਾਤਸ਼ਾਹ ਜੀ ਆਖਦੇ ਨੇ, ਕਹਿੰਦੇ ਜਿਹੜਾ ਉਹ ਪੰਛੀ ਇੰਨਾ ਕੁ ਸਿਆਣਾ ਹੈ, ਅਸਤ ਅਦੋਤ ਭਇਆ ਉੱਠ ਚੱਲੇ। ਜਦੋਂ ਕਹਿੰਦੇ ਸੂਰਜ ਉਦੇ ਹੋਇਆ, ਜਦੋਂ ਅਸਤ ਹੋਇਆ ਸੀ ਆ ਕੇ ਬੈਠ ਕੇ, ਜਦੋਂ ਉਦੇ ਹੋਇਆ ਉੱਠ ਚੱਲੇ। ਕਹਿੰਦੇ ਉਸੇ ਵਕਤ ਉਹਨਾਂ ਪੰਛੀਆਂ ਨੇ ਉਡਾਰੀ ਮਾਰ ਦਿੱਤੀ ਤੇ ਉਹ ਉਸ ਬਿਰਖਸ਼ ਨੂੰ ਛੱਡ ਕੇ ਚਲੇ ਗਏ। ਤੇ ਨਾਲ ਹੀ ਸਤਿਗੁਰੂ ਜੀ ਜ਼ਿਕਰ ਕਰਦੇ ਨੇ ਬਿਰਖੈ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਕਹਿੰਦੇ ਉਹਨਾਂ ਪੰਛੀਆਂ ਦੇ ਵਿੱਚੋਂ ਕਈ ਪੰਛੀ ਇਹੋ ਜਿਹੇ ਜਿਨ੍ਹਾਂ ਦੀ ਆਵਾਜ਼ ਬੜੀ ਸੋਹਣੀ ਹੈ ਤੇ ਕਈ ਉਹਦੇ ਵਿੱਚ ਇਹੋ ਜਿਹੇ ਪੰਛੀ ਵੀ ਹੈ ਜਿਨ੍ਹਾਂ ਦੀ ਆਵਾਜ਼ ਬੜੀ ਖਰਵੀ ਹੈ, ਬੜੀ ਕੌੜੀ ਹੈ। ਤੁਸੀਂ ਦੇਖੋ ਸਾਧ ਸੰਗਤ, ਜੇ ਸਾਡੇ ਕਿਤੇ ਨਜ਼ਦੀਕ ਕੋਇਲ ਬੋਲਦੀ ਹੋਵੇ ਨਾ ਤੇ ਬੰਦਾ ਬੜੀ ਧਿਆਨ ਦੇ ਨਾਲ ਆਪਣੇ ਚਿੱਤ ਨੂੰ ਇਕਾਗਰ ਕਰਕੇ ਉਸ ਦੀ ਆਵਾਜ਼ ਨੂੰ ਸੁਣਦਾ ਹੈ। ਤੇ ਜੇ ਕਿਤੇ ਕੋਇਲ ਦੀ ਜਗ੍ਹਾ ਕਾਂ ਬੋਲਦਾ ਹੋਵੇ, ਹੁਣ ਕਾਂ ਜੇ ਇੱਕ ਦੋ ਵਾਰੀ ਬੋਲੇ ਤੇ ਬੰਦਾ ਬਰਦਾਸ਼ਤ ਕਰ ਲੈਂਦਾ, ਜੇ ਕਾਂ ਬਹੁਤਾ ਟਾਈਮ ਬੋਲਦਾ ਰਹੇ ਤੇ ਫਿਰ ਬੰਦਾ ਆਖ ਦਿੰਦਾ ਕਿ ਭਾਈ ਇਹਨੂੰ ਇੱਥੋਂ ਉਡਾਓ, ਕੋਈ ਪੱਥਰ ਮਾਰੋ, ਕੋਈ ਇਹਦੇ ਰੋੜਾ ਮਾਰੋ, ਇਹ ਉਡੇ। ਇਹਨੇ ਕਿੰਨਾ ਟਾਈਮ ਦੇ ਜਿਹੜੇ ਸਾਡੇ ਕੰਨ ਖਾਦੇ ਹੋਏ ਆ। ਹੁਣ ਹੈ ਤਾਂ ਪੰਛੀ ਹੈ, ਪਰ ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ ਇੱਕ ਤੱਤੇ ਇੱਕ ਬੋਲਣ ਮਿੱਠੇ। ਕਹਿੰਦੇ ਇਸੇ ਤਰ੍ਹਾਂ ਜਿਹੜਾ ਆ ਸੰਸਾਰ ਹੈ ਇੱਕ ਬਿਰਖਸ਼ ਦੀ ਨਿਆਈ ਹੈ। ਆਪਾਂ ਸਾਰੇ ਉਹਨਾਂ ਪੰਛੀਆਂ ਦੀ ਤਰ੍ਹਾਂ ਇਸ ਸੰਸਾਰ ਰੂਪੀ ਬਿਰਖਸ਼ ਦੇ ਵਿੱਚ ਆਪਣਾ ਵਸੇਬਾ ਕਰਕੇ ਬੈਠੇ ਹੋਏ ਹਾਂ। ਤੇ ਜਿਵੇਂ ਉਹ ਪੰਛੀ ਕਈ ਮਿੱਠ ਬੋਲੜੇ ਨੇ ਤੇ ਕਈ ਸਾਧ ਸੰਗਤ ਕੌੜਾ ਬੋਲਦੇ ਆ, ਤੇ ਮਹਾਰਾਜ ਜੀ ਨੇ ਸਾਡੇ ਸੁਭਾਅ ਦੀ ਗੱਲ ਕੀਤੀ ਹੈ। ਇਸੇ ਤਰ੍ਹਾਂ ਇਨਸਾਨ ਹੈ, ਕਈ ਇਨਸਾਨ ਜਿਹੜੇ ਬੜੇ ਮਿੱਠੇ ਬੋਲਦੇ ਨੇ, ਕਈਆਂ ਦੀ ਜਿਹੜੀ ਬੋਲੀ ਹੈ ਉਹ ਬੜੀ ਕੌੜੀ ਹੈ। ਤੇ ਬੰਦਾ ਕਈ ਵਾਰੀ ਆਖ ਦਿੰਦਾ ਕਿ ਇਹਦੇ ਕੋਲ ਖੜਨ ਦਾ, ਇਹਦੇ ਕੋਲ ਬੈਠਣ ਦਾ ਕੋਈ ਫਾਇਦਾ ਨਹੀਂ ਹੈ, ਇਹਦੀ ਜਿਹੜੀ ਬੋਲੀ ਹੈ ਉਹ ਬੜੀ ਮਾੜੀ ਹੈ।
ਤੇ ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ ਭਾਵੇਂ ਕੋਈ ਕੌੜਾ ਬੋਲਦਾ ਆ, ਭਾਵੇਂ ਕੋਈ ਮਿੱਠਾ ਬੋਲਦਾ ਆ, ਪਰ ਯਾਦ ਰੱਖਿਓ ਅਸਤ ਅਦੋਤ ਭਇਆ ਉਠ ਚੱਲੇ, ਜਿਉਂ ਜਿਉਂ ਔਦ ਬਿਹਾਣੀਆਂ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਖਦੇ ਨੇ, ਕਹਿੰਦੇ ਜਿਵੇਂ ਅੰਮ੍ਰਿਤ ਵੇਲਾ ਹੋਇਆ, ਸੂਰਜ ਜਦੋਂ ਉਦੇ ਹੋਇਆ, ਜਦੋਂ ਸੂਰਜ ਚੜ੍ਹਨ ਲੱਗਿਆ, ਉਸੇ ਵਕਤ ਪੰਛੀਆਂ ਨੇ ਉਸ ਬ੍ਰਿਕਸ਼ ਦੇ ਉੱਪਰੋਂ ਉਡਾਰੀ ਮਾਰ ਦਿੱਤੀ। ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ, ਐ ਬੰਦਿਆ, ਭਾਵੇਂ ਤੂੰ ਕੌੜਾ ਬੋਲਦਾ, ਭਾਵੇਂ ਮਿੱਠਾ ਬੋਲਦਾ ਹੈ, ਜਦੋਂ ਤੇਰੀ ਔਦ, ਜਦੋਂ ਤੇਰੀ ਉਮਰ ਦਾ ਜਿਹੜਾ ਸਮਾਂ ਹੈ, ਵਕਤ ਹੈ, ਉਹ ਪੂਰਾ ਹੋ ਜਾਵੇਗਾ, ਤੈਨੂੰ ਵੀ ਇਸ ਸੰਸਾਰ ਰੂਪੀ ਬ੍ਰਿਕਸ਼ ਨੂੰ ਛੱਡਣੇ ਪੈਣਾ ਹੈ, ਤੈਨੂੰ ਵੀ ਇਸ ਸੰਸਾਰ ਰੂਪੀ ਬ੍ਰਿਕਸ਼ ਦੇ ਉੱਪਰੋਂ ਉੱਡਣੇ ਪੈਣਾ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਇਸ ਗੱਲ ਦਾ ਜ਼ਿਕਰ ਕੀਤਾ, ਮਾਰੂ ਰਾਗ ਦੇ ਅੰਦਰ ਪਾਤਸ਼ਾਹ ਜੀ ਦਾ ਇੱਕ ਪਾਵਨ ਬਚਨ ਹੈ। ਸਾਧ ਸੰਗਤ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਰੀਰ ਤੇ ਆਤਮਾ ਦੀ ਆਪਸ ਵਿੱਚ ਇੱਕ ਗੱਲ ਨੂੰ ਲਿਖਿਆ ਹੈ। ਆਤਮਾ ਤੇ ਸਰੀਰ ਆਪਸ ਵਿੱਚ ਗੱਲ ਕਰਦੇ ਨੇ, ਉਹ ਕਿਹੜੀ ਗੱਲ ਹੈ? ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਖਦੇ ਨੇ, ਕਹਿੰਦੇ ਫਿਰ ਕਹਿਆ ਹੋ ਹੁਕਮੀ ਬੰਦਾ, ਉਹ ਭਾਰੋ ਠਾਕੁਰ ਜਿਸ ਕਾਣ ਨਾ ਛੰਦਾ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜਦੋਂ ਆਤਮਾ ਤੇ ਸਰੀਰ ਦੀ ਗੱਲ ਨੂੰ ਲਿਖਿਆ ਹੈ ਨਾ, ਬਹੁਤ ਹੀ ਕਮਾਲ ਪਾਤਸ਼ਾਹ ਸਾਡੇ ਸਾਹਮਣੇ, ਸਾਡੇ ਸਮਕਸ਼ ਇਹ ਉਦਾਹਰਨ ਰੱਖਦੇ ਨੇ। ਕਹਿੰਦੇ ਕੀ ਹੋਇਆ, ਜਿਹੜਾ ਆ ਸਰੀਰ ਸੀ ਨਾ, ਸਰੀਰ ਨੇ ਆਤਮਾ ਨੂੰ ਇੱਕ ਗੱਲ ਆਖੀ ਹੈ। ਉਹ ਕਿਹੜੀ ਗੱਲ ਹੈ? ਧੰਨ ਕਹੈ ਤੂੰ ਵਸ ਮੈਂ ਨਾਲੇ। ਬਹੁਤ ਧਿਆਨ ਦੇ ਨਾਲ ਸੁਣਿਓ ਸਾਧ ਸੰਗਤ ਜੀ, ਜਿਹੜਾ ਇੱਥੇ ਧੰਨ ਸ਼ਬਦ ਵਰਤਿਆ ਗਿਆ ਉਹ ਹੈ ਸਾਧ ਸੰਗਤ ਜੀ ਸਰੀਰ ਵਾਸਤੇ। ਧੰਨ ਕਹੈ ਤੂੰ ਵਸ ਮੈਂ ਨਾਲੇ, ਪ੍ਰੇ ਸੁਖ ਵਾਸੀ ਬਾਲ ਗੋਪਾਲੇ। ਤੇ ਜਿਹੜਾ ਪਿਰ ਸ਼ਬਦ ਹੈ ਉਹ ਵਰਤਿਆ ਗਿਆ ਹੈ ਆਤਮਾ ਵਾਸਤੇ। ਕਹਿੰਦੇ ਸਰੀਰ ਆਤਮਾ ਨੂੰ ਇੱਕ ਗੱਲ ਆਖਦਾ ਹੈ, ਸਰੀਰ ਆਤਮਾ ਦੇ ਨਾਲ ਗੱਲ ਕਰਦਾ ਹੈ। ਸਰੀਰ ਆਖਦਾ ਐ ਆਤਮਾ, ਤੂੰ ਇੱਕ ਕੰਮ ਕਰੀ, ਤੂੰ ਸਦੀਵ ਹੀ ਮੇਰੇ ਵਿੱਚ ਵਸਦਾ ਰਹੀਂ, ਸਦੀਵ ਹੀ ਤੂੰ ਮੇਰੇ ਵਿੱਚ ਰਹੀਂ। ਧੰਨ ਕਹੈ ਤੂੰ ਵਸ ਮੈਂ ਨਾਲੇ, ਪ੍ਰੇ ਸੁਖ ਵਾਸੀ ਬਾਲ ਗੋਪਾਲੇ। ਜਿੰਨਾ ਟਾਈਮ ਤੂੰ ਮੇਰੇ ਅੰਦਰ ਵਸਦਾ ਰਹੇਗਾ, ਉਨਾ ਟਾਈਮ ਮੈਂ ਸੁਖੀ ਰਹਾਂਗਾ ਤੇ ਮੇਰੀ ਸੰਸਾਰ ਦੇ ਵਿੱਚ ਕਦਰ ਰਹੇਗੀ। ਸੰਸਾਰ ਮੇਰੀ ਦੇਖਭਾਲ ਕਰੇਗਾ। ਤੇ ਜਿਸ ਦਿਨ ਤੂੰ ਮੈਨੂੰ ਛੱਡ ਕੇ ਚਲੇ ਗਿਆ, ਯਾਦ ਰੱਖੀ ਇਸ ਸਰੀਰ ਨੂੰ ਫਿਰ ਸੰਸਾਰ ਨੇ ਅੱਗ ਦੇ ਹਵਾਲੇ ਕਰ ਦੇਣਾ ਹੈ। ਤੇ ਪਾਤਸ਼ਾਹ ਜੀ ਆਖਦੇ ਨੇ, ਧੰਨ ਕਹੈ ਤੂੰ ਵਸ ਮੈਂ ਨਾਲੇ, ਪ੍ਰੇ ਸੁਖ ਵਾਸੀ ਬਾਲ ਗੋਪਾਲੇ। ਤੁਝੇ ਬਿਨਾ ਹੋ ਕਿਤੇ ਹੀ ਨਾ ਲਿਖੈ, ਬਚਨ ਦੇਹ ਛੋੜ ਨਾ ਜਾਸਾ ਹੈ। ਐ ਆਤਮਾ ਤੂੰ ਮੈਨੂੰ ਇੱਕ ਬਚਨ ਦੇ, ਤੂੰ ਮੇਰੇ ਨਾਲ ਇੱਕ ਵਾਅਦਾ ਕਰ, ਤੂੰ ਮੈਨੂੰ ਕਦੇ ਛੱਡ ਕੇ ਨਹੀਂ ਜਾਊਂਗਾ। ਇਹ ਸਰੀਰ ਆਤਮਾ ਨੂੰ ਕਹਿ ਰਿਹਾ ਹੈ। ਪਰ ਪਾਤਸ਼ਾਹ ਜੀ ਅੱਗੇ ਆਖਦੇ ਨੇ, ਕਹਿੰਦੇ ਅੱਗੇ ਤੋਂ ਆਤਮਾ ਨੇ ਇੱਕ ਜਵਾਬ ਦਿੱਤਾ ਸਰੀਰ ਨੂੰ। ਆਤਮਾ ਕੀ ਆਖਦੀ ਹੈ? ਕਹਿੰਦੇ ਫਿਰ ਕਹਿਆ ਹੋ ਹੁਕਮੀ ਬੰਦਾ। ਕਹਿੰਦੇ ਆਤਮਾ ਫਿਰ ਸਰੀਰ ਨੂੰ ਜਵਾਬ ਦੇਣ ਲੱਗਿਆ, ਐ ਸਰੀਰ, ਭਾਵੇਂ ਕਿ ਮੈਂ ਤੇਰੇ ਵਿੱਚ ਵਸ ਰਿਹਾ, ਪਰ ਯਾਦ ਰੱਖੀ ਮੇਰੇ ਉੱਪਰ ਤੇਰਾ ਹੁਕਮ ਨਹੀਂ ਹੈ, ਮੇਰੇ ਉੱਪਰ ਹੁਕਮ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੈ। ਫਿਰ ਕਹਿਆ ਹੋ ਹੁਕਮੀ ਬੰਦਾ, ਤੇ ਜਿਹਦਾ ਹੁਕਮ ਹੈ ਉਹ ਭਾਰੋ ਠਾਕੁਰ ਜਿਸ ਕਾਣ ਨਾ ਛੰਦਾ। ਤੇ ਉਹ ਇਹੋ ਜਿਹਾ ਸਮਰੱਥ ਪੁਰਖ ਹੈ, ਸਮਰੱਥ ਠਾਕੁਰ ਹੈ, ਜਿਹਦੇ ਅੱਗੇ ਕਿਸੇ ਦਾ ਹੁਕਮ ਨਹੀਂ ਚੱਲ ਸਕਦਾ। ਫਿਰ ਕਹਿਆ ਹੋ ਹੁਕਮੀ ਬੰਦਾ, ਉਹ ਭਾਰੋ ਠਾਕੁਰ ਜਿਸ ਕਾਣ ਨਾ ਛੰਦਾ। ਤੇ ਯਾਦ ਰੱਖੀ ਜਿਚਰ ਰੱਖੈ ਤਿਚਰ ਤੁਮ ਸੰਗ ਰਹਿਣਾ। ਜਿੰਨਾ ਟਾਈਮ ਪਰਮਾਤਮਾ ਮੈਨੂੰ ਤੇਰੇ ਸਰੀਰ ਦੇ ਅੰਦਰ ਰੱਖੇਗਾ, ਉਨਾ ਟਾਈਮ ਮੈਂ ਰਹਾਂਗਾ। ਜਿਚਰ ਰੱਖੈ ਤਿਚਰ ਤੁਮ ਸੰਗ ਰਹਿਣਾ। ਜਾ ਸੱਦੇ ਤਾਂ ਊਠ ਸਦਾਸਾ ਹੈ। ਜਿਸ ਵਕਤ ਮੈਨੂੰ ਅਕਾਲ ਪੁਰਖ ਦਾ ਹੁਕਮ ਆ ਗਿਆ, ਉਸੇ ਵਕਤ ਮੈਂ ਤੇਰੇ ਇਸ ਸਰੀਰ ਨੂੰ ਛੱਡ ਕੇ ਚਲੇ ਜਾਣਾ ਹੈ।
ਤੇ ਆਤਮਾ ਆਖਦੀ ਹੈ ਕਿ ਮੈਨੂੰ ਤੇਰੇ ਸਰੀਰ ਦਾ ਕੋਈ ਮਤਲਬ ਨਹੀਂ। ਤੇਰਾ ਸਰੀਰ ਭਾਵੇਂ ਬਚਪਨ ਦੇ ਵਿੱਚ ਹੋਵੇ, ਤੇਰਾ ਸਰੀਰ ਭਾਵੇਂ ਜਵਾਨੀ ਦੇ ਵਿੱਚ ਹੋਵੇ, ਤੇਰਾ ਸਰੀਰ ਭਾਵੇਂ ਬੁਢੇਪੇ ਦੇ ਵਿੱਚ ਹੋਵੇ, ਜਦੋਂ ਮੈਨੂੰ ਭਾਰੋ ਠਾਕੁਰ ਅਕਾਲ ਪੁਰਖ ਦਾ ਹੁਕਮ ਆ ਗਿਆ, ਉਸੇ ਵਕਤ ਮੈਂ ਤੇਰੇ ਸਰੀਰ ਨੂੰ ਛੱਡ ਕੇ ਚਲੇ ਜਾਣਾ ਹੈ। ਫਿਰ ਕਹਿਆ ਹਉ ਹੁਕਮੀ ਬੰਦਾ ਉਹ ਭਾਰੋ ਠਾਕੁਰ ਜਿਸ ਕਾਣ ਨਾ ਛੰਦਾ, ਜਿਚਰ ਰਾਖੈ ਤਿਚਰ ਤੁਮ ਸੰਗ ਰਹਿਣਾ, ਜਾਂ ਸੱਦੇ ਤਾਂ ਊਠ ਸਦਾਸਾ ਹੈ, ਜੋ ਪ੍ਰੇ ਬਚਨ ਕਹੇ ਤਨ ਸਾਚੇ। ਤੇ ਕਹਿੰਦੇ ਹੁਣ ਉਸ ਪਿਰ ਨੇ, ਉਸ ਆਤਮਾ ਨੇ ਸਰੀਰ ਨੂੰ ਬਚਨ ਕਹੇ, ਜੋ ਪ੍ਰੇ ਬਚਨ ਕਹੇ ਤਨ ਸਾਚੇ, ਤਨ ਕਛੂ ਨਾ ਸਮਝੈ ਚੰਚਲ ਕਾਚੇ। ਪਰ ਕਹਿੰਦੇ ਸਰੀਰ ਨੇ ਆਤਮਾ ਦੇ ਆਵਾਜ਼ ਨੂੰ ਸੁਣਿਆ ਨਹੀਂ ਹੈ ਤੇ ਸਰੀਰ ਆਪਣੀ ਚੰਚਲਤਾਈ ਦੇ ਵਿੱਚ ਰਹਿ ਗਈ ਹੈ। ਤੇ ਸਾਧ ਸੰਗਤ ਪਰ ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਦੇ ਨੇ, ਕਹਿੰਦੇ ਯਾਦ ਰੱਖ, ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਆ ਗਿਆ, ਤੈਨੂੰ ਇਸ ਸੰਸਾਰ ਰੂਪੀ ਬ੍ਰਿਕਸ਼ ਦੇ ਉੱਪਰੋਂ ਉੱਡਣੇ ਪੈਣਾ ਹੈ, ਤੈਨੂੰ ਇਸ ਸੰਸਾਰ ਰੂਪੀ ਬ੍ਰਿਕਸ਼ ਨੂੰ ਛੱਡਣੇ ਪੈਣਾ ਹੈ। ਤੇ ਸਾਧ ਸੰਗਤ ਜਦੋਂ ਛੱਡਣ ਵਾਲਿਆਂ ਦੀ ਗੱਲ ਕੀਤੀ ਨਾ, ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਆਖਦੇ ਨੇ, ਕਹਿੰਦੇ ਤੂੰ ਕਿਸ ਗੱਲ ਦੀ ਚਿੰਤਾ ਕਰਦਾ ਹੈ, ਤੂੰ ਕਿਸ ਗੱਲ ਦੇ ਅਫਸੋਸ ਕਰਦਾ ਹੈ? ਇਸ ਗੱਲ ਦੀ ਅਫਸੋਸ ਕਰਦਾ ਹੈ ਕਿ ਮੇਰੇ ਕੋਲ ਧਨ ਘੱਟ ਹੈ, ਮੇਰੇ ਕੋਲ ਜੀਵਨ ਵਾਸਤੇ ਮਾਇਆ ਪੂੰਜੀ ਘੱਟ ਹੈ। ਜੇ ਮੇਰੇ ਕੋਲ ਮਾਇਆ ਹੁੰਦੀ, ਜੇ ਮੇਰੇ ਕੋਲ ਧਨ ਹੁੰਦਾ ਤੇ ਮੈਂ ਆਪਣਾ ਇਲਾਜ ਵਧੀਆ ਤਰੀਕੇ ਦੇ ਨਾਲ ਕਰਾ ਸਕਦਾ ਸੀ। ਜੇ ਮੇਰੇ ਕੋਲ ਧਨ ਹੁੰਦਾ, ਮੈਂ ਬਹੁਤ ਵਧੀਆ ਤਰੀਕੇ ਦੇ ਨਾਲ ਰਹਿ ਸਕਦਾ ਸੀ, ਮੈਂ ਲੰਮਾ ਸਮਾਂ ਇਸ ਧਰਤੀ ਦੇ ਉੱਪਰ ਜੀ ਸਕਦਾ ਸੀ। ਪਰ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਆਖਦੇ ਨੇ, ਕਹਿੰਦੇ ਝਾਤ ਮਾਰ ਰਾਮ ਚੰਦਰ ਜੀ ਰਾਜਾ ਹੋਇਆ ਹੈ। ਤੇ ਸਾਧ ਸੰਗਤ ਰਾਵਣ ਕਿੱਡਾ ਵੱਡਾ ਵਿਦਵਾਨ ਹੋਇਆ। ਰਾਵਣ ਦੀ ਜਿਹੜੀ ਲੰਕਾ ਸੀ ਉਹ ਸੋਨੇ ਦੀ ਸੀ। ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਖਣ ਲੱਗੇ, ਕਹਿੰਦੇ ਚਿੰਤਾ ਨਾ ਕਰ, ਅਫਸੋਸ ਨਾ ਕਰ, ਕਹਿੰਦੇ ਇੱਥੇ ਤਾਂ ਰਾਮ ਗਇਓ ਰਾਵਣ ਗਇਓ, ਜਾਕੋ ਬਹੁ ਪਰਿਵਾਰ। ਕਹਿੰਦੇ ਰਾਮਚੰਦਰ ਵੀ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਹੈ, ਰਾਵਣ ਨੇ ਵੀ ਇਸ ਦੁਨੀਆ ਨੂੰ ਛੱਡਿਆ ਹੈ। ਰਾਮ ਗਇਓ ਰਾਵਣ ਗਇਓ, ਜਾਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਕਹਿੰਦੇ ਇਸ ਸੰਸਾਰ ਦੇ ਵਿੱਚ ਕਿਸੇ ਨੇ ਸਥਿਰ ਨਹੀਂ ਰਹਿਣਾ ਹੈ। ਤੇ ਸਾਧ ਸੰਗਤ ਯਾਦ ਰੱਖਿਓ, ਸੰਸਾਰ ਨੂੰ ਇੱਕ ਸੁਪਨੇ ਦੀ ਨਿਆਈ ਆਖਿਆ ਹੈ। ਤੇ ਅੱਜ ਜਦੋਂ ਆਪਾਂ ਧਰਮ ਦੀ ਦੁਨੀਆ ਨੂੰ ਦੇਖਦੇ ਹਾਂ ਨਾ ਜੀ, ਧਰਮ ਦੀ ਦੁਨੀਆ ਦੀ ਗੱਲ ਕਰੀਏ, ਸਿਆਸਤਦਾਨਾਂ ਦੀ ਦੁਨੀਆ ਦੀ ਗੱਲ ਕਰੀਏ, ਵਿਗਿਆਨਕ ਦੁਨੀਆ ਦੀ ਗੱਲ ਕਰੀਏ, ਇਹ ਤਿੰਨੇ ਦੁਨੀਆ ਸਾਧ ਸੰਗਤ ਇੱਕ ਤਾਣ ਦੇ ਮਗਰ ਜ਼ੋਰ ਲਾ ਕੇ ਬੈਠੀ ਹੋਈ ਹੈ। ਉਹ ਕਿਹੜਾ ਜ਼ੋਰ ਹੈ? ਇਹ ਆਖਦੇ ਨੇ ਕਿ ਜਿਹੜੀ ਦੁਨੀਆ ਦੇ ਵਿੱਚ ਸਮਤਾ ਆ ਜਾਵੇ, ਬਰਾਬਰਤਾ ਆ ਜਾਵੇ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਆਖਦੇ ਨੇ, ਕਹਿੰਦੇ ਕਦੇ ਬਰਾਬਰਤਾ ਨਹੀਂ ਆ ਸਕਦੀ ਹੈ। ਦੇਖੋ ਅੱਜ ਜਿਹੜਾ ਸਿਆਸਤਦਾਨ ਹੈ, ਸਿਆਸਤ ਦੀ ਦੁਨੀਆ, ਉਹ ਆਖਦੀ ਹੈ ਕਿ ਮੈਂ ਸਾਰਿਆਂ ਵਾਸਤੇ ਬਰਾਬਰ ਕਰਨਾ ਚਾਹੁੰਦਾ, ਸਾਰੇ ਬਰਾਬਰ ਹੋ ਜਾਣ। ਬੜਾ ਜ਼ੋਰ ਲੱਗਿਆ ਹੋਇਆ ਹੈ। ਅੱਜ ਧਰਮ ਦੀ ਦੁਨੀਆ ਦਾ ਕਿੰਨਾ ਜ਼ੋਰ ਲੱਗਿਆ ਹੋਇਆ, ਸਾਰੇ ਬਰਾਬਰ ਹੋ ਜਾਣ। ਤੇ ਸਾਧ ਸੰਗਤ ਇਸੇ ਤਰ੍ਹਾਂ ਵਿਗਿਆਨਕ ਦਾ ਕਿੰਨਾ ਜ਼ੋਰ ਲੱਗਿਆ ਹੋਇਆ, ਸਾਰੇ ਬਰਾਬਰ ਹੋ ਜਾਣ। ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਖਦੇ ਨੇ, ਕਹਿੰਦੇ ਨਾ ਕਦੇ ਬਰਾਬਰਤਾ ਹੋਈ ਹੈ, ਨਾ ਕਦੇ ਹੋਣੀ ਹੈ। ਪਰ ਸਾਧ ਸੰਗਤ ਜੇ ਮੇਰਾ ਅਕਾਲ ਪੁਰਖ ਵਾਹਿਗੁਰੂ ਚਾਵੇ ਤਾਂ ਬਰਾਬਰਤਾ ਹੋ ਸਕਦੀ। ਦੁਨੀਆ ਦੀ ਕੋਈ ਤਾਕਤ ਬਰਾਬਰਤਾ ਨਹੀਂ ਕਰ ਸਕਦੀ। ਦੇਖੋ ਆਪਾਂ ਕੁਝ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚੋਂ ਲੈਨੇ ਆ, ਤੇ ਸਤਿਗੁਰੂ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਉਦਾਹਰਨ ਦਿੱਤੀ, ਬਹੁਤ ਸੋਹਣੀ ਹੈ। ਤੇ ਕਬੀਰ ਸਾਹਿਬ ਆਖਦੇ ਨੇ, ਕਹਿੰਦੇ ਕੀ ਹੋਇਆ, ਇੱਕ ਮਾਂ ਨੇ ਆਪਣੇ ਕੁੱਖ ਦੇ ਵਿੱਚੋਂ 2 ਬੱਚਿਆਂ ਨੂੰ ਜਨਮ ਦਿੱਤਾ। ਤੇ ਸਾਧ ਸੰਗਤ ਮਾਂ ਨੇ ਆਪਣੇ ਬੱਚਿਆਂ ਦੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਹੈ। ਕੋਈ ਮਾਂ ਆਪਣੇ ਬੱਚੇ ਦੇ ਨਾਲ ਵਿਤਕਰਾ ਨਹੀਂ ਕਰਦੀ ਹੈ। ਦੋਨਾਂ ਬੱਚਿਆਂ ਨੂੰ ਆਪਣਾ ਸ਼ੀਰ ਚੁੰਘਾਇਆ, ਉਹਨਾਂ ਦੀ ਦੇਖਭਾਲ ਵਧੀਆ ਤਰੀਕੇ ਦੇ ਨਾਲ ਕੀਤੀ, ਉਹਨਾਂ ਦੇ ਵਿੱਚ ਬਰਾਬਰਤਾ ਰੱਖੀ ਹੈ, ਕੱਪੜੇ ਵੀ ਬਰਾਬਰ ਲੈ ਕੇ ਦਿੱਤੇ। ਸਾਧ ਸੰਗਤ ਹਰ ਇੱਕ
ਸੁਖ ਬਰਾਬਰ ਲੈ ਕੇ ਦਿੱਤਾ, ਪੜ੍ਹਾਈ ਵੀ ਬਰਾਬਰ ਕਰਾਈ ਹੈ। ਪਰ ਸਾਧ ਸੰਗਤ ਜਦੋਂ ਉਹ ਬੱਚੇ ਬਚਪਨ ਤੋਂ ਜਵਾਨੀ ਦੇ ਵਿੱਚ ਆਏ ਤੇ ਜਿਹੜਾ ਪਿਓ ਸੀ ਉਹਨੇ ਵੀ ਬਰਾਬਰਤਾ ਰੱਖੀ ਹੈ। ਤੇ ਕਬੀਰ ਸਾਹਿਬ ਆਖਣ ਕਹਿੰਦੇ ਸਾਰਿਆਂ ਨੂੰ ਬਰਾਬਰ ਕਰਕੇ ਜਿੰਨੀ ਵੀ ਜ਼ਮੀਨ ਦਾ ਟੁਕੜਾ ਆਂਦਾ ਸੀ ਉਹ ਵੰਡ ਦਿੱਤਾ ਹੈ। ਤੁਸੀਂ ਦੇਖੋ ਅੱਜ ਵੀ ਇਸੇ ਤਰ੍ਹਾਂ ਹੋ ਰਹੀ ਹੈ। ਅੱਜ ਜਿਹੜੇ ਮਾਪੇ ਐ ਆਪਣੇ ਧੀਆਂ ਬੱਚਿਆਂ ਵਾਸਤੇ ਬਰਾਬਰਤਾ ਰੱਖਦੇ ਐ, ਪਰ ਕਬੀਰ ਸਾਹਿਬ ਆਖਣ ਲੱਗੇ ਕਹਿੰਦੇ ਮਾਂ ਨੇ ਬਰਾਬਰਤਾ ਰੱਖੀ ਐ, ਪਿਓ ਨੇ ਬਰਾਬਰਤਾ ਰੱਖੀ ਐ। ਜਦੋਂ ਉਹ ਸਭ ਕੁਝ ਬਰਾਬਰ ਲੈ ਕੇ ਦੁਨੀਆ ਦੇ ਵਿੱਚ ਵਿਚਰੇ ਐ ਤੇ ਉਸ ਵਕਤ ਸਾਧ ਸੰਗਤ ਆਪਣੇ ਕਰਮਾਂ ਦੇ ਨਾਲ, ਆਪਣੀ ਕਮਾਈ ਦੇ ਨਾਲ ਇੱਕ ਭਰਾ ਆਤ ਦਾ ਧਨਾੜ ਬਣ ਗਿਆ ਤੇ ਇੱਕ ਭਰਾ ਗਰੀਬ ਰਹਿ ਗਿਆ। ਤੇ ਸਤਿਗੁਰੂ ਪਾਤਸ਼ਾਹ ਜੀ ਆਖਣ ਕਹਿੰਦੇ ਮਾਂ ਪਿਓ ਨੇ ਤਾਂ ਬਰਾਬਰਤਾ ਰੱਖੀ ਸੀ। ਸਤਿਗੁਰੂ ਗੁਰੂ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ। ਮਹਾਰਾਜ ਆਖਦੇ ਨੇ ਨਿਰਤਨ ਸਰਤਨ ਦੋਨੋਂ ਭਾਈ, ਪ੍ਰਭ ਕੀ ਕਲਾ ਨਾ ਮਿਟੀ ਜਾਈ। ਕਹਿੰਦੇ ਪ੍ਰਮਾਤਮਾ ਦੀ ਕਲਾ ਨੂੰ ਕੋਈ ਮਿਟਾ ਨਹੀਂ ਸਕਦਾ ਹੈ। ਸਾਧ ਸੰਗਤ ਦੂਸਰਾ ਸ਼ਲੋਕ ਸਤਿਗੁਰੂ ਜੀ ਨੇ ਆਸਾ ਦੀ ਵਾਰ ਦੇ ਵਿੱਚ ਸਾਡੇ ਸਮਕਸ਼ ਰੱਖਿਆ ਹੈ। ਹੁਣ ਜਦੋਂ ਤੁਸੀਂ ਆਸਾ ਦੀ ਵਾਰ ਦਾ ਪਾਠ ਸੁਣੋ ਜਾਂ ਕਰੋ ਤੇ ਸਾਧ ਸੰਗਤ ਜਿਹੜੀ ਅਖੀਰ ਵਾਲੀ ਪੌੜੀ ਹੈ ਨਾ 24ਵੀਂ ਪੌੜੀ, ਉਹਦੇ ਨਾਲ 2 ਸ਼ਲੋਕ ਲੱਗੇ ਹੋਏ ਨੇ। ਤੇ ਪਹਿਲੇ ਸ਼ਲੋਕ ਦੇ ਅੰਦਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਸਾਡੇ ਸਮਕਸ਼ ਇਸ ਗੱਲ ਨੂੰ ਪੇਸ਼ ਕੀਤਾ ਹੈ। ਮਹਾਰਾਜ ਆਖਦੇ ਨੇ ਕਹਿੰਦੇ ਕੀ ਹੋਇਆ, ਇੱਕ ਘੁਮਿਆਰ ਵੀਰ ਤੇ ਉਹਨੇ ਸਾਧ ਸੰਗਤ ਜੀ ਕਿਸੇ ਮਸਾਣਾ ਦੇ ਵਿੱਚੋਂ, ਕਿਸੇ ਸ਼ਮਸ਼ਾਨ ਦੇ ਵਿੱਚੋਂ ਸਾਧ ਸੰਗਤ ਵਧੀਆ ਪੱਕੀ ਚੀਕਣੀ ਮਿੱਟੀ ਲੱਭ ਕੇ ਉਹ ਲਿਆਂਦੀ ਹੈ। ਤੇ ਯਾਦ ਰੱਖਿਓ ਜਿੱਥੇ ਮੁਰਦਾ ਘਾਟ ਹੋਵੇ ਨਾ ਸਾਧ ਸੰਗਤ, ਤੇ ਉੱਥੇ ਜਿਹੜੀ ਮਿੱਟੀ ਹੈ ਉਹ ਬੜੀ ਚੀਕਣੀ ਹੁੰਦੀ ਹੈ। ਤੇ ਜੇ ਤੁਸੀਂ ਸਾਧ ਸੰਗਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨਾਂ ਨੂੰ ਪੜ੍ਹੋ, ਆਸਾ ਕੀ ਵਾਰ ਦੇ ਵਿੱਚ ਹੀ ਸ਼ਲੋਕ ਹੈ। ਤੇ ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਦੇ ਨੇ ਕਹਿੰਦੇ ਜਿਹੜਾ ਮੁਸਲਮਾਨ ਹੈ ਉਹ ਆਖਦਾ ਹੈ ਕਿ ਜਿਹੜਾ ਆਪਾਂ ਆਪਣੇ ਸਰੀਰ ਨੂੰ ਜਾਲਦੇ ਨਹੀਂ ਆ, ਤੇ ਇਸ ਕਰਕੇ ਨਹੀਂ ਜਾਲਦੇ ਕਿਉਂਕਿ ਜਿਹੜਾ ਅੰਤ ਸਮੇਂ ਜਦੋਂ ਇਸ ਸੰਸਾਰ ਦੇ ਉੱਪਰੋਂ ਪਰਲੋ ਆਵੇਗੀ ਉਸ ਵਕਤ ਫਰਿਸ਼ਤਾ ਆ ਕੇ ਸਾਨੂੰ ਇਹਨਾਂ ਸਮਾਧਾਂ ਦੇ ਵਿੱਚੋਂ ਸਾਨੂੰ ਕੱਢੇਗਾ। ਤੇ ਯਾਦ ਰੱਖਿਓ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਗੱਲ ਦਾ ਖੁਲਾਸਾ ਕੀਤਾ। ਕਹਿੰਦੇ ਤੁਸੀਂ ਆਖਦੇ ਸਰੀਰ ਨੂੰ ਜਾਲਦੇ ਨਹੀਂ ਆ, ਪਰ ਜਦੋਂ ਤੁਹਾਡੇ ਇਸ ਸਰੀਰ ਦੀ ਜਦੋਂ ਮਿੱਟੀ ਬਣਦੀ ਹੈ ਤੇ ਉਹ ਮਿੱਟੀ ਦੀਆਂ ਇੱਟਾਂ ਬਣਾਈਆਂ ਜਾਂਦੀਆਂ ਨੇ, ਤੇ ਜਦੋਂ ਇੱਟਾਂ ਭੱਠੇ ਦੇ ਵਿੱਚ ਪਾਈਆਂ ਜਾਂਦੀਆਂ ਇੱਟਾਂ ਦੀ ਮਿੱਟੀ ਵੀ ਚਰੜ ਚਰੜ ਕਰਦੀ ਹੈ। ਤੇ ਸਤਿਗੁਰੂ ਗੁਰੂ ਪਾਤਸ਼ਾਹ ਨੇ ਜ਼ਿਕਰ ਕੀਤਾ। ਮੇਰੀ ਕਹਿਣ ਤੋਂ ਮੁਰਾਦ ਹੈ ਜਿੱਥੇ ਸਾਧ ਸੰਗਤ ਮੁਰਦੇ ਨੂੰ ਦਫਨ ਕੀਤਾ ਜਾਵੇ ਨਾ ਜੀ, ਜਿਹੜੇ ਘੁਮਿਆਰ ਵੀਰ ਹੈ ਉਹਨਾਂ ਨੂੰ ਪਤਾ ਉਹ ਮਿੱਟੀ ਬਹੁਤ ਚੀਕਣੀ ਹੁੰਦੀ ਹੈ ਤੇ ਖਾਸ ਕਰਕੇ ਸਾਧ ਸੰਗਤ ਉਸ ਮਿੱਟੀ ਨੂੰ ਭਾਂਡੇ ਬਣਾਉਣ ਵਾਸਤੇ ਵਰਤਿਆ ਜਾਂਦਾ ਹੈ। ਪੁਰਾਣੇ ਸਮੇਂ ਦੇ ਵਿੱਚ ਮੁਰਦਾ ਘਾਟ ਦੇ ਵਿੱਚੋਂ, ਸ਼ਮਸ਼ਾਨ ਦੇ ਵਿੱਚੋਂ ਘੁਮਿਆਰ ਵੀਰਾਂ ਨੇ ਮਿੱਟੀ ਪੱਟ ਕੇ ਲੈ ਕੇ ਆਣੀ। ਹੁਣ ਦੇਖਿਓ ਬਰਾਬਰਤਾ ਕਿਵੇਂ ਹੈ। ਕਹਿੰਦੇ ਮਿੱਟੀ ਪੱਟ ਕੇ ਲੈ ਕੇ ਆਏ, ਇੱਕੋ ਜਗ੍ਹਾ ਦੇ ਵਿੱਚੋਂ ਮਿੱਟੀ ਪੁੱਟੀ ਹੈ ਤੇ ਪੁੱਟਣ ਵਾਲਾ ਵੀ ਇੱਕੋ ਹੀ ਹੈ। ਤੇ ਜਦੋਂ ਘਰ ਦੇ ਵਿੱਚ ਲੈ ਕੇ ਆਏ ਮਿੱਟੀ ਨੂੰ ਇੱਕੋ ਜਗ੍ਹਾ ਉਹਨਾਂ ਨੇ ਕੁੱਟਿਆ ਤੇ ਕੁੱਟ ਕੇ ਸਾਧ ਸੰਗਤ ਨੂੰ ਬਰੀਕ ਕਰ ਦਿੱਤਾ, ਬਰੀਕ ਕਰਕੇ ਛਾਣ ਦਿੱਤਾ ਤੇ ਛਾਣ ਕੇ ਸਾਧ ਸੰਗਤ ਉਸ ਮਿੱਟੀ ਨੂੰ ਪਾਣੀ ਦੇ ਵਿੱਚ ਭਿਉਂ ਦਿੱਤਾ। ਤੇ ਜਦੋਂ ਪਾਣੀ ਦੇ ਵਿੱਚ ਭਿਉਂ ਦਿੱਤਾ ਤੇ ਉਸ ਤੋਂ ਬਾਅਦ ਇੱਕੋ ਚੱਕ ਦੇ ਉੱਪਰ ਸਾਧ ਸੰਗਤ ਉਹਨੂੰ ਚਾੜ ਕੇ ਉਹਦੇ ਭਾਂਡੇ ਬਣਾ ਦਿੱਤੇ। ਤੇ ਭਾਂਡੇ ਬਣਾਉਣ ਤੋਂ ਬਾਅਦ ਇੱਕੋ ਆਵੇ ਦੇ ਵਿੱਚ ਰੱਖ ਕੇ ਉਹਨਾਂ ਭਾਂਡਿਆਂ ਨੂੰ ਪਕਾ ਦਿੱਤਾ। ਹੁਣ ਦੇਖੋ ਇੱਥੇ ਤੱਕ ਬਿਲਕੁਲ ਸਮਤਾ ਬਰਾਬਰਤਾ ਹੈ। ਇੱਕੋ ਜਗ੍ਹਾ ਦੀ ਮਿੱਟੀ ਹੈ, ਬਣਾਉਣ ਵਾਲਾ ਵੀ ਇੱਕੋ ਹੈ, ਇੱਕੋ ਜਗ੍ਹਾ ਕੁੱਟੀ ਗਈ, ਇੱਕੋ ਜਗ੍ਹਾ ਗੁੰਨੀ ਗਈ ਤੇ ਇੱਕੋ ਚੱਕ ਦੇ ਉੱਪਰ ਭਾਂਡੇ ਬਣੇ ਆ। ਪਰ ਜਦੋਂ ਉਹ ਭਾਂਡੇ ਪੱਕੇ ਆ ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਖਦੇ ਨੇ ਕਹਿੰਦੇ ਉਸੇ ਵਕਤ ਉਹਨਾਂ ਦੇ ਵਿੱਚ ਅੰਤਰ ਪੈ ਗਿਆ। ਉਹ ਕਿਹੜਾ ਅੰਤਰ ਸੀ? ਤੇ ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ ਕਹਿੰਦੇ ਜਦੋਂ ਉਹ ਵੀਰ ਭਾਂਡੇ ਆਵੇ ਦੇ ਵਿੱਚੋਂ ਪਕਾ ਕੇ ਜਦੋਂ ਬਾਜ਼ਾਰ ਦੇ ਵਿੱਚ ਵੇਚਣ ਗਿਆ, ਜਦੋਂ ਬਾਜ਼ਾਰ ਦੇ ਵਿੱਚ ਭਾਂਡਿਆਂ ਨੂੰ ਖਰੀਦਿਆ ਗਿਆ ਤੇ ਸਾਧ ਸੰਗਤ ਕਹਿੰਦੇ ਇੱਕ ਭਾਂਡੇ ਦੇ ਵਿੱਚ ਕੀਮਤੀ ਘਿਓ ਪਾ ਕੇ, ਇੱਕ ਭਾਂਡੇ ਦੇ ਵਿੱਚ ਕੀਮਤੀ ਚੀਜ਼ ਪਾ ਕੇ ਉਸ ਭਾਂਡੇ ਨੂੰ ਚੰਗੀ ਜਗ੍ਹਾ ਦੇ ਉੱਪਰ
ਉੱਪਰ ਟਿਕਾ ਕੇ ਰੱਖ ਦਿੱਤਾ ਤੇ ਇੱਕ ਭਾਂਡੇ ਦੇ ਵਿੱਚ ਦੁੱਧ ਪਾ ਕੇ ਸਾਰੀ ਉਮਰ ਸਾਰੀ ਦਿਨ ਰਾਤ ਚੁੱਲ੍ਹੇ ਦੇ ਉੱਪਰ ਸੜਨ ਵਾਸਤੇ ਰੱਖ ਦਿੱਤਾ। ਕਹਿੰਦੇ ਕਮਾਲ ਦੀ ਗੱਲ ਹੈ, ਮਿੱਟੀ ਇੱਕ ਹੈ, ਬਣਾਉਣ ਵਾਲਾ ਇੱਕ ਹੈ, ਬਰਾਬਰਤਾ ਆ ਰਹੀ ਹੈ। ਪਰ ਜਦੋਂ ਭਾਂਡੇ ਜਾ ਕੇ ਦੁਨੀਆ ਦੇ ਵਿੱਚ ਵਿਕੇ, ਪਿੰਡਾਂ ਵਿੱਚ ਵਿਕੇ, ਤੇ ਸਾਧ ਸੰਗਤ ਇੱਕ ਭਾਂਡੇ ਦੇ ਵਿੱਚ ਕੀਮਤੀ ਚੀਜ਼ ਹੈ ਤੇ ਇੱਕ ਭਾਂਡਾ ਦਿਨ ਰਾਤ ਚੁੱਲ੍ਹੇ ਦੇ ਉੱਪਰ ਸੜਦਾ ਪਿਆ, ਉਹ ਕਾਲਾ ਹਰ ਵਕਤ ਕਾਲਾ ਰਹਿੰਦਾ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ ਦੁਨੀਆ ਦੇ ਵਿੱਚ ਸਮਤਾ ਨਹੀਂ, ਬਰਾਬਰਤਾ ਨਹੀਂ ਹੋ ਸਕਦੀ ਹੈ। ਪਾਤਸ਼ਾਹ ਜੀ ਦਾ ਪਾਵਨ ਬਚਨ ਹੈ, ਜਦੋਂ ਆਪਾਂ ਇਹ ਸ਼ਲੋਕ ਪੜ੍ਹਦੇ ਆ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਖਦੇ ਨੇ ਇੱਕ ਨੀ ਦੁੱਧ ਸਮਾਈਐ, ਇੱਕ ਚੁੱਲ੍ਹੇ ਰਹਿਨ ਚੜੇ, ਇੱਕ ਨਿਹਾਲੀ ਪੈ ਸਬਨ, ਇੱਕ ਉੱਪਰ ਰਹਿਨ ਖੜੇ, ਤਿੰਨਾਂ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦੂਸਰੀ ਉਦਾਹਰਨ ਦਿੱਤੀ, ਕਹਿੰਦੇ ਦੇਖੋ ਆ ਸਰੀਰ ਸਾਡਾ ਸਾਰਿਆਂ ਦਾ ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ। ਸਾਡਾ ਸਰੀਰ ਪੰਜਾਂ ਤੱਤਾਂ ਦਾ ਹੈ, ਪਰ ਇੱਕ ਸਰੀਰ ਰਾਤ ਨੂੰ ਆਰਾਮ ਕਰਦਾ ਹੈ ਤੇ ਦੂਸਰਾ ਸਰੀਰ ਉਸ ਦਾ ਪਹਿਰਾ ਕਰਦਾ ਹੈ। ਕਹਿੰਦੇ ਹੈ ਤਾਂ ਪੰਜਾਂ ਤੱਤਾਂ ਦਾ ਹੈ, ਬਰਾਬਰਤਾ ਕਿੱਥੇ ਹੈ? ਤੇ ਸਾਧ ਸੰਗਤ ਉਸ ਤੋਂ ਅਗਲੀ ਉਦਾਹਰਨ ਕਬੀਰ ਸਾਹਿਬ ਜੀ ਨੇ ਫਿਰ ਹੋਰ ਦਿੱਤੀ ਹੈ। ਕਬੀਰ ਸਾਹਿਬ ਆਖਣ ਲੱਗੇ, ਕਹਿੰਦੇ ਇੱਕ ਚੀਜ਼ ਹੈ ਜਿਹੜੀ ਸਾਰੇ ਸੰਸਾਰ ਨੂੰ ਬਰਾਬਰਤਾ ਵਿੱਚ ਲੈ ਕੇ ਜਾਂਦੀ ਹੈ। ਉਹ ਕਿਹੜੀ ਚੀਜ਼ ਹੈ? ਉੱਥੇ ਸਾਡੇ ਸਾਰਿਆਂ ਦੀ ਬਰਾਬਰਤਾ ਹੋ ਜਾਂਦੀ ਹੈ। ਸਾਧ ਸੰਗਤ ਕਬੀਰ ਸਾਹਿਬ ਜੀ ਨੇ ਬਚਨ ਕੀਤਾ, ਕਹਿੰਦੇ ਐਸੋ ਇਹ ਸੰਸਾਰ ਪੇਖਨਾ, ਰਹਿਣ ਨਾ ਕੋ ਪਈ ਹੈ ਰੇ। ਕਹਿੰਦੇ ਜਦੋਂ ਮੈਂ ਸੰਸਾਰ ਨੂੰ ਦੇਖਿਆ ਸਾਧ ਸੰਗਤ, ਕਹਿੰਦੇ ਜਿਹੜੀ ਮੌਤ ਹੈ ਉਹ ਬਰਾਬਰਤਾ ਲੈ ਕੇ ਆਈ ਹੈ। ਸਾਰੇ ਸੰਸਾਰ ਨੂੰ ਦੇਖਿਆ, ਸਾਰੇ ਸੰਸਾਰ ਦੇ ਵਿੱਚੋਂ ਕੋਈ ਇਸ ਦੁਨੀਆ ਦੇ ਵਿੱਚ ਸਦੀਵ ਨਹੀਂ ਰਹਿਣ ਵਾਲਾ ਹੈ। ਆਪੋ ਆਪਣੀ ਵਾਰੀ ਸਾਰਿਆਂ ਨੇ ਦੁਨੀਆ ਦੇ ਵਿੱਚੋਂ ਜਾਣਾ ਹੈ। ਐਸੋ ਇਹ ਸੰਸਾਰ ਪੇਖਨਾ, ਰਹਿ ਨਾ ਕੋ ਪਈ ਹੈ ਰੇ। ਸੂਦੇ ਸੂਦੇ ਰੇਗ ਚਲੋ, ਤੁਮ ਨਤਰ ਕੁਤੱਕਾ ਦਵਈ ਹੈ ਰੇ। ਬਾਰੇ ਬੂਢੇ ਤਰੁਨਾ ਭਈਆ, ਸਭ ਹੂੰ ਜਮ ਲੈ ਜਈ ਹੈ ਰੇ। ਵਾਰੇ ਦਾ ਅਰਥ ਹੈ ਬਾਲਕ, ਬਾਰੇ ਬੁੱਢੇ ਬੁੱਢਾ, ਤਰੁਨਾ ਤਰੁਨਾ ਦਾ ਅਰਥ ਹੈ ਜਵਾਨੀ। ਕਹਿੰਦੇ ਬਾਰੇ ਬੁੱਢੇ ਤਰੁਨਾ ਭਈਆ, ਸਭ ਹੂੰ ਜਮ ਲੈ ਜਈਐ ਰੇ। ਕਹਿੰਦੇ ਜਮ ਆਇਆ, ਸਾਰਿਆਂ ਨੂੰ ਫੜ ਕੇ ਲੈ ਕੇ ਆ ਤੇ ਸਾਰਿਆਂ ਦੇ ਵਿੱਚ ਬਰਾਬਰਤਾ ਹੋ ਗਈ। ਤੇ ਸਤਿਗੁਰੂ ਗੁਰੂ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਆਖਦੀ ਹੈ, ਬਾਰੇ ਬੁੱਢੇ ਤਰੁਨਾ ਭਈਆ, ਸਭ ਹੂੰ ਜਮ ਲੈ ਜਈਐ ਰੇ। ਤੇ ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ, ਕਹਿੰਦੇ ਮਾਨਸ ਬਪੁਰਾ ਮੂਸਾ ਕੀਨੋ ਮੀਚ ਬਲਈਆ ਖਈਆ ਰੇ। ਹੁਣ ਸਾਧ ਸੰਗਤ ਕਹਿੰਦੇ ਮਨੁੱਖ ਤਾਂ ਵਿਚਾਰਾ ਇੱਕ ਚੂਹੇ ਦੀ ਤਰ੍ਹਾਂ ਹੈ, ਤੇ ਯਾਦ ਰੱਖਿਓ ਮੌਤ ਇੱਕ ਬਿੱਲੀ ਦੀ ਤਰ੍ਹਾਂ ਹੈ। ਮੌਤ ਬਿੱਲੀ ਬਣ ਕੇ ਹਰ ਵਕਤ ਇਸ ਮਨੁੱਖ ਦੇ ਮਗਰ ਦੌੜਦੀ ਹੈ। ਮਨੁੱਖ ਜਿੱਥੇ ਮਰਜ਼ੀ ਚਲੇ ਜਾਵੇ, ਸਾਧ ਸੰਗਤ ਮੌਤ ਨੇ ਜਦੋਂ ਸਮਾਂ ਆਇਆ ਉੱਥੇ ਇਹਨੂੰ ਦਬੋਚ ਲੈਣਾ ਹੈ। ਤੇ ਸਤਿਗੁਰੂ ਗੁਰੂ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ, ਕਹਿੰਦੇ ਯਾਦ ਰੱਖਿਓ ਮਾਨਸ ਬਪਰਾ ਮੂਸਾ ਕੀਨੋ ਮੀਚ ਬਲਈਆ ਖਈਆ ਰੇ। ਤੇ ਅਗਾਂਹ ਜ਼ਿਕਰ ਕਰਦੇ ਨੇ, ਕਹਿੰਦੇ ਭਾਵੇਂ ਜਿਹੜੀ ਰਾਜਾ ਭਾਵੇਂ ਪ੍ਰਜਾ ਹੈ। ਯਾਦ ਰੱਖਿਓ ਸਾਧ ਸੰਗਤ, ਕਬੀਰ ਸਾਹਿਬ ਆਖਦੇ ਨੇ, ਕਹਿੰਦੇ ਭਾਵੇਂ ਕੋਈ ਰਾਜਾ ਹੈ, ਭਾਵੇਂ ਪ੍ਰਜਾ ਹੈ, ਭਾਵੇਂ ਕੋਈ ਧਨਾੜ ਹੈ, ਭਾਵੇਂ ਗਰੀਬ ਹੈ, ਪਰ ਯਾਦ ਰੱਖਿਓ ਜਿਹੜੀ ਜੰਮ ਦੀ ਸੋਟੀ ਹੈ ਉਹ ਸਾਰਿਆਂ ਵਾਸਤੇ ਬਰਾਬਰ ਹੈ। ਇਹ ਮੈਂ ਤਾਂ ਬੇਨਤੀ ਕੀਤੀ ਸਾਧ ਸੰਗਤ, ਇੱਕ ਵਾਰੀ ਸੰਗਤ ਨੇ ਸਵਾਲ ਕੀਤਾ, ਮੈਂ ਕਥਾ ਕਰਨ ਵਾਸਤੇ ਗਿਆ ਸੀ, ਆਪਣੇ ਸਾਡੇ ਲਾਗਲੇ ਪਿੰਡ ਹੈ, ਤੇ ਉੱਥੇ ਨਾ ਇੱਕ ਬਜ਼ੁਰਗ ਉਹ ਨਿਤਨੇਮ ਰੋਜ਼ ਕਰਦਾ ਸੀ। ਰੋਜ਼ ਗੁਰਦੁਆਰੇ ਆਣਾ, ਰੋਜ਼ ਨਿਤਨੇਮ ਕਰਨਾ, ਗੁਰਬਾਣੀ ਪੜ੍ਹਨੀ। ਪਰ ਜਦੋਂ ਉਹਦਾ ਅਖੀਰ ਸਮਾਂ ਆਇਆ ਨਾ, ਉਹਨੂੰ ਸਾਧ ਸੰਗਤ ਕੁਝ ਰੋਗ ਲੱਗ ਗਿਆ, ਤੇ ਰੋਗ ਲੱਗਣ ਦੇ ਨਾਲ ਉਹ ਕੁਝ ਸਮਾਂ ਜਿਹੜੇ ਆਖਰੀ ਪਲ ਸੀ ਉਹਨੇ ਬੜੇ ਹੀ ਦੁੱਖ ਦੇ ਵਿੱਚ ਕੱਢੇ ਆ। ਤੇ ਜਦੋਂ ਮੈਂ ਉੱਥੇ ਕਥਾ ਕਰਨ ਵਾਸਤੇ ਗਿਆ ਤੇ ਪਰਿਵਾਰ ਆਖਣ ਲੱਗੇ, ਕਹਿੰਦੇ ਵੀ ਸਾਡੇ ਬਜ਼ੁਰਗ ਸੇਵਾ ਵੀ ਬਹੁਤ ਕਰਦੇ ਸੀ, ਨਿਤਨੇਮ ਵੀ ਬਹੁਤ ਕਰਦੇ ਸੀ, ਰੋਜ਼ ਗੁਰਦੁਆਰੇ ਜਾਣਾ, ਪਰ ਅਖੀਰ ਸਮਾਂ ਬੜਾ ਦੁੱਖ ਦਾ ਭਰਿਆ ਸੀ। ਤੇ ਆਪਾਂ ਦੇਖਦੇ ਜਿਹੜੇ ਲੋਕ ਜਿਹੜੇ ਸ਼ਰਾਬੀ ਕਬਾਬੀ ਹੈ, ਜਿਹੜੇ ਲੋਕ ਅੱਤ ਦੇ ਮਾੜੇ ਕਰਮ ਕਰਦੇ ਆ, ਉਹਨਾਂ ਨੂੰ ਮੌਤ ਜਖ ਲਖਤ ਆ ਜਾਂਦੀ ਹੈ, ਕੋਈ ਉਹਨਾਂ ਨੂੰ ਦੁੱਖ ਤਕਲੀਫ ਨਹੀਂ ਹੈ। ਤੇ ਸਾਧ ਸੰਗਤ ਉਸ ਵਕਤ
ਜਦੋਂ ਮੈਂ ਕਥਾ ਕੀਤੀ ਨਾ, ਉਹ ਪਰਿਵਾਰ ਆਖਣ ਲੱਗ, ਕਹਿੰਦਾ ਜੀ ਇਹ ਕਥਾ ਦੇ ਵਿੱਚ ਸਾਨੂੰ ਇਹ ਜਵਾਬ ਦੇ ਕੇ ਜਾਇਓ। ਤੇ ਕਬੀਰ ਸਾਹਿਬ ਜੀ ਨੇ ਫਿਰ ਇਸ ਗੱਲ ਦਾ ਜਵਾਬ ਦਿੱਤਾ ਹੈ। ਕਹਿੰਦੇ ਯਾਦ ਰੱਖ, ਮੌਤ ਸਾਰਿਆਂ ਨੂੰ ਆਣੀ ਹੈ, ਭਾਵੇਂ ਕੋਈ ਸੰਤ ਹੈ, ਭਾਵੇਂ ਕੋਈ ਸਾਖਤ ਹੈ, ਭਾਵੇਂ ਕੋਈ ਗੁਰਦੁਆਰੇ ਆਂਦਾ, ਭਾਵੇਂ ਨਹੀਂ ਆਂਦਾ, ਸਰੀਰ ਕਰਕੇ ਸਾਰਿਆਂ ਨੇ ਜਾਣਾ ਹੈ। ਪਰ ਯਾਦ ਰੱਖਿਓ ਸਾਧ ਸੰਗਤ, ਕਈ ਮੌਤ ਸੌਖੀ ਆ ਜਾਂਦੀ ਹੈ ਤੇ ਕਈ ਮੌਤ ਔਖੀ ਹੁੰਦੀ ਹੈ। ਤੇ ਸਾਧ ਸੰਗਤ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਜਿਹਨੂੰ ਸੌਖੀ ਮੌਤ ਆ ਗਈ ਉਹ ਰੱਬ ਦੇ ਬੜੇ ਨੇੜੇ ਸੀ। ਤੇ ਜਿਹੜਾ ਬੰਦਾ ਭਗਤੀ ਕਰਦਾ, ਬੰਦਗੀ ਕਰਦਾ, ਜੇ ਉਹਦੀ ਮੌਤ ਔਖੀ ਹੋ ਗਈ ਹੈ, ਉਹ ਰੱਬ ਤੋਂ ਟੁੱਟਿਆ ਹੋਇਆ ਸੀ। ਤੇ ਯਾਦ ਰੱਖਿਓ, ਸਤਿਗੁਰੂ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਨੇ ਇਹ ਬਚਨ ਕੀਤਾ, ਭਾਵੇਂ ਕਹਿੰਦੇ ਮੌਤ ਔਖੀ ਹੋਈ, ਭਾਵੇਂ ਸੌਖੀ ਹੋਈ ਹੈ, ਸਭ ਇਕੱਠੇ ਹੋਏ ਆਇਆ, ਕਰ ਜਾਸਨ ਵਾਟ ਬਟਾਇਆ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜਿਉ। ਕਹਿੰਦੇ ਜਿਹੜੇ ਗੁਰਮੁਖ ਸੀ, ਜਦੋਂ ਉਹਨਾਂ ਨੂੰ ਮੌਤ ਆਈ ਹੈ ਸਾਧ ਸੰਗਤ, ਸਤਿਗੁਰੂ ਪਾਤਸ਼ਾਹ ਦੀ ਬਾਣੀ ਆਖਦੇ, ਕਹਿੰਦੇ ਉਹ ਤਾਂ ਨਿਜ ਘਰ ਵਿੱਚ ਸਮਾ ਗਏ, ਤੇ ਜਿਹੜੇ ਮਨਮੁਖ ਸੀ ਉਹ ਚੱਲੇ ਮੂਲ ਗਵਾਏ ਜਿਉ। ਉਹ ਆਪਣੇ ਮੂਲ ਤੋਂ ਵਿਛੜ ਕੇ ਮੁੜ ਕੇ ਫਿਰ ਸਾਧ ਸੰਗਤ ਉਹ ਜਨਮ ਮਰਨ ਦੇ ਚੱਕਰ ਵਿੱਚ ਫਸ ਜਾਂਦੇ ਆ। ਤੇ ਸਤਿਗੁਰੂ ਗੁਰੂ ਪਾਤਸ਼ਾਹ ਜੀ ਨੇ ਜਦੋਂ ਮੂਲ ਦੀ ਗੱਲ ਕੀਤੀ ਹੈ ਨਾ ਜੀ, ਇੱਕ ਬੜੀ ਸੋਹਣੀ ਘਟਨਾ ਪਾਤਸ਼ਾਹ ਦੇ ਜੀਵਨ ਦੇ ਵਿੱਚੋਂ ਮਿਲਦੀ ਹੈ। ਮੂਲ ਕੀ ਚੀਜ਼ ਹੈ? ਅੱਜ ਜੇ ਤੁਸੀਂ ਕਿਸੇ ਆਖੋ ਨਾ ਕਿ ਜਿਹੜਾ ਸਾਡਾ ਮੂਲ ਉਹ ਪਰਮਾਤਮਾ ਹੈ, ਤੁਸੀਂ ਪਰਮਾਤਮਾ ਦੇ ਨਾਲ ਜੁੜੋ, ਤੇ ਅੱਗੇੋਂ ਪਤਾ ਕੀ ਆਖਦੇ ਆ, ਕਹਿੰਦੇ ਸਾਨੂੰ ਕੀ ਲੋੜ ਹੈ ਪਰਮਾਤਮਾ ਦੀ, ਸਾਨੂੰ ਕੀ ਲੋੜ ਹੈ ਵਿਚਾਰਾਂ ਦੀ, ਸਾਨੂੰ ਕੀ ਲੋੜ ਹੈ ਗੁਰਬਾਣੀ ਦੀ, ਸਾਨੂੰ ਕੀ ਲੋੜ ਹੈ ਗੁਰਦੁਆਰੇ ਦੀ। ਤੇ ਖਿਮਾ ਕਰਿਓ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਐਮਨਾਬਾਦ ਉੱਥੇ ਸਾਧ ਸੰਗਤ ਬਾਬਰ ਨੇ ਆ ਕੇ ਹਮਲਾ ਕੀਤਾ ਨਾ, ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਵੀ ਉਹਨਾਂ ਬੰਦੀਆਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਭਾਈ ਮਰਦਾਨਾ ਜੀ ਵੀ ਨਾਲ ਹੈ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਵੀ ਨਾਲ ਹੈ। ਤੇ ਜਦੋਂ ਬਾਬਰ ਦੇ ਜੇਲ੍ਹ ਦੇ ਵਿੱਚ ਜਾ ਕੇ ਚੱਕੀ ਸਾਧ ਸੰਗਤ ਰੱਖੀ ਗਈ ਨਾ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ, ਚੱਕੀ ਪੀਸਣ ਵਾਸਤੇ ਆਖਿਆ ਗਿਆ, ਚੱਕੀਆਂ ਵਿੱਚ ਪੀਸਣੀ, ਆਟਾ ਪੀਸਣਾ ਆ। ਭਾਈ ਮਰਦਾਨਾ ਜੀ ਕੋਲ ਖੜੇ ਐ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਅੱਗੇ ਚੱਕੀ ਪਈ ਐ, ਤੇ ਜਦੋਂ ਚੱਕੀ ਦੇ ਸਾਧ ਸੰਗਤ ਸੈਂਟਰ ਦੇ ਵਿੱਚ ਮੂੰਹ ਦੇ ਵਿੱਚ ਦਾਣੇ ਪਾਏ ਨਾ, ਤੇ ਸਾਧ ਸੰਗਤ ਜਦੋਂ ਚੱਕੀ ਘਮਾਣੀ ਸ਼ੁਰੂ ਕੀਤੀ, ਜਦੋਂ ਉਹਦੇ ਪੁੜ ਘੁੰਮੇ ਚੱਕੀ ਦੇ, ਤੇ ਜਿਹੜੇ ਦਾਣੇ ਸਾਧ ਸੰਗਤ ਕਿੱਲੀ ਤੋਂ ਹਟ ਗਏ, ਸੈਂਟਰ ਚੋਂ ਹਟ ਗਏ, ਤੇ ਸਾਧ ਸੰਗਤ ਉਸੇ ਵਕਤ ਉਹਨਾਂ ਦਾਣਿਆਂ ਨੂੰ ਚੱਕੀ ਦੇ ਪੁੜਾਂ ਨੇ ਪੀਸ ਕੇ ਉਹਦਾ ਆਟਾ ਬਣਾ ਦਿੱਤਾ। ਤੇ ਜਿਹੜੇ ਦਾਣੇ ਸਾਧ ਸੰਗਤ ਸੈਂਟਰ ਕਿੱਲੀ ਦੇ ਨਾਲ ਮੂਲ ਦੇ ਨਾਲ ਜੁੜੇ ਰਹੇ, ਯਾਦ ਰੱਖਿਓ ਚੱਕੀ ਜਿੰਨਾ ਟਾਈਮ ਮਰਜ਼ੀ ਘੁੰਮੀ ਜਾਵੇ, ਪੱਥਰ ਜਿੰਨੇ ਮਰਜ਼ੀ ਘੁੰਮੀ ਜਾਣ, ਪਰ ਜਿਹੜੇ ਦਾਣੇ ਮੂਲ ਦੇ ਨਾਲ ਜੁੜੇ ਹੋਏ ਆ ਉਹਨਾਂ ਦਾਣਿਆਂ ਦਾ ਉਹ ਪੱਥਰ ਕੁਝ ਨਹੀਂ ਕਰ ਸਕਦੇ। ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਦੇ ਨੇ, ਕਹਿੰਦੇ ਇਸੇ ਤਰ੍ਹਾਂ ਹੈ, ਜਿਹੜਾ ਮਨੁੱਖ ਮੂਲ ਦੇ ਨਾਲ ਜੁੜ ਜਾਵੇ, ਪਰਮਾਤਮਾ ਦੇ ਨਾਲ ਜੁੜ ਜਾਵੇ, ਜੰਮ ਜਿੰਨਾ ਮਰਜ਼ੀ ਜ਼ੋਰ ਲਾ ਲਵੇ, ਸਾਧ ਸੰਗਤ ਉਸ ਗੁਰਮੁਖ ਨੂੰ ਕੁਝ ਨਹੀਂ ਹੋ ਸਕਦਾ, ਉਹ ਜਨਮ ਮਰਨ ਦੇ ਚੱਕਰ ਤੋਂ ਬਚ ਜਾਂਦਾ ਹੈ। ਜਿਹੜਾ ਬੰਦਾ ਮੂਲ ਤੋਂ ਟੁੱਟ ਗਿਆ, ਯਾਦ ਰੱਖਿਓ ਜਿਵੇਂ ਚੱਕੀ ਦੇ ਪੁੜ ਦਾਣਿਆਂ ਨੂੰ ਪੀਸ ਕੇ ਰੱਖ ਦਿੰਦੇ ਆ, ਇਸੇ ਤਰ੍ਹਾਂ ਮਨਮੁਖ ਦੀ ਜ਼ਿੰਦਗੀ ਮਹਾਰਾਜ ਕਹਿੰਦੇ ਉਹ ਹਰ ਵਕਤ ਖੁਆਰੀ ਦੇ ਵਿੱਚ ਚਲੇ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਨੇ ਜ਼ਿਕਰ ਕੀਤਾ ਮੂਲ ਦੇ ਨਾਲ ਜੁੜਨ ਦਾ, ਇਸ ਕਰਕੇ ਸਾਧ ਸੰਗਤ ਮੂਲ ਦੇ ਨਾਲ ਜੁੜਿਆ ਜਦੋਂ ਆਪਾਂ ਆਪਣੇ ਜੀਵਨ ਨੂੰ ਬਤੀਤ ਕਰਦੇ ਆਂ ਤੇ ਸਾਡਾ ਜੀਵਨ ਸੋਹਣਾ ਬਣ ਜਾਂਦਾ ਹੈ। ਤੇ ਜਦੋਂ ਆਪਾਂ ਮੂਲ ਤੋਂ ਟੁੱਟ ਜਾਂਦੇ ਆਂ, ਫਿਰ ਸਤਿਗੁਰੂ ਗੁਰੂ ਪਾਤਸ਼ਾਹ ਨੇ ਜਨਮ ਮਰਨ ਦੀ ਗੱਲ ਕੀਤੀ। ਇੱਕ ਬੇਨਤੀ ਬੜੇ ਧਿਆਨ ਨਾਲ ਸੁਣਿਓ ਸਾਧ ਸੰਗਤ, ਇਸ ਗੱਲ ਦਾ ਦਾਵਾ ਨਾ ਮੈਂ ਕਰ ਸਕਦਾ ਨਾ ਤੁਸੀਂ ਕਰ ਸਕਦੇ ਹੋ। ਉਹ ਦਾਵਾ ਕਿਹੜਾ ਹੈ ਕਿ ਬੰਦਾ ਮਰਨ ਤੋਂ ਬਾਅਦ ਜੂਨਾਂ ਵਿੱਚ ਪੈਂਦਾ ਹੈ। ਸਤਿਗੁਰੂ ਗੁਰੂ ਪਾਤਸ਼ਾਹ ਜੀ ਦੀ ਬਾਣੀ ਨੇ ਇਸ ਗੱਲ ਨੂੰ ਬਿਲਕੁਲ ਸਪਸ਼ਟ ਕੀਤਾ ਹੈ। ਧੰਨ ਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਆਖਦੀ ਹੈ, ਕਹਿੰਦੇ ਇੱਕ ਦੱਜੇ ਇੱਕ ਦਬੀਏ, ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਉਸਟੀਏ, ਇੱਕ ਪੀ ਫਿਰ ਹੱਸਣ ਪਾਹੇ, ਨਾਨਕ ਇਹ ਬਨਾ ਜਾਪਈ ਕਿੱਥੇ ਜਾਏ ਸਮਾਏ। ਕਹਿੰਦੇ ਕੋਈ ਪਤਾ ਨਹੀਂ ਹੈ ਜਦੋਂ ਆਤਮਾ ਸਰੀਰ ਦੇ ਵਿੱਚੋਂ ਨਿਕਲ ਗਈ ਉਹ ਕਿੱਥੇ ਚਲੇ ਗਈ ਹੈ। ਹਾਂ, ਆਪਾਂ ਆਤਮਾ ਦੀ ਸ਼ਾਂਤੀ ਵਾਸਤੇ ਅਖੰਡ ਪਾਠ ਕਰਨੇ, ਸਹਿਜ ਪਾਠ ਕਰਾਨੇ, ਸਮਾਗਮ ਕਰਾਨੇ ਆ, ਇਹ ਜ਼ਰੂਰੀ ਹੈ, ਪਰ ਮਹਾਰਾਜ
ਮਹਾਰਾਜ ਕਹਿੰਦੇ ਆਤਮਾ ਦਾ ਕੋਈ ਪਤਾ ਨਹੀਂ, ਉਹ ਕਿੱਥੇ ਹੈ ਕਿੱਥੇ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਬਚਨ ਹੈ। ਮਹਾਰਾਜ ਕਹਿੰਦੇ ਕੋਈ ਪਤਾ ਨਹੀਂ ਹੈ, ਇਸ ਕਰਕੇ ਉਹ ਆਤਮਾ ਰੱਬ ਦੇ ਚਰਨਾਂ ਦੇ ਵਿੱਚ ਹੈ ਜਾਂ ਭਟਕਣਾ ਦੇ ਵਿੱਚ ਪਈ ਹੋਈ, ਕਹਿੰਦੇ ਕਿਸੇ ਨੂੰ ਕੋਈ ਪਤਾ ਨਹੀਂ। ਫਿਰ ਮਹਾਰਾਜ ਜੂਨਾ ਕੀ ਚੀਜ਼ ਹੈ? ਜਿਹੜੀਆਂ ਜੂਨਾ ਹੈ ਉਹ ਕਿਵੇਂ ਗੱਲ ਚੱਲਦੀ ਹੈ? ਸਤਿਗੁਰੂ ਗੁਰੂ ਪਾਤਸ਼ਾਹ ਜੀ ਦੇ ਪਾਵਨ ਬਚਨ ਨੂੰ ਬੜੇ ਧਿਆਨ ਨਾਲ ਸੁਣਿਓ। ਭਗਤ ਸਾਧ ਸੰਗਤ ਜੀ ਤਰਲੋਚਨ ਜੀ ਉਹਨਾਂ ਦਾ ਇੱਕ ਪਾਵਨ ਬਚਨ ਹੈ, ਗੂਜਰੀ ਰਾਗ ਦੇ ਅੰਦਰ ਹੈ। ਤੇ ਭਗਤ ਤਰਲੋਚਨ ਜੀ ਨੇ ਜ਼ਿਕਰ ਕੀਤਾ ਹੈ, ਕਹਿੰਦੇ ਅਰੀ ਵਾਈ ਗੋਬਿੰਦ ਨਾਮ ਮਤ ਬਿਸਰੈ। ਕਹਿੰਦੇ ਮੂਲ ਦੇ ਨਾਲ ਜੁੜ। ਮੂਲ ਦੇ ਨਾਲ ਜੁੜਨ ਦਾ ਤਰੀਕਾ ਕੀ ਹੈ? ਕਹਿੰਦੇ ਗੋਬਿੰਦ ਨਾਮ ਮਤ ਬਿਸਰੈ। ਜਿਹੜਾ ਧਰਤੀ ਦਾ ਪਾਲਕ ਗੋਬਿੰਦ ਹੈ ਉਹਨੂੰ ਆਪਣੇ ਜੀਵਨ ਦੇ ਵਿੱਚੋਂ ਵਿਸਾਰੀ ਨਾ। ਤੇ ਜੇ ਵਿਸਾਰ ਦਿੱਤਾ ਨਾ, ਦੇਖੋ ਤੁਹਾਨੂੰ ਇਹ ਸ਼ਬਦ ਯਾਦ ਹੋਵੇਗਾ, ਕਈ ਵਾਰੀ ਗੁਰੂ ਕੇ ਪਿਆਰੇ ਕੀਰਤਨੀਏ ਪੜ੍ਹਦੇ ਜਾਂ ਕਥਾ ਦੇ ਵਿੱਚ ਇਹ ਸ਼ਬਦ ਰਿਪੀਟ ਕੀਤਾ ਜਾਂਦਾ ਹੈ। ਤੇ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ, ਸਤਿਗੁਰੂ ਜੀ ਆਖਦੇ ਨੇ, ਕਹਿੰਦੇ ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਬਲ ਬਲ ਉਤਰੈ। ਹੁਣ ਜਿਹਦੇ ਇਹਦੇ ਅਰਥ ਹੈ ਨਾ, ਉਹ ਲੰਮਾ ਸਮਾਂ ਸਾਧ ਸੰਗਤ ਅਣਜਾਣ ਪੁਣੇ ਦੇ ਵਿੱਚ ਇਸੇ ਤਰ੍ਹਾਂ ਕਰਦੇ ਰਹੇ ਕਿ ਜਿਹੜਾ ਮਨੁੱਖ ਸਾਰੀ ਉਮਰ ਮਾਇਆ ਨੂੰ ਇਕੱਠੀ ਕਰੀ ਜਾਵੇ, ਮਾਇਆ ਦੇ ਮਗਰ ਲੱਗਿਆ ਰਹੇ, ਤੇ ਜਦੋਂ ਉਹ ਮਰਦਾ ਹੈ ਉਹ ਸੱਪ ਦੀ ਜੂਨ ਵਿੱਚ ਪੈਂਦਾ ਹੈ। ਹੁਣ ਦੇਖੋ ਜੇ ਇਹਦੇ ਅਰਥ ਸਿੱਧੇ ਜੇ ਕਰਾਂਗੇ ਫਿਰ ਤਾਂ ਇਹੀ ਹੋਣਗੇ, ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਬਲ ਬਲ ਉਤਰੈ। ਉਹ ਬਾਰ-ਬਾਰ ਸੱਪ ਦੀ ਜੂਨ ਵਿੱਚ ਪੈਂਦਾ ਹੈ। ਪਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਖਦੇ ਨੇ, ਕਹਿੰਦੇ ਅੱਗੇ ਤਾਂ ਪਤਾ ਨਹੀਂ ਉਹ ਕਿੱਥੇ ਗਿਆ ਕਿੱਥੇ ਨਹੀਂ ਗਿਆ, ਫਿਰ ਸੱਪ ਦੀ ਜੂਨ ਦਾ ਕਿਵੇਂ ਪਤਾ ਲੱਗੇ? ਯਾਦ ਰੱਖਿਓ, ਸਤਿਗੁਰੂ ਗੁਰੂ ਪਾਤਸ਼ਾਹ ਜੀ ਨੇ ਜਿੰਦੇ ਜੀ ਜੂਨਾਂ ਦੀ ਗੱਲ ਕੀਤੀ ਹੈ। ਮੈਂ ਇੱਕ ਵਾਰੀ ਰਿਪੀਟ ਕੀਤਾ ਸੀ, ਸਿਰਫ ਛੋਟੀ ਜਿਹੀ ਉਦਾਹਰਨ ਦਿੱਤੀ ਸੀ ਸਾਧ ਸੰਗਤ। ਬੰਦਾ ਜਿੰਦੇ ਜੀ ਜਾਨਵਰਾਂ ਦੀ ਜੂਨਾਂ ਦੇ ਵਿੱਚ ਘੁੰਮਦਾ ਹੈ। ਸਾਧ ਸੰਗਤ ਪਾਤਸ਼ਾਹ ਜੀ ਆਖਦੇ ਨੇ, ਕਹਿੰਦੇ ਜਿਹੜਾ ਬੰਦਾ ਸਾਰੀ ਉਮਰ ਰੱਬ ਨੂੰ ਯਾਦ ਨਾ ਕਰੇ, ਰੱਬ ਨੂੰ ਧਿਆਨ ਵਿੱਚ ਨਾ ਰੱਖੇ, ਸਾਰੀ ਉਮਰ ਉਹ ਮਾਇਆ ਨੂੰ ਇਕੱਠਾ ਕਰਨ ਦੇ ਵਿੱਚ ਲੱਗਿਆ ਰਹੇ, ਤੇ ਮਾਇਆ ਇਕੱਠੀ ਕਰਕੇ ਸਾਧ ਸੰਗਤ ਜੀ ਬੜੇ ਲੋਕ ਹੈ, ਜੇ ਉਹਨਾਂ ਦੇ ਕੋਲ ਮਾਇਆ ਆ ਜਾਣ ਉਹ ਰੱਬ ਨੂੰ ਟਿੱਚ ਸਮਝਦੇ। ਕਹਿੰਦੇ ਰੱਬ ਕੀ ਚੀਜ਼ ਹੈ, ਪਰਮਾਤਮਾ ਕੀ ਚੀਜ਼ ਹੈ? ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਦੇ ਨੇ, ਕਹਿੰਦੇ ਫਿਰ ਉਹ ਮਨੁੱਖ ਨਹੀਂ ਹੈ। ਯਾਦ ਰੱਖਿਓ, ਕਹਿੰਦੇ ਉਹ ਜਿੰਦਾ ਜੀ ਮਨੁੱਖ ਦੇ ਵਿੱਚ ਸੱਪ ਬੈਠਾ ਹੋਇਆ, ਕਹਿੰਦੇ ਉਹ ਸੱਪ ਦੀ ਜੂਨ ਦੇ ਵਿੱਚ ਜਿਹੜਾ ਆਪਣਾ ਜੀਵਨ ਬਸਰ ਕਰ ਰਿਹਾ। ਇਸੇ ਕਰਕੇ ਇੱਕ ਅਖਾਣ ਵੀ ਬਣਿਆ ਸੀ ਸਾਧ ਸੰਗਤ, ਸਿਆਣਿਆਂ ਦਾ ਅਖਾਣ ਹੈ, ਕਹਿੰਦੇ ਯਾਦ ਰੱਖਿਓ, ਸੱਪ ਦਾ ਡੰਗਿਆ ਬਚ ਸਕਦਾ ਹੈ ਪਰ ਬੰਦੇ ਦਾ ਡੰਗਿਆ ਨਹੀਂ। ਅਖਾਣ ਬਣਿਆ ਸੀ ਸਾਡੇ ਵਿੱਚ। ਉਹਦਾ ਮਤਲਬ ਕੀ ਸੀ ਕਿ ਸੱਪ ਅੱਗੇ ਆਵੇਗਾ ਬੰਦਾ ਸੁਚੇਤ ਹੋ ਸਕਦਾ ਹੈ। ਸਾਧ ਸੰਗਤ ਸੱਪ ਆਵੇਗਾ, ਬੰਦਾ ਆਪਣੇ ਹੱਥ ਵਿੱਚ ਕੋਈ ਸੋਟਾ ਫੜ ਲਵੇਗਾ, ਕੋਈ ਸਾਧ ਸੰਗਤ ਛਿੱਟੀ ਫੜ ਲਵੇਗਾ, ਕੋਈ ਬੰਦਾ ਹੱਲ ਕਰ ਸਕਦਾ ਹੈ। ਪਰ ਜੇ ਬੰਦੇ ਦੇ ਵਿੱਚ ਸੱਪ ਆ ਜਾਵੇ ਫਿਰ ਕੀ ਹੋਵੇਗਾ? ਸਾਧ ਸੰਗਤ ਕੋਈ ਭਰੋਸਾ ਨਹੀਂ ਹੈ। ਕਹਿੰਦੇ ਬੰਦੇ ਦਾ ਡੰਗਿਆ ਸਾਧ ਸੰਗਤ ਨਹੀਂ ਬਚ ਸਕਦਾ। ਇਹਦਾ ਮਤਲਬ ਹੈ ਕਿ ਬੰਦਾ ਸੱਪ ਨਾਲੋਂ ਵੀ ਖਤਰਨਾਕ ਹੈ। ਸੱਪ ਦੇ ਕੋਲੋਂ ਤਾਂ ਬਚਿਆ ਜਾ ਸਕਦਾ, ਬੰਦੇ ਦੇ ਕੋਲੋਂ ਨਹੀਂ ਬਚਿਆ ਜਾ ਸਕਦਾ। ਹੁਣ ਇਹਦਾ ਮਤਲਬ ਹੈ ਕਿ ਉਹ ਬੰਦਾ ਸੱਪ ਦੀ ਜੂਨ ਦੇ ਵਿੱਚ ਘੁੰਮ ਰਿਹਾ ਹੈ। ਪਾਤਸ਼ਾਹ ਜੀ ਆਖਦੇ ਨੇ, ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਬਲ ਬਲ ਉਤਰੈ, ਅਰੀ ਬਾਈ ਗੋਬਿੰਦ ਨਾਮ ਮਤ ਬਿਸਰੈ। ਤੇ ਅਗਾਂਹ ਪਾਤਸ਼ਾਹ ਜੀ ਆਖਦੇ ਨੇ, ਅੰਤ ਕਾਲ ਜੋ ਇਸਤਰੀ ਸਿਮਰੈ, ਬੇਸਵਾ ਜੋਨ ਬਲ ਬਲ ਉਤਰੈ। ਕਹਿੰਦੇ ਜਿਹੜਾ ਹਰ ਵਕਤ ਹੀ ਸਾਧ ਸੰਗਤ, ਦੇਖੋ ਬੇਸਵਾ ਕੋਈ ਜੋਨ ਨਹੀਂ ਹੈ। ਜੇ ਤੁਸੀਂ ਥੋੜਾ ਗੁਰਬਾਣੀ ਨੂੰ ਧਿਆਨ ਨਾਲ ਪੜੋ, ਬੇਸਵਾ ਕੋਈ ਜੋਨ ਥੋੜੇ ਹੈ। ਬੇਸਵਾ ਵੀ ਸਾਧ ਸੰਗਤ ਇੱਕ ਔਰਤ ਹੈ। ਤੇ ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਦੇ ਨੇ, ਕਹਿੰਦੇ ਜਿਹੜਾ ਬੰਦਾ ਹਰ ਵਕਤ ਰੱਬ ਨੂੰ ਛੱਡ ਕੇ ਸਾਰੀ ਉਮਰ, ਸਾਧ ਸੰਗਤ ਮੈਨੂੰ ਖਿਮਾ ਕਰੋ ਸ਼ਬਦ ਵਰਤਣ ਲੱਗਿਆ, ਸਾਰੀ ਉਮਰ ਸਾਧ ਸੰਗਤ ਐਸ਼ੋ ਇਸ਼ਰਤ ਦੇ ਵਿੱਚ, ਸਾਧ ਸੰਗਤ ਗਲਤ ਕੰਮਾਂ ਦੇ ਵਿੱਚ ਕੱਢ ਦੇਵੇ, ਮਹਾਰਾਜ ਕਹਿੰਦੇ ਉਹ ਬੰਦਾ ਨਹੀਂ, ਯਾਦ ਰੱਖਿਓ, ਉਹ ਬੇਸਵਾ ਦੀ ਜੂਨ ਦੇ ਵਿੱਚ ਜੀ ਰਿਹਾ। ਉਹ ਬੰਦਾ ਬੇਸਵਾ ਤੋਂ ਘੱਟ ਨਹੀਂ ਹੈ। ਤੇ ਸਾਧ ਸੰਗਤ ਜਿਹੜਾ ਬੰਦਾ ਸਾਰੀ ਉਮਰ ਹੀ ਇਹੀ ਕੁਝ ਕਰੀ ਜਾਵੇ, ਮਹਾਰਾਜ ਕਹਿੰਦੇ ਉਹ ਬੇਸਵਾ ਜੂਨ ਦੇ ਵਿੱਚ ਫਸਿਆ ਹੋਇਆ। ਤੇ ਸਾਧ ਸੰਗਤ ਬੇਸਵਾ ਨੂੰ ਬੜਾ ਨਖਿੱਧ ਮੰਨਿਆ ਗਿਆ ਹੈ। ਇਸੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ, ਕਹਿੰਦੇ ਭਾਈ ਅਰੀ ਅਰੀ ਬਾਈ ਗੋਬਿੰਦ ਨਾਮ ਮਤ ਬਿਸਰੈ। ਕਹਿੰਦੇ ਗੋਬਿੰਦ ਨਾਮ ਨੂੰ ਵਿਸਾਰਨਾ, ਪਰਮਾਤਮਾ ਦੇ ਨਾਮ ਨੂੰ ਯਾਦ ਰੱਖ।
ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਬਰੈ ਮਰੈ ਸੂਕਰ ਜੋਨ ਬਲ ਬਲ ਉਤਰੈ। ਜਿਹੜਾ ਸਾਰੀ ਉਮਰ ਮਹਾਰਾਜ ਕਹਿੰਦੇ ਹਰ ਵਕਤ ਆਪਣੇ ਪਰਿਵਾਰ ਦੇ ਮਗਰ, ਧੀਆਂ ਪੁੱਤਰਾਂ ਦੇ ਮਗਰ, ਲੜਕੇ ਦੇ ਮਗਰ, ਲੜਕੀਆਂ ਦੇ ਮਗਰ, ਇਹਨਾਂ ਦੀ ਚਿੰਤਾ ਦੇ ਵਿੱਚ ਸਾਰਾ ਉਮਰ ਜੀਵਨ ਕੱਢ ਦੇਵੇ, ਮਹਾਰਾਜ ਕਹਿੰਦੇ ਯਾਦ ਰੱਖਿਓ ਉਹ ਸੂਰ ਦੀ ਜੂਨ ਦੇ ਵਿੱਚ ਹੈ। ਦੇਖੋ ਸੂਰ ਦੇ ਮਗਰ, ਸੂਰੀ ਦੇ ਮਗਰ ਕਿੰਨੇ ਸਾਧ ਸੰਗਤ ਦੇ ਬੱਚੇ ਘੁੰਮਦੇ ਆ, ਤੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਡੇ ਜਿੰਦੇ ਜੀ ਜੂਨਾਂ ਦੀ ਗੱਲ ਕੀਤੀ ਹੈ। ਇਸੇ ਕਰਕੇ ਅਖੀਰ ਕਰਕੇ ਸੁਖਮਨੀ ਸਾਹਿਬ ਦੇ ਵਿੱਚ ਇਹ ਗੱਲ ਆਖਣੀ ਪਈ ਪਾਤਸ਼ਾਹ ਨੂੰ, ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ। ਮਹਾਰਾਜ ਕਹਿੰਦੇ ਹੈ ਤਾਂ ਮਨੁੱਖ ਦੀ ਜਾਤ ਹੈ, ਪਰ ਮਹਾਰਾਜ ਕਹਿੰਦੇ ਕਰਤੂਤਾਂ ਪਸ਼ੂਆਂ ਵਾਲੀਆਂ। ਇਹਦਾ ਮਤਲਬ ਵੀ ਸਾਡੇ ਕਰਮ ਫਿਰ ਪਸ਼ੂਆਂ ਵਾਲੇ ਹੈ ਨਾ, ਤੇ ਸਾਧ ਸੰਗਤ ਸਾਡੇ ਵਿੱਚ ਕਿਤੇ ਨਾ ਕਿਤੇ ਉਹ ਚੀਜ਼ਾਂ ਹੈ, ਤੇ ਸਤਿਗੁਰੂ ਗੁਰੂ ਪਾਤਸ਼ਾਹ ਦੀ ਬਾਣੀ ਨੂੰ ਫਿਰ ਜਿੰਦੇ ਜੀ ਜੂਨਾਂ ਦੀ ਗੱਲ ਕਰਨੀ ਪਈ। ਮਹਾਰਾਜ ਕਹਿੰਦੇ ਮਨੁੱਖ ਜਿੰਦੇ ਜੀ ਜੂਨਾਂ ਦੇ ਵਿੱਚ ਘੁੰਮਦਾ ਆ। ਇੱਕ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਆਖਦੇ ਨੇ, ਕਹਿੰਦੇ ਮੈਂ ਇਹੋ ਜਿਹਾ ਵੀ ਦੇਖਿਆ ਹੈ ਜਿਹੜੇ ਮਨੁੱਖਾਂ ਦੇ ਵਿੱਚ ਕੋਈ ਗੁਣ ਨਹੀਂ ਹੈ, ਕੋਈ ਸਾਧ ਸੰਗਤ ਉਹਨਾਂ ਦੇ ਅੰਦਰ ਕੋਈ ਚੀਜ਼ ਨਹੀਂ ਹੈ, ਪਰ ਯਾਦ ਰੱਖਿਓ ਕਹਿੰਦੇ ਅਹੰਕਾਰ ਦੇ ਨਾਲ ਇੰਨੇ ਭਰੇ ਹੋਇਆ, ਬਿਨ ਗੁਣ ਗਰਭ ਕਰੰਤ। ਸਤਿਗੁਰੂ ਪਾਤਸ਼ਾਹ ਜੀ ਆਖ ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ। ਮਹਾਰਾਜ ਕਹਿੰਦੇ ਅੰਦਰ ਤਾਂ ਕੁਝ ਵੀ ਨਹੀਂ ਹੈ, ਕੋਈ ਗੁਣ ਨਹੀਂ ਹੈ, ਪਰ ਕਹਿੰਦੇ ਅਹੰਕਾਰ ਇਹੋ ਜਿਹਾ ਹੈ ਜਿਵੇਂ ਖਰ ਆਖਦੇ ਨੇ ਸਾਧ ਸੰਗਤ ਖੋਤੇ ਨੂੰ, ਗਧੇ ਨੂੰ। ਮੈਂ ਦੇਖੋ ਸਾਧ ਸੰਗਤ ਇਸ ਕਰਕੇ ਬੇਨਤੀ ਕਰਦਾ ਪਿਆ, ਮਤਾ ਸੋਚੀਏ ਕਿ ਸ਼ਾਇਦ ਆਪਾਂ ਮਰਨ ਤੋਂ ਬਾਅਦ ਜੂਨਾਂ ਦੇ ਵਿੱਚ ਪਾਵਾਂਗੇ, ਮਰਨ ਤੋਂ ਬਾਅਦ ਸਾਡਾ ਜਨਮ ਮਰਨ ਕਿਤੇ ਸ਼ੁਰੂ ਹੋਵੇਗਾ। ਮਹਾਰਾਜ ਕਹਿੰਦੇ ਨਹੀਂ ਭਾਈ, ਤੂੰ ਆਪਣੇ ਅੰਦਰ ਝਾਤ ਮਾਰ ਕੇ ਦੇਖ, ਕਿਤੇ ਜਿੰਦੇ ਜੀ ਇਸ ਜੂਨ ਦੇ ਵਿੱਚ ਤਾਂ ਨਹੀਂ ਘੁੰਮਦਾ ਪਿਆ, ਕਿਤੇ ਜਿੰਦੇ ਜੀ ਇਹ ਜੂਨ ਤਾਂ ਨਹੀਂ ਜਿਉਂਦਾ ਪਿਆ। ਜੇ ਤੂੰ ਇਹ ਤੇਰੇ ਵਿੱਚ ਗੁਣ ਹੈ, ਜੇ ਤੇਰੇ ਵਿੱਚ ਇਹ ਚੀਜ਼ਾਂ ਹੈ, ਤੇ ਮਹਾਰਾਜ ਕਹਿੰਦੇ ਇਹਨੂੰ ਸੁਧਾਰ ਕਰ, ਗੁਰਬਾਣੀ ਨੂੰ ਪੜ੍ਹ ਕੇ ਆਪਣੇ ਜੀਵਨ ਦੇ ਵਿੱਚੋਂ ਕੱਢ। ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ। ਮਹਾਰਾਜ ਕਹਿੰਦੇ ਜਿਵੇਂ ਖੋਤੇ ਦੇ ਉੱਪਰ ਸਾਧ ਸੰਗਤ ਕੋਈ ਸੋਨਾ ਲੱਦ ਦਵੇ, ਖੋਤੇ ਦੇ ਉੱਪਰ ਕੋਈ ਚਾਂਦੀ ਲੱਦ ਦਵੇ, ਹੁਣ ਖੋਤਾ ਐਵੇਂ ਮਾਣ ਕਰੇ, ਨਹੀਂ ਜੀ ਅੱਜ ਮੈਂ ਬੜਾ ਕੀਮਤੀ ਬਣ ਗਿਆ, ਅੱਜ ਤਾਂ ਮੇਰੇ ਉੱਪਰ ਸੋਨਾ ਲੱਦਿਆ ਹੋਇਆ। ਮਹਾਰਾਜ ਕਹਿੰਦੇ ਤੂੰ ਪੱਕਾ ਦਾ ਮਾਣ ਕਰਦਾ ਪਿਆ ਭਲਿਆ, ਯਾਦ ਰੱਖੀ ਇਹ ਤਾਂ ਸੋਨਾ ਮਾਲਕ ਦਾ ਹੈ, ਇਹ ਤਾਂ ਚਾਂਦੀ ਮਾਲਕ ਦੀ ਹੈ। ਮਹਾਰਾਜ ਕਹਿੰਦੇ ਜਿਵੇਂ ਖੋਤਾ ਐਵੇਂ ਸੋਨਾ ਲੱਦ ਕੇ ਮਾਣ ਕਰਦਾ ਪਿਆ ਵੀ ਅੱਜ ਮੈਂ ਬੜਾ ਕੀਮਤੀ ਹੋ ਗਿਆ। ਮਹਾਰਾਜ ਕਹਿੰਦੇ ਨਹੀਂ ਭਾਈ, ਬਹੁਤ ਬੰਦੇ ਇਹੋ ਜਿਹੇ ਐ ਗੁਣ ਅੰਦਰ ਕੋਈ ਵੀ ਨਹੀਂ। ਮਹਾਰਾਜ ਕਹਿੰਦੇ ਨਾਨਕ ਤੇ ਨਰ ਅਸਲ ਖਰ। ਮਹਾਰਾਜ ਕਹਿੰਦੇ ਅਸਲੀ ਖੋਤੇ ਆ, ਅੰਦਰ ਗੁਣ ਕੋਈ ਵੀ ਨਹੀਂ ਹੈ। ਮਹਾਰਾਜ ਕਹਿੰਦੇ ਬਿਨ ਗੁਣ ਗਰਭ ਕਰੰਤ, ਬਗੈਰ ਗੁਣ ਤੋਂ ਗਰਭ ਕਰਕੇ ਅਹੰਕਾਰ ਕਰਕੇ ਬੈਠੇ ਆ। ਇਹ ਮਹਾਰਾਜ ਕਹਿੰਦੇ ਜਿੰਦੇ ਜੀ ਜੂਨਾਂ ਦੇ ਵਿੱਚ ਘੁੰਮਣ ਵਾਲੀ ਗੱਲ ਹੈ। ਇਸ ਕਰਕੇ ਸਤਿਗੁਰੂ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਸ ਮਨੁੱਖਾ ਜੀਵਨ ਨੂੰ ਸੁਧਾਰਨ ਵਾਸਤੇ ਆਖਿਆ ਹੈ। ਮਹਾਰਾਜ ਕਹਿੰਦੇ ਜਿੰਦੇ ਜੀ ਆਪਣੇ ਜੀਵਨ ਨੂੰ ਸੁਧਾਰ, ਜਿੰਦੇ ਜੀ ਤੂੰ ਆਪਣੇ ਜੀਵਨ ਨੂੰ ਤਬਦੀਲ ਕਰ, ਰੱਬ ਦੇ ਨਾਲ ਜੋੜ। ਮਰਨ ਤੋਂ ਬਾਅਦ ਕੋਈ ਨਹੀਂ ਪਤਾ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ। ਇੱਕ ਸ਼ਬਦ ਹੋਰ ਸੁਣਿਓ, ਮੈਂ ਗੱਲ ਨੂੰ ਕਲੀਅਰ ਕਰਦੇ ਆ। ਜਿਸ ਵਕਤ ਭਗਤ ਨਾਮਦੇਵ ਜੀ ਉਹਨਾਂ ਨੂੰ ਸਾਧ ਸੰਗਤ ਬ੍ਰਾਹਮਣਾਂ ਨੇ ਵਿਪਰਵਾਦੀ ਸੋਚ ਵਾਲੇ ਨੇ ਮੰਦਿਰ ਦੇ ਵਿੱਚੋਂ ਕੁੱਟ ਕੇ ਕੱਢਿਆ ਨਾ, ਤੇ ਉਸ ਵਕਤ ਭਗਤ ਨਾਮਦੇਵ ਜੀ ਨੇ ਰੱਬ ਦੇ ਅੱਗੇ ਇੱਕ ਅਰਦਾਸ ਕੀਤੀ ਹੈ। ਉਹ ਕਿਹੜੀ ਅਰਦਾਸ ਹੈ? ਉਹ ਆਖਦੇ ਨੇ, ਭਗਤ ਨਾਮਦੇਵ ਜੀ ਉਹਨਾਂ ਦਾ ਪਾਵਨ ਬਚਨ ਹੈ, ਤੇ ਉਹਨਾਂ ਨੇ ਜ਼ਿਕਰ ਕੀਤਾ, ਕਹਿੰਦੇ ਐ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ, ਇੱਕ ਕਿਰਪਾ ਕਰ, ਅੱਜ ਮੈਨੂੰ ਤੇਰੀ ਲੋੜ ਬਹੁਤ ਹੈ। ਲੋੜ ਇਸ ਕਰਕੇ ਹੈ, ਇਹ ਪੰਡਿਆ ਮੋਕੋ ਢੇਡ ਕਹਿਤ ਹੈ। ਜਿਹੜੇ ਇਹ ਪੰਡਤ ਹੈ, ਜਿਹੜੇ ਇਹ ਪੰਡਿਆ ਹੈ, ਇਹ ਮੈਨੂੰ ਢੇਡ ਕਹਿੰਦੇ ਨੇ। ਢੇਡ ਦਾ ਅਰਥ ਹੈ ਇਹ ਮੈਨੂੰ ਮਾੜਾ ਕਹਿੰਦੇ ਨੇ, ਨੀਵੀਂ ਜਾਤ ਵਾਲਾ ਕਹਿੰਦੇ ਨੇ। ਢੇਡ ਸਾਧ ਸੰਗਤ ਇੱਕ ਗਾਲ ਕੱਢਣ ਵਾਲੀ ਗੱਲ ਹੈ। ਤੇ ਪਾਤਸ਼ਾਹ ਦੀ ਬਾਣੀ ਆਖਦੇ ਇਹ ਪੰਡਿਆ ਮੋਕੋ ਢੇਡ ਕਹਿਤ ਹੈ, ਤੇਰੀ ਪੈਜ ਪਛੁੰਡੀ ਹੋਏ ਲਾ, ਤੇ ਯਾਦ ਰੱਖੀ ਮੂਏ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੈ ਕੋਇਲਾ। ਮਹਾਰਾਜ ਆਖਦੇ ਨੇ, ਕਹਿੰਦੇ ਜੇ ਮਰਨ ਤੋਂ ਬਾਅਦ ਮੈਨੂੰ ਮੁਕਤੀ ਮਿਲਣੀ ਹੈ, ਉਸ ਮੁਕਤੀ ਨੂੰ ਕਿਹਨੇ ਦੇਖਣਾ? ਹੁਣ ਜੇ ਬੰਦਾ ਸਾਧ ਸੰਗਤ ਚੜ੍ਹਾਈ ਕਰ ਜਾਵੇ, ਚੜ੍ਹਾਈ ਕਰਨ ਤੋਂ ਬਾਅਦ ਉਹ ਬੰਦਾ ਕਿੱਥੇ ਗਿਆ ਕਿੱਥੇ ਨਹੀਂ ਗਿਆ ਸਾਨੂੰ ਥੋੜੇ ਪਤਾ ਇਸ ਗੱਲ ਦਾ। ਤੇ ਗੁਰਬਾਣੀ ਨੇ ਸਪਸ਼ਟ ਕੀਤਾ, ਕਹਿੰਦੇ ਮੂਏ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੈ ਕੋਇਲਾ। ਕਹਿੰਦੇ ਉਸ ਮੁਕਤੀ ਨੂੰ ਕਿਸੇ
ਕਿਸੇ ਨੇ ਨਹੀਂ ਦੇਖਣਾ। ਇਹ ਅਕਾਲ ਪੁਰਖ ਵਾਹਿਗੁਰੂ ਮੈਨੂੰ ਤਾਂ ਹੁਣੇ ਹੀ ਇਸ ਗੱਲ ਦਾ ਜਿਹੜਾ ਮੈਨੂੰ ਹਿਸਾਬ ਚਾਹੀਦਾ ਹੈ ਜਿਹੜਾ ਇਹਨਾਂ ਨੇ ਮੇਰੇ ਨਾਲ ਮਾੜਾ ਕੀਤਾ ਹੈ। ਤੇ ਕਹਿੰਦੇ ਹੋਇਆ ਕੀ ਹੈ, ਫੇਰ ਦੀਆ ਦਿਹਰਾ ਨਾਮੈ ਕੋ ਪੰਡੀਅਨ ਕੋ ਪਿਸ਼ਵਾਰ ਲਾ। ਜਿਹੜੇ ਆਖਦੇ ਸੀ ਨਾਮਦੇਵ ਤੂੰ ਨੀਵੀਂ ਜਾਤ ਹੈ, ਤੈਨੂੰ ਇਸ ਮੰਦਰ ਦੇ ਵਿੱਚ ਵੜਨ ਦਾ ਹੱਕ ਨਹੀਂ ਹੈ। ਤੇ ਯਾਦ ਰੱਖੀ ਮੰਦਰ ਦੇ ਵਿੱਚ ਵੜਨ ਦਾ ਹੱਕ ਤਾਂ ਕੀ ਹੈ, ਤੂੰ ਮੰਦਰ ਦੇ ਸਾਹਮਣੇ ਵੀ ਨਹੀਂ ਖੜ ਸਕਦਾ ਤੇ ਜੇ ਤੇਰੇ ਵੱਲ ਹਮੇਸ਼ਾ ਰੱਬ ਦੀ ਪਿੱਠ ਰਹੇਗੀ। ਕਹਿੰਦੇ ਉਹਨਾਂ ਨੇ ਭਗਤ ਨਾਮਦੇਵ ਜੀ ਨੂੰ ਚੁੱਕਿਆ, ਮੰਦਰ ਦੇ ਵਿੱਚੋਂ ਕੁੱਟ ਕੇ ਬਾਹਰ ਸੁੱਟਿਆ ਤੇ ਸੁੱਟ ਕੇ ਸਾਧ ਸੰਗਤ ਫਿਰ ਮੰਦਰ ਦੇ ਪਿੱਛੇ ਸੁੱਟ ਦਿੱਤਾ ਤੇ ਆਖਣਾ ਕੀਤਾ ਤੂੰ ਨੀਵੀਂ ਜਾਤ ਦਾ, ਰੱਬ ਦਾ ਤੇਰੇ ਵੱਲ ਮੂੰਹ ਨਹੀਂ ਹੋ ਸਕਦਾ ਹੈ, ਰੱਬ ਦੀ ਹਮੇਸ਼ਾ ਤੇਰੇ ਵੱਲ ਪਿੱਠ ਰਹੇਗੀ। ਤੇ ਕਹਿੰਦੇ ਹੋਇਆ ਕਿ ਫੇਰ ਦੀਆ ਦਿਹਰਾ ਨਾਮੈ ਕੋ ਪੰਡੀਅਨ ਕੋ ਪਿਸ਼ਵਾਰ ਲਾ। ਜਿਹੜੇ ਸੰਗਤ ਉੱਥੇ ਖੜੇ ਸੀ ਸਾਧ ਸੰਗਤ, ਉਹ ਸਾਰੀ ਫਿਰ ਸੰਗਤ ਨਾਮਦੇਵ ਦੇ ਹੱਕ ਦੇ ਵਿੱਚ ਆ ਗਈ ਹੈ। ਤੇ ਯਾਦ ਰੱਖਿਓ ਜਿਹੜੇ ਸੰਗਤ ਕਰਕੇ ਉਹ ਦਿਹਰਾ ਮਸ਼ਹੂਰ ਹੋ, ਪੰਡਤ ਜਿਹੜੇ ਆਖਦੇ ਸੀ ਸੰਗਤ ਸਾਡੇ ਨਾਲ ਹੈ, ਮਰ ਕਹਿੰਦੇ ਸੰਗਤ ਦਾ ਜਿਹੜਾ ਦਿਹਰਾ ਸੀ ਉਹ ਸਾਰਾ ਨਾਮਦੇਵ ਵੱਲ ਹੋ ਗਿਆ। ਇਸ ਕਰਕੇ ਮੈਂ ਜਿਹੜੀ ਅਸਲ ਵਿੱਚ ਬੇਨਤੀ ਕਰਨੀ ਚਾਹਨਾ ਸਾਧ ਸੰਗਤ, ਮਰਨ ਤੋਂ ਬਾਅਦ ਕੋਈ ਨਹੀਂ ਪਤਾ ਕਿਨੇ ਕਿੱਥੇ ਜਾਣਾ ਹੈ। ਮਰਨ ਤੋਂ ਬਾਅਦ ਨਹੀਂ ਸਾਡਾ ਸਾਧ ਸੰਗਤ, ਸਾਡੇ ਜੀਵਨ ਦੀ ਜਿੰਦੇ ਜੀ ਮੁਕਤੀ ਹੈ। ਮਹਾਰਾਜ ਕਹਿੰਦੇ ਜਿੰਦੇ ਜੀ ਆਪਣੇ ਜੀਵਨ ਨੂੰ ਸੁਧਾਰ। ਇਸ ਕਰਕੇ ਫਿਰ ਪਾਤਸ਼ਾਹ ਨੇ ਜ਼ਿਕਰ ਕੀਤਾ, ਮਹਾਰਾਜ ਹੁਣ ਜਿਵੇਂ ਆਪਾਂ ਕਈ ਵਾਰੀ ਆਖਦੇ ਨਹੀਂ ਜੀ ਹਜੇ ਤਾਂ ਸਾਡੇ ਕੰਮਾਂ ਕਰਨ ਦਿਨ ਹੈ, ਜਦੋਂ ਘਰ ਤੋਂ ਸੁਰਖਰੂ ਹੋਵਾਂਗੇ, ਬੱਚੇ ਵਿਆਹ ਲਵਾਂਗੇ, ਫਿਰ ਆਪਾਂ ਕਿਤੇ ਅੰਮ੍ਰਿਤ ਛਕਾਂਗੇ, ਫਿਰ ਗੁਰਦੁਆਰੇ ਜਾਵਾਂਗੇ, ਫਿਰ ਬਾਣੀ ਪੜਾਂਗੇ। ਤੇ ਮੈਨੂੰ ਖਿਮਾ ਕਰਿਓ, ਜਦੋਂ ਘਰ ਦੇ ਵਿੱਚ ਸਾਧ ਸੰਗਤ ਸਾਡੇ ਬੱਚੇ ਵਿਆਹੇ ਜਾਣ, ਸਾਡੇ ਘਰਾਂ ਦੀਆਂ ਸਾਧ ਸੰਗਤ ਗੱਲਾਂ ਆ, ਜਦੋਂ ਘਰ ਦੇ ਵਿੱਚ ਬੱਚੇ ਵਿਆਹੇ ਜਾਣ ਤੇ ਘਰ ਦੇ ਵਿੱਚ ਪੋਤਰਾ ਪੋਤਰੀ ਹੋ ਜਾਵੇ ਤੇ ਉਸ ਵਕਤ ਸਾਧ ਸੰਗਤ ਆਪਾਂ ਸੋਚੀਏ ਕਿ ਗੁਰਦੁਆਰੇ ਜਾਈਏ, ਉਸ ਵਕਤ ਖਿਮਾ ਕਰਿਓ ਉਸ ਵਕਤ ਘਰ ਦੇ ਵਿੱਚ ਕਲੇਸ਼ ਹੋਵੇਗਾ। ਉਹ ਕਿਹੜਾ ਕਲੇਸ਼? ਆਮ ਘਰਾਂ ਦੇ ਵਿੱਚ ਇਹ ਚੀਜ਼ਾਂ ਹੋ ਰਹੀਆਂ ਜੀ। ਤੁਸੀਂ ਦੇਖੋ ਹੁਣ ਜਿਸ ਭੈਣ ਦੇ ਜਿਸ ਧੀ ਦੇ ਕੁੱਖ ਦੇ ਵਿੱਚ ਉਹ ਬੱਚੇ ਨੇ ਜਨਮ ਲਿਆ, ਉਹ ਸਰੀਰ ਕਰਕੇ ਕਮਜ਼ੋਰ ਹੈ, ਉਹਦਾ ਸਰੀਰ ਉਸ ਤਰ੍ਹਾਂ ਕੰਮ ਨਹੀਂ ਕਰ ਸਕਦਾ। ਤੇ ਸਾਧ ਸੰਗਤ ਜੇ ਹੁਣ ਉਹਦੀ ਸੱਸ ਜਿਹੜੀ ਉਹਦੀ ਮਾਂ ਹੈ, ਜੇ ਉਹ ਬੱਚੇ ਨੂੰ ਸਾਂਭੇ ਨਾ ਤੇ ਸਾਧ ਸੰਗਤ ਉਸ ਵਕਤ ਬੱਚੇ ਨੂੰ ਆਪਣੀ ਧੀ ਦੇ ਹਵਾਲੇ ਕਰਕੇ ਲੈ ਵੀ ਬੱਚਾ ਵੀ ਤੂੰ ਹੀ ਸਾਂਭ, ਘਰ ਦੇ ਕੰਮ ਵੀ ਤੂੰ ਹੀ ਕਰ, ਮੈਂ ਚੱਲੀ ਗੁਰਦੁਆਰੇ। ਤੇ ਖਿਮਾ ਕਰਿਓ ਸਾਧ ਸੰਗਤ ਉਸ ਵਕਤ ਘਰ ਦੇ ਵਿੱਚ ਕਲੇਸ਼ ਹੋਵੇਗਾ। ਉਹ ਆਖੇਗੀ ਕਿ ਸਾਰਾ ਕੰਮ ਵੀ ਮੈਨੂੰ ਦੇ ਗਈ ਹੈ, ਬੱਚਾ ਵੀ ਮੈਂ ਸਾਂਭਾਂ। ਤੇ ਸਾਧ ਸੰਗਤ ਆਪ ਗੁਰਦੁਆਰੇ ਜਾ ਕੇ ਬੈਠ ਗਈ। ਇਹ ਗੱਲ ਇਹ ਬਿਲਕੁਲ ਸੱਚੀ ਹੈ ਜੀ। ਅੱਜ ਘਰਾਂ ਦੇ ਵਿੱਚ ਇਹ ਕੁਝ ਹੋ ਰਿਹਾ ਸਾਡੇ, ਉੱਥੇ ਹੋਣਾ ਇਹ ਚਾਹੀਦਾ ਸੀ। ਸਾਧ ਸੰਗਤ ਸੱਸ ਆਖਦੀ ਧੀਏ ਕੋਈ ਗੱਲ ਨਹੀਂ, ਆ ਬੱਚਾ ਤੂੰ ਮੈਨੂੰ ਫੜਾ ਦੇ, ਬੱਚੇ ਨੂੰ ਮੈਂ ਸਾਂਭਦੀਆਂ, ਤਾਂ ਧੀਏ ਕੋਈ ਗੱਲ ਨਹੀਂ, ਹੌਲੀ ਹੌਲੀ ਤੂੰ ਘਰ ਦਾ ਕੰਮ ਕਰ ਲੈ, ਘਰ ਦੇ ਵਿੱਚ ਸੁੱਖ ਤੇ ਸ਼ਾਂਤੀ ਰਹਿਣਾ ਸੀ। ਜਦੋਂ ਬੱਚੇ ਨੂੰ ਹਵਾਲੇ ਕਰਕੇ ਤੇ ਘਰ ਦਾ ਜਦੋਂ ਘਰੇ ਕੰਮ ਨਹੀਂ ਹੋਇਆ ਤੇ ਜਾ ਕੇ ਸੱਸ ਨੇ ਰੋਲਾ ਪਾਣਾ ਸ਼ੁਰੂ ਕਰ ਦਿੱਤਾ ਵੀ ਤੂੰ ਕੰਮ ਕਿਉਂ ਨਹੀਂ ਕੀਤਾ। ਤੇ ਸਾਧ ਸੰਗਤ ਉਹਦੇ ਪਿੱਛੇ ਕਾਰਨ ਨਹੀਂ ਦੇਖਿਆ, ਉਹਦੇ ਪਿੱਛੇ ਕਾਰਨ ਕੀ ਸੀ? ਗੁਰਦੁਆਰੇ ਆਉਣ ਦਾ ਵੀ ਸਾਡਾ ਇੱਕ ਵਕਤ ਹੈ, ਗੁਰਦੁਆਰੇ ਆਉਣ ਦਾ ਵੀ ਸਾਡਾ ਇੱਕ ਸਮਾਂ ਹੈ। ਬਹੁਤ ਵਾਰੀ ਸਾਧ ਸੰਗਤ ਇਹੋ ਜਿਹੇ ਵੀ ਹੁੰਦਾ, ਉਧਰ ਘਰ ਦੇ ਵਿੱਚ ਕੋਈ ਕੰਮ ਹੋਵੇ ਨਾ, ਤੇ ਖਿਮਾ ਕਰਿਓ ਸਾਧ ਸੰਗਤ, ਹੁਣ ਸਾਡੀ ਧੀ ਰਾਣੀ ਨੌ ਰਾਣੀ ਹੋਵੇ, ਘਰ ਦੇ ਵਿੱਚ ਪ੍ਰਾਹੁਣੇ ਆ ਜਾਵੇ, ਘਰ ਦੇ ਵਿੱਚ ਕੋਈ ਸਾਡੇ ਰਿਸ਼ਤੇਦਾਰ ਆ ਜਾਵੇ, ਕੋਈ ਕੰਮ ਆ ਜਾਵੇ, ਅਗਲੀ ਆਖੇ ਵੀ ਨਹੀਂ ਜੀ ਮੇਰਾ ਤਾਂ ਨਿਤਨੇਮ ਦਾ ਟਾਈਮ ਹੈ, ਤੇ ਉਸ ਘਰ ਦੇ ਵਿੱਚ ਸ਼ਾਂਤੀ ਰਹੇਗੀ, ਉਸ ਘਰ ਦੇ ਵਿੱਚ ਹਮੇਸ਼ਾ ਦੁੱਖ ਰਹੇਗਾ। ਉਹਦਾ ਕਾਰਨ ਕੀ ਹੈ? ਹੋਣਾ ਇਹ ਚਾਹੀਦਾ ਸੀ ਕਿ ਨਹੀਂ, ਜੇ ਘਰ ਦੇ ਵਿੱਚ ਕੋਈ ਕੰਮ ਹੈ ਉਸ ਕੰਮ ਨੂੰ ਪਹਿਲਾਂ ਕਰਕੇ ਬੱਚਿਆਂ ਨੂੰ ਸਕੂਲੇ ਭੇਜ ਕੇ ਜਦੋਂ ਦੇਖਿਆ ਕੰਮ ਤੋਂ ਫਾਰਗ ਹੋ ਗਏ, ਉਸ ਵਕਤ ਆਪਾਂ ਸਾਧ ਸੰਗਤ ਉਹ ਬਾਣੀ ਪੜ੍ਹੀਏ, ਉਸ ਵਕਤ ਉਹ ਬਾਣੀ ਪੜ੍ਹੀਏ, ਫਿਰ ਸਾਡੇ ਮਨ ਨੂੰ ਵੀ ਸ਼ਾਂਤੀ ਰਹੇਗੀ ਤੇ ਸਾਧ ਸੰਗਤ ਸਾਡੇ ਮਨ ਦੇ ਅੰਦਰ ਇਕਾਗਰਤਾ ਆਵੇਗੀ। ਤੇ ਜਿਸ ਵਕਤ ਉਹ ਬਾਣੀ ਪੜਾਂਗੇ ਉਧਰ ਘਰ ਦਾ ਕੰਮ ਪਿਆ ਹੋਵੇ, ਧਿਆਨ ਸਾਰਾ ਕੰਮ ਦੇ ਵਿੱਚ ਹੈ, ਤੇ ਘਰਦਿਆਂ ਨੇ ਕਹਿਣਾ ਆ ਹੁਣ ਡਰਾਮੇ ਕਰਦੀ ਪਈ ਹੈ, ਹੁਣ ਗੁਟਕਾ ਸਭ ਲੈ ਕੇ ਬੈਠ ਗਈ ਹੈ, ਘਰ ਦੇ ਕੰਮ ਨਹੀਂ ਦਿਖਦੇ ਪਏ। ਇੱਕ ਇੱਕ ਚੀਜ਼ ਦਾ ਵਕਤ ਹੈ ਸਾਧ ਸੰਗਤ, ਇਹਨਾਂ ਗੱਲਾਂ ਨੂੰ ਸਮਝਣਾ ਪਵੇਗਾ। ਅੱਜ ਸਾਡੇ ਵਿੱਚ ਬਹੁਤ ਸਾਰੀਆਂ ਗੱਲਾਂ ਘਰਾਂ ਵਿੱਚ ਇਹ ਕੁਝ ਹੋ ਰਹੀਆਂ। ਖੈਰ ਮੈਂ ਜਿਹੜੀ ਬੇਨਤੀ ਕਰਦਾ ਸੀ, ਸਤਿਗੁਰੂ ਪਾਤਸ਼ਾਹ ਜੀ ਆਖਣ ਕਹਿੰਦੇ ਯਾਦ ਰੱਖ, ਇਹ ਨਾ ਸੋਚੀ ਕਿ ਸ਼ਾਇਦ ਮੈਂ ਕੰਮ ਤੋਂ ਸੁਰਖਰੂ ਹੋ ਕੇ ਬਾਣੀ ਪੜਾਂ, ਬੁੱਢਾ ਹੋ ਕੇ ਮੈਂ ਗੁਰਦੁਆਰੇ ਜਾਵਾਂ। ਮਹਾਰਾਜ ਕਹਿੰਦੇ ਨਹੀਂ,
इस वक्त दा इस टाइम दा कोई नहीं पता है तू कदों संसार दे विचों सदी वास्ते चले जाना है। मैं एक बारी शायद बेनती की सी, रिपीट करा साध संगत, मौत इहो जी चीज है ना जी, साध संगत जो उपजियो सो बिनस है। कई बारी मौत जन्म तो पहला आ जाती है। तुसीं हैरान होवोगे भी जन्म तो पहला मौत किवें आ सकती है। वैसे गुरु नानक साहब नूं तुसीं पढ़ो, महाराज कहंदे हर सैकंड तेरे घर दे विच मौत है। हर सैकंड, एक एक सैकंड साडे घर दे विच मौत हुंदी है। मैं श्लोक तुहाडे समक्ष रखांगा। हुण तुसीं देखो कई बारी साध संगत जिहड़ी मौत किड्डी जोरदार है, किड्डी ताकतवर है। ते कई बारी मां दे पेट दे अंदर बच्चा होवे ना जी, जदों बच्चा 6 महीने दा हुंदा, जिहड़ी जो सह सकदी है, मैं वो बेनती कर लग्या, 6 महीने दे विच बच्चे दी जिहड़ी बनतर पूरी हो जांदी है। उदों बाद बच्चे नूं खुराक, बच्चे ने फिर जिहड़ा उहदे शरीर ने थोड़ा जिहा बदलना फुलना हुंदा है, जिहड़े 3 महीने दा अगला पीरियड है। ते कई बारी देखो साध संगत बच्चा हजे मां दी कुख दे अंदर है, ते कई तुसीं इहो जे केस सुने होणगे बच्चे दी मौत कुख दे अंदर ही हो गई है। इहदा मतलब की है? हुण आपां तां जन्म दिन बाहर आके मनाया ना, इहदा मतलब की है? जन्म भी अंदर होया ते मौत भी अंदर हो गई है। महाराज कहंदे मौत दा कोई भरोसा नहीं है भाई, जिहड़ी मौत है ये किसे वक्त भी आ सकदी है। इस करके रब नूं याद करन लग्या देरी ना कर। मैं बेनती कर लग्या सुनियो साध संगत, एक एक सैकंड साडे घर विच मौत किवें आउंदी है। पातशाह जी दा पावन बचन आसा की वार दे विच श्लोक है, जदों गुरु नानक साहब सच्चे पातशाह दे कोल ब्राह्मण वीर आए ना जी, उन्होंने आख्या कि एक घर दे विच मौत हो गई है, एक घर अपवित्र हो गया है, इस घर दे विच मंत्र पढ़ने पैणगे तां जाके घर शुद्ध होवेगा। जिन्ना टाइम मंत्र पढ़ के घर नूं शुद्ध नहीं करदे उन्ना टाइम घर दे विच भोजन तैयार नहीं कीता जावेगा। अज भी बहुत घर है साध संगत, अज भी तुसीं देखो साडे पिंडां दे विच घर इहो जे है, घर दे विच मौत होवे ना, घर दे विच भोजन नहीं तैयार करते। हाँ उस वक्त साडी मजबूरी हो सकती है 2-4 दिन दी, पर जे आपां भरम दे विच फसे रहे कि शायद घर दे विच भोजन सारी समाप्ति तो बाद ही, पहला इदां हुंदा सी जी। गुरु नानक साहब सच्चे पातशाह जी आखदे ने, जेकर सूतक मन्नीए सब तै सूतक होए, गोहे अतै लकड़ी अंदर कीड़ा होए, जेते दाने अन्न के जियां बाज ना कोए, पहला पानी जियो है जित हरिया सब कोए। सतगुरु पातशाह जी का यह श्लोक पूरा पढ़ियो। गुरु नानक साहब सच्चे पातशाह ने कहते तू आखदा सूतक है, सूतक ते पातक जन्म ते मरण घर पवित्र हो गया। महाराज कहते गोहे अते लकड़ी अंदर कीड़ा होए। महाराज कहते गोहे दे विच किन्ने कीड़े आ जी, जेड़े जेड़े आपां घर दे विच पाथियां वरतदे आ कई बारी अग बालण वास्ते। महाराज कहते उस घर उस गोहे दे विच किन्ने जीव है, ते याद रखियो जदों घर दे विच आपां बालण वास्ते अग वास्ते उस गोहे नूं वरतदे आ, महाराज कहते पता नहीं किन्ने अग दी मौत हो जांदी है। तेरी रसोई दे विच तां रोज मौत हो रही है। जेते दाने अन के जियां बाज ना कोए। महाराज कहते एक एक दाने दे विच जिंद है, एक एक दाने दे विच महाराज कहते जी वसिया होया। तुसीं साबत दाना बीजोगे, दाना पुंगर के बाहर आ जाएगा। ते साध संगत जिस वक्त दाना 2 फड़ हो गया पुंगर दा नहीं है। इहदा मतलब की है, जदों दाना जिहड़ा दाना उहदे विच भी जिंद है। सच्चे पातशाह जी आखण कहंदे रोज मौत दे विच रहना, फिर मौत तो डरदा पिया। जेते दाने अन के जियां बाज ना कोए। इस करके साध संगत मौत हर एक सैकंड साडे घर दे विच साध संगत है। हाँ आपां इस गल तो अणजाण हाँ, महाराज कहंदे मौत तेरे घर दे विच रोज ही आंदी है। आ जिहड़ा श्वास आपां लै रहे ना, एक श्वास लिया होया जदों ये खत्म हो गया इहदी मौत हो गई, दोबारा गिणती विच नहीं आना। पर अरदास विच यही आखदे ने भी श्वास पूरे हो गए। पूरे होने का मतलब की है भी जिहड़ी गिणती सी वो पूरी हो गई है। एक एक श्वास आ संगत पूरा हुंदा पिया, एक एक श्वास दी मौत हुंदी पई है। महाराज कहंदे मौत तां हर एक सैकंड तेरे घर दे विच है सजणा। बस तूं फिर हुण किहड़ी गल ते इंतजार करदा? उस गल दा जदों जम्मा दी आके फाही तैनूं पै जावे
ਜਾਵੇ। ਮਹਾਰਾਜ ਕਹਿੰਦੇ ਰੱਬ ਨੂੰ ਯਾਦ ਕਰ। ਹੁਣ ਸਾਧ ਸੰਗਤਾਂ ਸ਼ਬਦ ਦੇ ਅਰਥ ਬੜੇ ਧਿਆਨ ਨਾਲ ਸੁਣਿਓ। ਮਹਾਰਾਜ ਜੀ ਆਖਦੇ ਨੇ ਬਿਰਖੈ ਹੇਠ ਸਭ ਜੰਤ ਇਕੱਠੇ। ਇਹ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1019 ਅੰਗ ਦੇ ਉੱਪਰ ਸੁਭਾਇਮਾਨ ਹੈ। ਪੰਚਮ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ। ਮਹਾਰਾਜ ਜੀ ਆਖਦੇ ਨੇ ਕਹਿੰਦੇ ਜਿਵੇਂ ਆ ਸੰਸਾਰ ਇੱਕ ਬ੍ਰਿਕਸ਼ ਦੀ ਨਿਆਈ ਹੈ, ਬਿਰਖੈ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਇਸ ਸੰਸਾਰ ਰੂਪੀ ਬ੍ਰਿਕਸ਼ ਦੇ ਵਿੱਚ ਕਈ ਕੋੜਾ ਬੋਲਦੇ ਨੇ, ਕਈ ਮਿੱਠਾ ਬੋਲਦੇ ਨੇ। ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਅਦੋਤ ਭਇਆ ਉੱਠ ਚੱਲੇ। ਕਹਿੰਦੇ ਜਿਵੇਂ ਸੂਰਜ ਜਦੋਂ ਅਸਤ ਹੁੰਦਾ ਹੈ ਪੰਛੀ ਉੱਡ ਕੇ ਚਲੇ ਜਾਂਦੇ ਆ। ਯਾਦ ਰੱਖਿਓ ਉੱਡਿਆ ਹੋਇਆ ਪੰਛੀ ਦੁਬਾਰਾ ਫਿਰ ਉਸ ਦਰਖਤ ਦੇ ਉੱਪਰ ਆ ਕੇ ਬੈਠ ਸਕਦਾ ਹੈ, ਪਰ ਸੱਜਣਾ ਜਿਹੇ ਦਿਨ ਤੂੰ ਸੰਸਾਰ ਰੂਪੀ ਬ੍ਰਿਕਸ਼ ਦੇ ਵਿੱਚੋਂ ਉੱਡ ਗਿਆ ਨਾ, ਦੁਬਾਰਾ ਤੈਨੂੰ ਜਨਮ ਨਹੀਂ ਮਿਲਣਾ ਹੈ, ਦੁਬਾਰਾ ਤੂੰ ਬੈਠ ਨਹੀਂ ਸਕਦਾ ਹੈ। ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ ਅਸਤ ਅਦੋਤ ਭਇਆ ਉੱਠ ਚੱਲੇ, ਜਿਉਂ ਜਿਉਂ ਔਦ ਬਿਹਾਣੀਆਂ। ਤੇ ਹੁਣ ਅਗਾਂਹ ਜ਼ਿਕਰ ਕਰਦੇ ਨੇ ਪਾਪ ਕਰੇਂਦੜ ਸਰਪਰ ਮੁੱਠੇ, ਅਜ਼ਰਾਇਲ ਫੜੇ ਫੜ ਕੁੱਠੇ। ਤੇ ਸਾਧ ਸੰਗਤ ਆ ਬੇਨਤੀ ਬੜੇ ਧਿਆਨ ਨਾਲ ਸੁਣਿਓ। ਮਹਾਰਾਜ ਕਹਿੰਦੇ ਅੱਜ ਨਾ ਜਦੋਂ ਦੁਨੀਆ ਪਾਪ ਕਰਦੀ ਹੈ, ਗੁਰਬਾਣੀ ਦਾ ਬਚਨ ਹੈ ਪਾਪ ਪਾਪੀ ਕੋ ਪਾਪ ਪਿਆਰਾ। ਕਹਿੰਦੇ ਜਿਹੜਾ ਪਾਪ ਹੈ ਨਾ ਉਹ ਪਾਪੀ ਨੂੰ ਪਿਆਰਾ ਹੀ ਹੁੰਦਾ ਹੈ। ਉਹ ਕਦੇ ਨਹੀਂ ਕਹਿੰਦਾ ਪਾਪ ਮਾੜਾ ਹੈ। ਚੋਰ ਕਦੇ ਕਹਿੰਦਾ ਕੋਈ ਚੋਰੀ ਮਾੜੀ ਹੈ। ਕਦੇ ਸਾਧ ਸੰਗਤ ਅੱਜ ਜਿਹੜੇ ਡਾਕਟਰ ਪਾਪ ਕਰਦੇ ਐ, ਸਾਧ ਸੰਗਤ ਕਿੰਨੇ ਤਰ੍ਹਾਂ ਦੇ ਅੱਜ ਜ਼ਹਿਰ ਦੇ ਇੰਜੈਕਸ਼ਨ ਲਗਾਏ ਜਾਂਦੇ ਆ, ਕਿੰਨਿਆਂ ਦੀ ਬੱਚਿਆਂ ਦੀਆਂ ਕਿਡਨੀਆਂ ਕੱਢੀਆਂ ਜਾਂਦੀਆਂ, ਕਿੰਨਾ ਕੁਝ ਹੋ ਰਿਹਾ ਹੈ। ਤਾਂ ਪਾਪ ਹੀ ਹੈ। ਪਰ ਤੁਸੀਂ ਪੁੱਛ ਕੇ ਦੇਖੋ ਕਹਿੰਦੇ ਸਾਡਾ ਬਿਜ਼ਨਸ ਹੈ। ਪਾਪ ਪਿਆਰਾ ਹੋ ਗਿਆ ਹੈ। ਤੇ ਯਾਦ ਰੱਖਿਓ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਅੰਮ੍ਰਿਤ ਬਾਣੀ ਨੂੰ ਬੜੇ ਧਿਆਨ ਨਾਲ ਸੁਣੋ। ਮਹਾਰਾਜ ਕਹਿੰਦੇ ਜੇ ਤੂੰ ਕਹਿੰਦਾ ਨਾ ਵੀ ਪਾਪ ਕਰਨਾ ਕੁਝ ਨਹੀਂ ਹੋਣਾ, ਮਹਾਰਾਜ ਕਹਿੰਦੇ ਯਾਦ ਰੱਖੀ ਇੱਕ ਦਿਨ ਸਮਾਂ ਆਵੇਗਾ ਜਿਹੜੇ ਪਾਪੀ ਹੈ ਨਾ ਸਾਧ ਸੰਗਤ ਉਹਨਾਂ ਦਾ ਹਾਲ ਕਿਹੋ ਜਿਹਾ ਹੋਵੇਗਾ। ਭਗਤ ਫਰੀਦ ਸਾਹਿਬ ਜੀ ਦਾ ਪਾਵਨ ਬਚਨ ਹੈ, ਕਹਿੰਦੇ ਦੇਖ ਕਪਾ ਹੈ ਜੋ ਥੀਆ, ਜੋ ਸਿਰ ਥੀਆ ਤਿਲਹਾ, ਕਮਾਦੈ ਅਰ ਕਾਗਦੈ ਕੁੰਨੇ ਕੋਇ ਲਿਆ। ਕਹਿੰਦੇ ਜਿਵੇਂ ਦੇਖ ਤਾਂ ਸਹੀ, ਦੇਖ ਕਪਾਹ ਹੈ। ਕਹਿੰਦੇ ਜਿਹੜੀ ਕਪਾਹ ਹੈ ਜਦੋਂ ਸਾਧ ਸੰਗਤ ਉਹਦਾ ਰੂਹ ਆਪਾਂ ਨਾ ਜਿਹੜੀ ਕੋਟਨ ਹੈ ਜਦੋਂ ਅਲੱਗ ਕਰਕੇ ਉਹਨੂੰ ਬੇਲਣ ਦੇ ਵਿੱਚ ਪਾਉਂਦੇ ਆ, ਕਹਿੰਦੇ ਦੇਖ ਤਾਂ ਸਹੀ ਇਸ ਕਪਾਹ ਦੇ ਨਾਲ ਕੀ ਵਾਪਰਦੀ ਪਈ ਹੈ। ਦੇਖ ਕਪਾਹ ਹੈ ਜੋ ਥੀਆ, ਜੋ ਸਿਰ ਥੀਆ ਤਿਲਹਾ। ਕਹਿੰਦੇ ਤਿਲ ਬੜੇ ਬਰੀਕ ਹੈ, ਜਦੋਂ ਤਿਲ ਕੋਲੂ ਦੇ ਵਿੱਚ ਪਾ ਜਾਣ ਤੇ ਸਾਧ ਸੰਗਤ ਕੋਲੂ ਉਹਨਾਂ ਤਿਲਾਂ ਨੂੰ ਵੀ ਮਸਲ ਕੇ ਉਹਨਾਂ ਦੇ ਵਿੱਚੋਂ ਸਾਧ ਸੰਗਤ ਰਸ ਕੱਢ ਦਿੰਦਾ ਹੈ। ਮਹਾਰਾਜ ਕਹਿੰਦੇ ਦੇਖ ਕਪਾਹ ਹੈ ਜੋ ਥੀਆ, ਜੋ ਸਰਥੀਆ ਤਲਾਹ, ਕਮਾਦ ਹੈ ਹਰ ਕਾਗਦ ਹੈ। ਕਹਿੰਦੇ ਜਿਹੜੀ ਕਮਾਦ ਹੈ ਗੰਨਾ ਹੈ, ਸਾਧ ਸੰਗਤ ਜਦੋਂ ਤੁਸੀਂ ਗੰਨੇ ਨੂੰ ਬੇਲਣ ਦੇ ਵਿੱਚ ਪਾਓਗੇ ਨਾ, ਕਹਿੰਦੇ ਉਸ ਗੰਨੇ ਦੇ ਵਿੱਚੋਂ ਵੀ ਬੇਲਣ ਨੇ ਰਸ ਕੱਢ ਕੇ ਰੱਖ ਦੇਣਾ ਹੈ। ਮਹਾਰਾਜ ਕਹਿੰਦੇ ਰੱਬ ਦਾ ਬੇਲਣਾ ਇਹੋ ਜਿਹਾ ਹੈ, ਰੱਬ ਦੀ ਤਕੜੀ ਇਹੋ ਜਿਹੀ ਹੈ। ਸਾਧ ਸੰਗਤ ਜਦੋਂ ਇਹਦੇ ਵਿੱਚੋਂ ਸਾਡੇ ਹਿਸਾਬ ਕਿਤਾਬ ਪੈਣੇ, ਮਹਾਰਾਜ ਕਹਿੰਦੇ ਯਾਦ ਰੱਖੀ ਤੇਰੇ ਇੱਕ ਇੱਕ ਕਰਮ ਦਾ ਜਿਹੜਾ ਰਸ ਕੱਢ ਕੇ ਰੱਖ ਦੇਣਾ ਇੱਥੇ। ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉ ਮੱਥਨ ਮਾਧਾਣੀਆਂ ਤਿਉ ਮੱਥੇ ਧਰਮ ਰਾਏ। ਕਹਿੰਦੇ ਜਿਵੇਂ ਮਧਾਣੀ ਦੇਖੋ ਜਦੋਂ ਮਧਾਣੀ ਦਹੀਂ ਦੇ ਵਿੱਚ ਪਾਈ ਦੀ ਹੈ ਨਾ, ਕਹਿੰਦੇ ਦਹੀਂ ਦੇ ਵਿੱਚੋਂ ਮੱਖਣ ਕੱਢ ਦਿੰਦੀ ਹੈ, ਬਸ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਯਾਦ ਰੱਖੀ ਧਰਮਰਾਜ ਨੇ ਮਧਾਣੀ ਪਾ ਦੇਣੀ ਹੈ। ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉ ਮੱਥਨ ਮਾਧਾਣੀਆਂ ਤਿਉ ਮੱਥੇ ਧਰਮ ਰਾਏ। ਕਹਿੰਦੇ ਧਰਮਰਾਜ ਨੇ ਏਦਾਂ ਤੈਨੂੰ ਮਲ ਦੇਣਾ ਹੈ। ਇਸ ਕਰਕੇ ਸਾਧ ਸੰਗਤ ਪਾਪ ਕਰਨ ਲੱਗਿਆਂ ਆਪਾਂ ਭਲਾ ਕਹੀ ਜਾਈਏ ਵੀ ਪਾਪ ਦਾ ਕੋਈ ਨਹੀਂ, ਕੁਛ ਨਹੀਂ ਹੁੰਦਾ, ਪਰ ਗੁਰੂ ਗ੍ਰੰਥ ਸਾਹਿਬ ਸਮਰੱਥ ਗੁਰੂ ਹੈ। ਉਹ ਬੋਲ ਕੇ ਕਹਿੰਦੇ ਜੇ ਪਾਪ ਕਰਦਾ ਹੈ ਤਾਂ ਤੈਨੂੰ ਭੁਗਤਣਾ ਪਵੇਗਾ, ਜੇ ਪਾਪ ਕਰਦਾ ਹੈ ਤਾਂ ਤੈਨੂੰ ਇਹਦਾ ਹਿਸਾਬ ਕਿਤਾਬ ਦੇਣਾ ਪਵੇਗਾ। ਇਹ ਸਾਧ ਸੰਗਤ ਗੁਰੂ ਕੋਈ ਆਮ ਨਹੀਂ ਹੈ, ਇਹ ਗੁਰੂ ਜੁਗੋ ਜੁਗ ਅਟਲ ਹੈ ਤੇ ਇਹ ਧੁਰ ਕੀ ਬਾਣੀ ਹੈ। ਅਕਾਲ ਪੁਰਖ ਵਾਹਿਗੁਰੂ ਤੋਂ ਸ਼ਬਦ ਆਏ ਹੋਏ ਇਹ ਬੋਲ ਕੇ ਅੱਜ ਸਾਨੂੰ ਸੰਸਾਰ ਵਿੱਚ ਦੱਸਦੇ ਪਏ ਆ ਵੀ ਪਾਪੀਆ ਤੇਰਾ ਹਾਲ ਕੀ ਹੋਣਾ ਹੈ। ਇਸ ਕਰਕੇ ਮਹਾਰਾਜ ਆਖਦੇ ਨੇ ਪਾਪ ਕਰੇਂਦੜ ਸਰ ਪਰ ਮੁੱਠੇ, ਅਜ਼ਰਾਇਲ ਫੜੇ ਫੜ ਕੁੱਠੇ। ਕਹਿੰਦੇ ਅਜ਼ਰਾਇਲ ਜਿਹੜਾ ਫਰਿਸ਼ਤਾ ਹੈ, ਮੌਤ ਦਾ ਫਰਿਸ਼ਤਾ, ਕਹਿੰਦੇ ਉਹਨੇ ਤੈਨੂੰ ਫੜਨਾ ਹੈ, ਫੜ ਕੇ ਕੁੱਠੇ ਕੋਹਣਾ ਹੈ ਤੈਨੂੰ।
ਫੜ ਫੜ ਕੁੱਠੇ ਦੋਜਕ ਪਾਏ ਸਿਰਜਣਹਾਰੈ, ਲੇਖਾ ਮੰਗੈ ਬਾਣੀਆ। ਕਹਿੰਦੇ ਤੈਨੂੰ ਫਿਰ ਦੋਜਕ ਦੇ ਵਿੱਚ, ਨਰਕ ਦੇ ਵਿੱਚ, ਭੈੜੀ ਜਗ੍ਹਾ ਦੇ ਵਿੱਚ ਤੈਨੂੰ ਪਾਣਾ ਹੈ। ਦੋਜਕ ਪਾਏ ਸਿਰਜਣਹਾਰੈ, ਲੇਖਾ ਮੰਗੈ ਬਾਣੀਆ। ਕਹਿੰਦੇ ਜਿਹੜਾ ਧਰਮ ਰਾਜ ਬਾਣੀਆ ਹੈ, ਤੁਸੀਂ ਸਾਧ ਸੰਗਤ ਬਾਣੀਆਂ ਦੀ ਉਦਾਹਰਨ ਬਹੁਤ ਕਮਾਲ ਦੀ ਲਈ ਪਾਤਸ਼ਾਹ ਨੇ। ਕਹਿੰਦੇ ਜਿਹੜੇ ਬਾਣੀ ਹੈ ਨਾ, ਜਿਹੜੇ ਲਾਲੇ ਸਾਧ ਸੰਗਤ, ਤੁਸੀਂ ਦੇਖੋ ਜਦੋਂ ਉਹਨਾਂ ਦੇ ਕੋਲੋਂ ਲਾਉਂਗੇ ਨਾ ਸਮਾਨ ਕੋਈ, ਉਹਨਾਂ ਦੇ ਕੋਲ ਬਹੀਆਂ ਦੋ ਲੱਗੀਆਂ, ਇੱਕ ਕੱਚੀ ਹੁੰਦੀ ਇੱਕ ਪੱਕੀ ਹੁੰਦੀ ਹੈ। ਜਿਹੜੇ ਬਈ ਖਾਤੇ ਹੁੰਦੇ, ਇੱਕ ਕੱਚਾ ਹੁੰਦਾ ਇੱਕ ਪੱਕਾ ਹੁੰਦਾ ਹੈ। ਜਿਸ ਵਕਤ ਤੁਸੀਂ ਸਮਾਨ ਲੈਣਾ, ਉਸ ਵਕਤ ਨੇ ਕੱਚੇ ਖਾਤੇ ਦੇ ਉੱਪਰ ਲਿਖ ਦੇਣਾ ਹੈ ਵੀ ਤੁਹਾਡਾ ਸਮਾਨ ਇੰਨੇ ਦਾ ਹੋਇਆ, ਤੇ ਸਾਧ ਸੰਗਤ ਮੁੜ ਕੇ ਉਹਨੇ ਪੱਕੇ ਖਾਤੇ ਦੇ ਉੱਪਰ ਚਾੜ ਦੇਣਾ। ਜੇ ਕੱਚਾ ਖਾਤਾ ਸਾਧ ਸੰਗਤ ਕਿਤੇ ਖਰਾਬ ਹੋ ਜਾਵੇ ਤੇ ਉਸੇ ਵਕਤ ਸਾਧ ਸੰਗਤ ਤੋਂ ਬੰਦਾ ਭਾਵੇਂ ਜਿੰਨੀ ਦੇਰ ਬਾਅਦ ਆਵੇ ਤੇ ਉਸੇ ਵਕਤ ਤੋਂ ਪੱਕਾ ਖਾਤਾ ਕੱਢ ਕੇ ਆਖਦਾ ਬਈ ਤੇਰਾ ਸਮਾਨ ਇੰਨੇ ਦਾ ਗਿਆ ਹੋਇਆ। ਲੇਖਾ ਮੰਗੈ ਬਾਣੀਆ। ਕਹਿੰਦੇ ਧਰਮ ਰਾਜ ਇੱਕ ਬਾਣੀਏ ਦੀ ਤਰ੍ਹਾਂ ਹੈ, ਉਹਦੇ ਕੋਲ ਬਹੀ ਖਾਤਾ ਬੜਾ ਤਕੜਾ ਹੈ। ਉਹ ਬਹੀ ਖਾਤਾ ਸਾਧ ਸੰਗਤ ਸਾਡੇ ਅੰਦਰ ਹੀ ਹੈ। ਖਿਮਾ ਕਰਿਓ, ਸਾਡੇ ਅੰਦਰ ਬਹੀ ਖਾਤਾ ਲੱਗਿਆ ਹੋਇਆ। ਤੁਸੀਂ ਜੋ ਕਰਮ ਕਰੋਗੇ ਨਾ, ਭਾਵੇਂ ਮੈਂ ਵੀ ਆ ਜੀ, ਤੁਸੀਂ ਹੈ, ਜੋ ਤੁਸੀਂ ਕਰਮ ਕਰੋਗੇ ਉਹ ਸਾਡੇ ਅੰਦਰ ਸਾਧ ਸੰਗਤ ਉਗੜਿਆ ਜਾਂਦਾ ਹੈ। ਹੁਣ ਤੁਸੀਂ ਅੱਜ ਤੋਂ ਭਾਵੇਂ 20 ਸਾਲ 10 ਸਾਲ ਪਹਿਲਾਂ ਕੋਈ ਮਾੜਾ ਕਰਮ ਕਰ ਦਿੱਤਾ, ਕੀ ਸਾਨੂੰ ਭੁੱਲ ਜਾਵੇਗਾ? ਉਹ ਕਿਸੇ ਦੇ ਕਿਸੇ ਘਰ ਦੇ ਵਿੱਚ ਚੋਰੀ ਕਰ ਲਈ, ਕਿਸੇ ਦੀ ਮਦਦ ਕਰ ਦਿੱਤੀ, ਉਹ ਬੰਦਾ ਭਾਵੇਂ ਜਿੰਨੇ ਚਿਰ ਬਾਅਦ ਮਰਜ਼ੀ ਸਾਡੇ ਮੂਹਰੇ ਆ ਜਾਵੇ, ਜਦੋਂ ਆਂਦਾ ਉਸੇ ਵਕਤ ਸਾਡੀ ਸਾਰੀ ਗੱਲ ਫਿਰ ਉਹ ਸਾਡੇ ਬ੍ਰੇਨ ਦੇ ਵਿੱਚ ਰਿਪੀਟ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਬਹੀ ਖਾਤਾ ਤੇਰੇ ਅੰਦਰ ਹੀ ਲੱਗਿਆ ਹੋਇਆ ਹੈ। ਇਹ ਨਹੀਂ ਹੈ ਵੀ ਕੋਈ ਬੰਦਾ ਲਿਖਣ ਵਾਸਤੇ, ਤੇਰੇ ਅੰਦਰ ਹੀ ਲਿਖਿਆ ਜਾ ਰਿਹਾ ਸਭ ਕੁਝ। ਇਸ ਕਰਕੇ ਪਾਤਸ਼ਾਹ ਜੀ ਆਖਦੇ ਨੇ ਉਹ ਵਹੀ ਖਾਤੇ ਦੇ ਮੁਤਾਬਕ ਫਿਰ ਤੈਨੂੰ ਦੋਜਕ ਪਾਏ ਸਿਰਜਣਹਾਰ। ਅਗਾਂਹ ਆਖਦੇ ਨੇ ਸੰਗ ਨਾ ਕੋਈ ਭਈਆ ਬੇਬਾ। ਜਿਹੜਾ ਭਈਆ ਸ਼ਬਦ ਹੈ ਨਾ ਜੀ ਸਾਧ ਸੰਗਤ, ਬਹੁਤ ਸਾਡੇ ਸਤਿਕਾਰਯੋਗ ਹੈ। ਇੱਥੇ ਭਈਆ ਸ਼ਬਦ ਭਰਾ ਵਾਸਤੇ ਵਰਤਿਆ ਗਿਆ। ਵੈਸੇ ਸਾਧ ਸੰਗਤ ਅਸਲ ਸ਼ਬਦ ਸੀਗਾ ਭਾਈਆ। ਤੁਹਾਨੂੰ ਬਜ਼ੁਰਗਾਂ ਨੂੰ ਪਤਾ ਹੈ ਭਾਈਆ ਸ਼ਬਦ ਕਿਹਦੇ ਵਾਸਤੇ ਭਾਈਆ ਸ਼ਬਦ ਜਵਾਈ ਵਾਸਤੇ ਵਰਤਿਆ ਜਾਂਦਾ ਸੀ। ਜਿਹੜਾ ਸਾਡਾ ਜਵਾਈ ਉਹਨਾਂ ਨੂੰ ਆਖਦੇ ਸੀ ਭਾਈਆ। ਤੇ ਪਾਤਸ਼ਾਹ ਜੀ ਆਖਦੇ ਨੇ ਸੰਗ ਨਾ ਕੋਈ ਭਈਆ ਬੇਬਾ। ਬੇਬ ਦਾ ਅਰਥ ਹੈ ਬੇਬ, ਬੇਬੇ ਨਾਨਕੀ। ਅੱਗੇ ਭੈਣ ਨੂੰ ਬੇਬੇ ਆਖਦੇ ਸੀ ਵੀ ਸਾਡੀ ਬੇਬੇ ਹੈ ਇਹ। ਤੇ ਸਾਧ ਸੰਗਤ ਪਾਤਸ਼ਾਹ ਜੀ ਆਖਣ ਲੱਗੇ, ਕਹਿੰਦੇ ਜਦੋਂ ਅੰਤ ਸਮਾਂ ਆਵੇਗਾ ਸੰਗ ਨਾ ਕੋਈ ਭਈਆ ਬੇਬਾ। ਨਾ ਭਰਾ ਨੇ ਤੇਰੇ ਨਾਲ ਖੜਨਾ, ਨਾ ਭੈਣ ਨੇ ਤੇਰੇ ਨਾਲ ਖੜਨਾ। ਸੰਗ ਨਾ ਕੋਈ ਭਈਆ ਬੇਬਾ। ਤੇ ਅਗਾਂਹ ਪਾਤਸ਼ਾਹ ਆਖਦੇ ਨੇ ਕਰਨ ਕਰੀਮ ਨਾ ਜਾਤੋ ਕਰਤਾ ਤਿਲ ਪੀੜੇ ਜਿਉ ਕਹਾਣੀਆਂ। ਕਹਿੰਦੇ ਜਿਹੜੇ ਕੀਤੇ ਹੋਏ ਕਰਮ ਹੈ ਨਾ, ਕਹਿੰਦੇ ਜਿਵੇਂ ਤਿਲਾਂ ਨੂੰ ਸਾਧ ਸੰਗਤ ਉਹਨਾਂ ਦੀ ਕਹਾਣੀ ਪੀੜੀ ਜਾਂਦੀ ਹੈ, ਕਹਿੰਦੇ ਇਸ ਤਰ੍ਹਾਂ ਤੇਰੇ ਨਾਲ ਹੋਵੇਗੀ ਸਜਣਾ। ਅਗਾਂਹ ਪਾਤਸ਼ਾਹ ਜ਼ਿਕਰ ਕਰਦੇ ਨੇ ਖੁਸ਼ ਖੁਸ਼ ਲੈਂਦਾ ਵਸਤ ਪਰਾਈ। ਇੱਥੇ ਸ਼ਬਦ ਆਪਾਂ ਖੁਸ਼ ਨਹੀਂ ਵਰਤ ਸਕਦੇ। ਇੱਕ ਸ਼ਬਦ ਹੈ ਖੁਸ਼, ਖੁਸ਼ ਦਾ ਅਰਥ ਹੈ ਖੁਸ਼ੀ। ਇੱਥੇ ਸ਼ਬਦ ਵਰਤਿਆ ਗਿਆ ਖੁਸ਼, ਖੁਸ਼ ਦਾ ਅਰਥ ਹੈ ਖੋਣਾ। ਮਹਾਰਾਜ ਕਹਿੰਦੇ ਖੁਸ਼ ਖੁਸ਼ ਲੈਂਦਾ ਵਸਤ ਪਰਾਈ। ਲੋਕਾਂ ਦੇ ਕੋਲੋਂ ਖੋ ਖੋ ਕੇ, ਲੋਕਾਂ ਦੇ ਕੋਲੋਂ ਸਾਧ ਸੰਗਤ ਧੱਕਾ ਕਰ ਕਰਕੇ, ਮਹਾਰਾਜ ਕਹਿੰਦੇ ਬੇਈਮਾਨੀਆਂ ਕਰ ਕਰਕੇ ਖੁਸ਼ ਖੁਸ਼ ਲੈਂਦਾ ਵਸਤ ਪਰਾਈ। ਵੇਖੈ ਸੁਣੈ ਤੇਰੇ ਨਾਲ ਖੁਦਾਈ। ਕਹਿੰਦੇ ਦੁਨੀਆ ਕੋਲੋਂ ਲੁਕਾ ਸਕਦਾ ਸੱਜਣਾ, ਖੁਦਾ ਤੇਰੇ ਨਾਲ ਹੀ ਹੈ। ਵੇਖੈ ਸੁਣੈ ਤੇਰੇ ਨਾਲ ਖੁਦਾਈ। ਜਿਹੜਾ ਤੂੰ ਸੰਸਾਰ ਵਿੱਚ ਕਰਦਾ ਪਿਆ ਨਾ, ਇਹ ਮਹਾਰਾਜ ਕਹਿੰਦੇ ਖੁਦਾ ਦੇਖਦਾ ਹੈ। ਅਗਾਂਹ ਜ਼ਿਕਰ ਕਰਦੇ ਨੇ ਦੁਨੀਆ ਲੱਭ ਪਿਆ ਖਾਤ ਅੰਦਰ। ਕਹਿੰਦੇ ਹੁੰਦਾ ਕਿਉਂ ਹੈ? ਦੁਨੀਆ ਲੱਭ ਦਾ ਅਰਥ ਹੈ ਲੋਭ। ਮਹਾਰਾਜ ਕਹਿੰਦੇ ਦੁਨੀਆ ਲੋਭ ਦੇ ਟੋਹੇ ਦੇ ਵਿੱਚ ਗਿਰੀ ਹੋਈ ਹੈ। ਦੁਨੀਆ ਲੱਭ ਪਿਆ ਖਾਤ ਅੰਦਰ, ਅਗਲੀ ਗੱਲ ਨਾ ਜਾਣੀਆਂ। ਬਸ ਕਹਿੰਦੇ ਲੋਭ ਐਡਾ ਵੱਡਾ ਬਲਵਾਨ ਹੋ ਗਿਆ, ਅਗਲੀ ਗੱਲ ਸਾਧ ਸੰਗਤ ਭੁੱਲ ਕੇ ਬੈਠ ਗਏ ਆ ਵੀ ਸਾਨੂੰ ਲੇਖਾ ਵੀ ਦੇਣਾ ਪਵੇਗਾ। ਅਗਾਂਹ ਪਾਤਸ਼ਾਹ ਜ਼ਿਕਰ ਕਰਦੇ ਨੇ ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਹੁਣ ਮਹਾਰਾਜ ਦੀ ਬਾਣੀ ਬੋਲ ਕੇ ਆਖਦੀ ਹੈ, ਕਹਿੰਦੇ ਜੇ ਇਹੋ ਜਿਹੇ ਕਰਮ ਕਰਦਾ ਨਾ ਫਿਰ ਯਾਦ ਰੱਖੀ ਜਮ ਜਮ ਮਰੈ ਫਿਰ ਜੰਮੈ। ਤੈਨੂੰ ਬਾਰ-ਬਾਰ ਜਨਮ ਲੈਣਾ ਪਵੇਗਾ। ਮਹਾਰਾਜ ਕਿੰਨਾ ਕੁ ਸਮਾਂ ਕਹਿੰਦੇ ਬਹੁਤ ਸਜਾਏ
ਬੜੀਆਂ ਸਜ਼ਾਵਾਂ ਮਿਲਣਗੀਆਂ। ਪਿਆ ਦੇਸ਼ ਲੰਮੈ, ਮਹਾਰਾਜ ਕਹਿੰਦੇ ਤੈਨੂੰ ਬੜਾ ਲੰਮਾ ਪੈਂਡਾ ਫਿਰ ਤੈਅ ਕਰਨਾ ਪਵੇਗਾ। ਅਗਾਂਹ ਸਤਿਗੁਰੂ ਜ਼ਿਕਰ ਕਰਦੇ ਨੇ, ਜਿਨ ਕੀਤਾ ਤਿਸੈ ਨਾ ਜਾਣੀ ਅੰਧਾ, ਤਾਂ ਦੁਖ ਸਹਿ ਪ੍ਰਾਣੀਆ। ਕਹਿੰਦੇ ਇਸ ਕਰਕੇ ਹੈ, ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ, ਜਿਨ ਕੀਤਾ ਤਿਸੈ ਨਾ ਜਾਣੀ ਅੰਧਾ। ਤੇ ਸਾਧ ਸੰਗਤ ਸੌਖੀ ਜਿਹੀ ਉਦਾਹਰਨ ਹੈ ਸਾਡੇ ਘਰਾਂ ਦੀ। ਜੇ ਹੁਣ ਬੱਚੇ ਮਾਪਿਆਂ ਦਾ ਕਹਿਣਾ ਨਾ ਮੰਨਣ, ਮਾਪਿਆਂ ਨੇ ਪੈਦਾ ਕੀਤੇ ਨਾ ਜੀ, ਮਾਂ ਨੇ ਜਨਮ ਦਿੱਤਾ, ਪਿਓ ਨੇ ਸਾਧ ਸੰਗਤ ਦੇਖ ਰੇਖ ਕੀਤੀ। ਜੇ ਬੱਚਾ ਸਾਧ ਸੰਗਤ ਕਪੁੱਤ ਹੋ ਜਾਵੇ, ਮਾਪਿਆਂ ਦਾ ਕਹਿਣਾ ਨਾ ਮੰਨੇ, ਤਾਂ ਮਾਪੇ ਕੀ ਕਰਦੇ? ਕਹਿੰਦੇ ਫਿਰ ਤੈਨੂੰ ਹੁਣ ਬੇਦਖਲ ਕਰ ਦਈਏ, ਸਾਡਾ ਤੇਰੇ ਨਾਲ ਕੋਈ ਤਾਲੁਕਾਤ ਨਹੀਂ ਹੈ। ਜੇ ਉਹ ਬੱਚਾ ਬਾਹਰ ਗਲਤ ਕੰਮ ਕਰ ਜਾਵੇ ਨਾ, ਫਿਰ ਮਾਪੇ ਕਹਿੰਦੇ ਨਹੀਂ ਸਾਡਾ ਹੈ ਹੀ ਨਹੀਂ ਜੀ, ਸਾਡਾ ਤਾਲੁਕਾਤ ਹੀ ਕੋਈ ਨਹੀਂ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਇੱਥੇ ਇਹੀ ਗੱਲ ਆਖਦੇ, ਕਹਿੰਦੇ ਜਿਨ ਕੀਤਾ ਤਿਸ ਨਾ ਜਾਣੀ ਅੰਧਾ। ਕਹਿੰਦੇ ਐ ਅੰਧੇ ਮਨੁੱਖ, ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਉਹਨੂੰ ਭੁੱਲ ਕੇ ਬੈਠ ਗਿਆ, ਉਸ ਰੱਬ ਨੂੰ, ਉਸ ਪਿਓ ਨੂੰ, ਉਸ ਮਾਂ ਨੂੰ ਵਿਸਾਰ ਕੇ ਬੈਠ ਗਿਆ। ਤੇ ਯਾਦ ਰੱਖੀ, ਜੇ ਵਿਸਾਰ ਕੇ ਬੈਠ ਗਿਆ ਤਾਂ ਫਿਰ ਉਹਦੇ ਵੱਲੋਂ ਬੇਦਖਲੀ ਹੈ। ਫਿਰ ਤੇਰੀ ਜ਼ਿੰਦਗੀ ਵਿੱਚ ਜੋ ਹੋਵੇਗਾ ਤੈਨੂੰ ਆਪਣੇ ਆਪ ਹੀ ਉਹ ਭੁਗਤਣਾ ਪਵੇਗਾ। ਉੱਥੇ ਫਿਰ ਤੇਰੇ ਮਾਂ-ਬਾਪ ਸਹਾਈ ਨਹੀਂ ਹੋ ਸਕਦੇ। ਅਗਾਂਹ ਪਾਤਸ਼ਾਹ ਜ਼ਿਕਰ ਕਰਦੇ ਨੇ, ਤਾਂ ਦੁੱਖ ਸਹਿ ਪ੍ਰਾਣੀਆਂ। ਕਹਿੰਦੇ ਤੇਰੀ ਜ਼ਿੰਦਗੀ ਦੇ ਵਿੱਚ ਦੁੱਖ ਇਸ ਕਰਕੇ ਹੈ ਕਿਉਂਕਿ ਤੂੰ ਉਸ ਕੀਤੇ ਕਰਤੇ ਹਾਰ ਨੂੰ ਭੁੱਲ ਕੇ ਬੈਠ ਗਿਆ। ਅਗਾਂਹ ਜ਼ਿਕਰ ਕਰਦੇ ਨੇ ਪਾਤਸ਼ਾਹ ਜੀ, ਖਾਲਕ ਥਾਵੋ ਭੁੱਲਾ ਮੁੱਠਾ। ਖਾਲਕ ਦਾ ਅਰਥ ਹੈ ਸਾਸਨ, ਜਿਹੜਾ ਖਲਕ ਦੁਨੀਆ ਇਹਨੂੰ ਪੈਦਾ ਕਰਨ ਵਾਲਾ। ਖਾਲਕ ਥਾਵੋ, ਥਾਂ ਦਾ ਅਰਥ ਹੈ ਜਗ੍ਹਾ। ਭੁੱਲਾ ਮੁੱਠਾ, ਮਹਾਰਾਜ ਕਹਿੰਦੇ ਇਹੋ ਜਿਹਾ ਇਹ ਭੁੱਲ ਕੇ ਬੈਠ ਗਿਆ। ਖਾਲਕ ਥਾਵੋ ਭੁੱਲਾ ਮੁੱਠਾ, ਮਹਾਰਾਜ ਕਹਿੰਦੇ ਉਸ ਰੱਬ ਨੂੰ ਭੁੱਲ ਕੇ ਬੈਠ ਗਿਆ। ਦੁਨੀਆ ਖੇਲ ਬੁਰਾ ਰੁੱਠ ਤੁੱਠਾ, ਦੁਨੀਆ ਦੇ ਤਮਾਸ਼ੇ ਵਿੱਚ ਫਸ ਗਿਆ। ਮਹਾਰਾਜ ਕਹਿੰਦੇ ਦੁਨੀਆ ਦੇ ਅੱਜ ਇਹਨੂੰ ਤਮਾਸ਼ੇ ਚੰਗੇ ਲੱਗਦੇ ਆ, ਰੱਬ ਦਾ ਕੋਈ ਸਾਧ ਸੰਗਤ ਇਹਨੂੰ ਸ਼ਬਦ ਚੰਗਾ ਨਹੀਂ ਲੱਗਦਾ ਹੈ। ਜਿੰਨੇ ਅੱਜ ਦੁਨਿਆਵੀ ਗੀਤਾਂ ਵਿੱਚ ਸਾਡਾ ਮਨ ਲੱਗਦਾ ਨਾ, ਉਨਾ ਸਾਡਾ ਮਨ ਸ਼ਬਦ ਵਿੱਚ ਨਹੀਂ ਲੱਗਦਾ ਹੈ। ਜਿੰਨਾ ਸਾਡਾ ਮਨ ਅੱਜ ਚੁਗਲੀ ਨਿੰਦਿਆ ਦੇ ਵਿੱਚ ਰਾਜੀ ਹੈ, ਉਨਾ ਮਨ ਸਾਡਾ ਰੱਬ ਦੀ ਵਿਚਾਰ ਦੇ ਵਿੱਚ ਰਾਜੀ ਨਹੀਂ ਹੈ। ਇਹ ਸੱਚ ਹੈ ਜੀ ਸਾਧ ਸੰਗਤ। ਮਹਾਰਾਜ ਕਹਿੰਦੇ ਰੱਬ ਨੂੰ ਭੁੱਲ ਗਿਆ ਹੈ। ਅੱਜ ਦੁਨੀਆ ਦੇ ਤਮਾਸ਼ਿਆਂ ਦੇ ਵਿੱਚ, ਦੁਨੀਆ ਦੇ ਖੇਲਾਂ ਦੇ ਵਿੱਚ ਫਸਿਆ ਹੋਇਆ ਹੈ। ਇਸ ਕਰਕੇ ਮਹਾਰਾਜ ਆਖਦੇ ਨੇ, ਦੁਨੀਆ ਖੇਲ ਬੁਰਾ ਰੁੱਠ ਤੁੱਠਾ। ਤੇ ਫਿਰ ਕੀ ਹੋਵੇਗਾ? ਮਹਾਰਾਜ ਕਹਿੰਦੇ ਸਿਦਕ ਸਬੂਰੀ ਸੰਤ ਨਾ ਮਿਲਿਓ। ਕਹਿੰਦੇ ਕਦੇ ਉਹਦੀ ਜ਼ਿੰਦਗੀ ਵਿੱਚ ਸਿਦਕ ਨਹੀਂ ਆਵੇਗਾ। ਸਬੂਰੀ ਦਾ ਅਰਥ ਹੈ ਸਬਰ। ਕਹਿੰਦੇ ਕਦੇ ਸਬਰ ਨਹੀਂ ਆਵੇਗਾ, ਕਦੇ ਸੰਤੋਖ ਨਹੀਂ ਆਵੇਗਾ। ਸਿਦਕ ਸਬੂਰੀ ਸੰਤ ਨਾ ਮਿਲਿਓ। ਇੱਥੇ ਸੰਤ ਦਾ ਅਰਥ ਹੈ ਗੁਰੂ। ਕਹਿੰਦੇ ਸੱਚੇ ਗੁਰੂ ਦੇ ਕੋਲ ਗਿਆ ਨਹੀਂ, ਜ਼ਿੰਦਗੀ ਦੇ ਵਿੱਚ ਕਦੇ ਸਬਰ ਸੰਤੋਖ ਨਹੀਂ ਆਵੇਗਾ। ਸਿਦਕ ਸਬੂਰੀ ਸੰਤ ਨਾ ਮਿਲਿਓ, ਬੱਤੈ ਆਪਣ ਭਾਣੀਆਂ। ਤੇ ਸਰੂ ਪਾਤਸ਼ਾਹ ਜੀ ਆਖਣ ਲੱਗੇ, ਮੌਲਾ ਖੇਲ ਕਰੇ ਸਭ ਆਪੇ, ਇੱਕ ਕੱਢੇ ਇੱਕ ਲਹਿਰ ਵਿਆਪੇ। ਕਹਿੰਦੇ ਜਿਹੜਾ ਮੌਲਾ ਹੈ ਨਾ, ਅਕਾਲ ਪੁਰਖ ਵਾਹਿਗੁਰੂ, ਉਹਦੇ ਜਿਹੜੇ ਖੇਲ ਹੈ ਉਹ ਬੜੇ ਕਮਾਲ ਦੇ ਆ। ਮਹਾਰਾਜ ਕਹਿੰਦੇ ਉਹ ਬੜੇ ਖੇਲ ਖੇਲਦਾ ਹੈ। ਸਾਧ ਸੰਗਤ ਜਿਵੇਂ ਨਾ ਬੱਚਿਆਂ ਦੀ ਪਰਖ ਕਰਦੇ ਆ ਨਾ ਮਾਪੇ, ਤੁਸੀਂ ਦੇਖੋ ਸਾਧ ਸੰਗਤ, ਕਈ ਵਾਰੀ ਨਾ ਮਾਪਿਆਂ ਨੇ ਆਪਣੇ ਘਰ ਦੇ ਵਿੱਚ ਪੈਸੇ ਰੱਖ ਦੇਣੇ ਆ। ਉਹ ਕਾਹਦੇ ਵਾਸਤੇ ਰੱਖਦੇ ਆ? ਆਪਣੇ ਬੱਚਿਆਂ ਨੂੰ ਪਰਖਣ ਵਾਸਤੇ, ਵੀ ਕਿਤੇ ਬੱਚੇ ਇਹ ਪੈਸੇ ਚੁੱਕ ਕੇ ਏਦਾਂ ਤਾਂ ਨਹੀਂ ਹੈ ਵੀ ਸਾਡੇ ਕੋਲ ਝੂਠ ਬੋਲ ਜਾਣ। ਕਈ ਤਾਂ ਬੱਚੇ ਇਮਾਨਦਾਰ ਹੈ, ਜੇ ਚੁੱਕ ਲੈਣ ਤਾਂ ਮਾਪਿਆਂ ਨੂੰ ਦੱਸ ਦੇਣਾ ਵੀ ਹਾਂ ਇੱਥੋਂ ਪੈਸੇ ਅਸੀਂ ਚੁੱਕੇ ਆ। ਤੇ ਕਈ ਸਾਧ ਸੰਗਤ ਮਾਪਿਆਂ ਨੇ ਪਰਖਣ ਵਾਸਤੇ ਰੱਖੇ ਹੁੰਦੇ ਆ, ਵੀ ਦੇਖ ਤਾਂ ਲਈਏ ਵੀ ਸਾਡਾ ਬੱਚਾ ਇਮਾਨਦਾਰ ਵੀ ਹੈ, ਸਾਡੀ ਧੀ ਇਮਾਨਦਾਰ ਵੀ ਹੈ। ਮਹਾਰਾਜ ਕਹਿੰਦੇ ਇਸੇ ਕਰਕੇ ਜਿਹੜਾ ਮੌਲਾ ਹੈ ਨਾ, ਉਹਦੇ ਖੇਲ ਬੜੇ ਸਾਧ ਸੰਗਤ ਬੜੇ ਅਜੀਬੋ ਗਰੀਬ ਹੈ, ਬੜੇ ਅਚਰਜ ਖੇਲ ਹੈ। ਸੋ ਪਾਤਸ਼ਾਹ ਜੀ ਆਖਣ ਕਹਿੰਦੇ ਸਾਡੇ ਪਰਖਣ ਵਾਸਤੇ ਨੇ ਕਈ ਕੁਝ ਕੀਤਾ ਹੋਇਆ ਹੈ। ਸਾਧ ਸੰਗਤ ਸਾਨੂੰ ਜਗ੍ਹਾ ਜਗ੍ਹਾ ਦੇ ਉੱਪਰ ਪਰਖਦਾ ਪਿਆ ਹੈ। ਤੇ ਸੋ ਪਾਤਸ਼ਾਹ ਜੀ ਗਾਂ ਜ਼ਿਕਰ ਕਰਦੇ ਨੇ, ਜਿਉਂ ਨਚਾਏ ਤਿਉਂ ਤਿਉਂ ਨੱਚਨ, ਸਿਰ ਸਿਰ ਕਿਰਤ ਬਿਹਾਣੀਆ। ਕਹਿੰਦੇ ਫਿਰ ਜਿਵੇਂ ਜਿਵੇਂ ਉਹ ਅਕਾਲ ਪੁਰਖ ਵਾਹਿਗੁਰੂ ਨਚਾਉਂਦਾ ਹੈ, ਉਸੇ ਤਰ੍ਹਾਂ ਆਪਾਂ ਸਰ ਨੱਚਦੇ ਪਏ ਆ। ਤੇ ਅਗਾਂਹ ਜ਼ਿਕਰ ਕਰਦੇ ਨੇ ਪਾਤਸ਼ਾਹ ਜੀ, ਮਿਹਰ ਕਰੇ ਤਾਂ ਖਸਮ ਧਿਆਈ। ਕਹਿੰਦੇ ਜੇ ਅਕਾਲ ਪੁਰਖ ਵਾਹਿਗੁਰੂ ਮਿਹਰ ਕਰ ਦਵੇ, ਹੁਣ ਮਿਹਰ ਕਿੱਦਾਂ ਹੁੰਦੀ ਹੈ ਸਾਧ ਸੰਗਤ? ਜੇ ਬੱਚੇ ਦੇ ਕੋਲੋਂ ਕੋਈ ਗਲਤੀ ਹੋ ਜਾਵੇ ਨਾ, ਕਦੇ ਮਾਪੇ ਵੀ ਬੱਚਿਆਂ ਕੋਲੋਂ ਸਾਧ ਸੰਗਤ ਸੌਰੀ ਫੀਲ ਕਰਦੇ ਆ। ਬੱਚਾ ਗਲਤੀ ਕਰ ਜਾਵੇ, ਕਦੇ ਮਾਪੇ ਨੇ ਕਦੇ ਸੌਰੀ ਮੰਗੀ ਆ, ਉੱਥੇ ਸੌਰੀ ਕਿਹਨੂੰ ਮੰਗਣੇ ਪੈਂਦੀ ਹੈ? ਬੱਚੇ ਨੂੰ। ਬਈ ਨਹੀਂ ਸਾਡੇ ਕੋਲੋਂ ਗਲਤੀ ਹੋ ਗਈ ਹੈ,
ਤੁਸੀਂ ਸਾਡੇ ਤੇ ਮਿਹਰ ਕਰੋ। ਮਹਾਰਾਜ ਕਹਿੰਦੇ ਇਸ ਤਰ੍ਹਾਂ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਕੋਲ ਆ ਕੇ ਤੂੰ ਕਹਿੰਦੇ ਆਪਣੀ ਗਲਤੀ ਫੀਲ ਕਰ, ਤੇਰੇ ਪਰ ਮਿਹਰ ਹੋ ਜਾਵੇਗੀ, ਤੇਰੇ ਪਰ ਬਖਸ਼ਿਸ਼ ਹੋ ਜਾਵੇਗੀ, ਤੇਰੇ ਪਰ ਕਿਰਪਾ ਹੋ ਜਾਵੇਗੀ। ਜੇ ਤੇਰੇ ਪਰ ਕਿਰਪਾ ਨਹੀਂ ਹੋ ਰਹੀ ਹੈ, ਇਹਦਾ ਮਤਲਬ ਹੈ ਤੂੰ ਹਜੇ ਉਸ ਲੈਵਲ ਤੱਕ ਉਸ ਜਗ੍ਹਾ ਦੇ ਉੱਪਰ ਨਹੀਂ ਪਹੁੰਚਿਆ। ਮਹਾਰਾਜ ਕਹਿੰਦੇ ਰੱਬ ਦੇ ਅੱਗੇ ਅਰਦਾਸ ਕਰ, ਤੇਰੇ ਪਰ ਮਿਹਰ ਹੋਵੇ। ਮਿਹਰ ਕਰੇ ਤਾਂ ਖਸਮ ਧਿਆਈ। ਤੇ ਮਹਾਰਾਜ ਕੀ ਹੋਵੇਗਾ ਜੇ ਮਿਹਰ ਹੋ ਗਈ? ਮਹਾਰਾਜ ਕਹਿੰਦੇ ਸੰਤਾਂ ਸੰਗਤ ਨਰਕ ਨਾ ਜਾਈ, ਲਿਖ ਕੇ ਦਿੱਤਾ। ਮਹਾਰਾਜ ਕਹਿੰਦੇ ਯਾਦ ਰੱਖੀ, ਗੁਰੂ ਵਾਲਾ ਬਣ ਗਿਆ, ਗੁਰੂ ਦੇ ਦਰ ਤੇ ਆ ਗਿਆ। ਮਹਾਰਾਜ ਕਹਿੰਦੇ ਤੂੰ ਨਰਕ ਤੋਂ ਬਚ ਜਾਵੇਂਗਾ, ਭੈੜੀਆਂ ਆਦਤਾਂ ਤੋਂ ਬਚ ਜਾਵੇਂਗਾ, ਭੈੜੇ ਕੰਮ ਤੋਂ ਬਚ ਜਾਵੇਂਗਾ। ਹੁਣ ਸਾਧ ਸੰਗਤ ਯਾਦ ਰੱਖੋ, ਜਦੋਂ ਗੁਰੂ ਵਾਲਾ ਬਣ ਜਾਵੇ ਨਾ, ਜਦੋਂ ਕਿਸੇ ਨੇ ਅੰਮ੍ਰਿਤ ਛਕ ਲਿਆ, ਗੁਰੂ ਵਾਲਾ ਬਣ ਗਿਆ, ਗੁਰੂ ਦੇ ਦਰ ਤੇ ਆਣ ਲੱਗ ਪਿਆ, ਹੁਣ ਉਹ ਬੰਦਾ ਭੈੜੇ ਪਾਸੇ ਤੋਂ ਫਿਰ ਘਬਰਾਉਂਦਾ ਹੈ ਵੀ ਜੇ ਮੈਂ ਉੱਥੇ ਖੜ ਗਿਆ ਲੋਕ ਕੀ ਆਖਣਗੇ। ਵੀ ਯਾਰ ਕਮਾਲ ਦੀ ਗੱਲ, ਗੁਰਦੁਆਰੇ ਵੀ ਜਾਂਦਾ, ਖੜਾ ਵੀ ਠੇਕੇ ਦੇ ਉੱਪਰ ਹੈ, ਤੇ ਮੇਰੀ ਕੀ ਰਹੇਗੀ, ਮੇਰੇ ਗੁਰੂ ਦੀ ਕੀ ਰਹੇਗੀ। ਫਿਰ ਉਸ ਬੰਦੇ ਨੂੰ ਲੱਜੇ ਆਂਦੀ ਹੈ, ਸ਼ਰਮ ਆਂਦੀ ਹੈ, ਫਿਰ ਉਹ ਭੈੜੇ ਕੰਮ ਤੋਂ ਕਿਨਾਰਾ ਕਰ ਜਾਂਦਾ ਹੈ, ਭੈੜੇ ਕੰਮ ਤੋਂ ਪਿੱਛੇ ਹਟ ਜਾਂਦਾ ਵੀ ਨਹੀਂ, ਇੱਥੇ ਮੇਰੀ ਵੀ ਫਿਰ ਕੰਸਲਟ ਹੋਣੀ ਹੈ ਤੇ ਮੇਰੇ ਗੁਰੂ ਦੀ ਵੀ ਹੋਣੀ ਹੈ। ਇਸ ਕਰਕੇ ਪਾਤਸ਼ਾਹ ਜੀ ਆਖਦੇ ਨੇ, ਕਹਿੰਦੇ ਸੰਤਾਂ ਸੰਗਤ ਨਰਕ ਨਾ ਪਾਈ, ਅੰਮ੍ਰਿਤ ਨਾਮ ਦਾ ਨਾਨਕ ਕੋ ਗੁਣ ਗੀਤਾ ਨਿਤ ਵਖਾਣੀਆਂ। ਤੇ ਪਾਤਸ਼ਾਹ ਜੀ ਆਖਦੇ ਨੇ, ਕਹਿੰਦੇ ਭਾਈ ਜਿਹੜਾ ਆਤਮਿਕ ਜੀਵਨ ਦੇਣ ਵਾਲਾ ਗੀਤ ਹੈ ਨਾ, ਸ਼ਬਦ ਪਰਮਾਤਮਾ, ਕਹਿੰਦੇ ਭਾਈ ਉਹਨੂੰ ਨਿਤ ਆਪਣੇ ਜੀਵਨ ਦੇ ਵਿੱਚ ਧਾਰਨ ਕਰ, ਉਹਨੂੰ ਆਪਣੇ ਜੀਵਨ ਦੇ ਵਿੱਚ ਕਮਾਣਾ ਕਰ। ਸਾਧ ਸੰਗਤ ਸੋ ਯਤਨ ਕਰੀਏ। ਜਿੱਥੇ ਮਾਤਾ ਜੀ ਅੱਜ ਸਾਡੇ ਵਿੱਚੋਂ ਸਦੀਵੀ ਜਿਹੜਾ ਵਿਛੋੜਾ ਸਾਨੂੰ ਦੇ ਗਏ ਆ, ਸਾਧ ਸੰਗਤ ਇਹ ਸਮਾਂ ਸਾਰਿਆਂ ਦੇ ਉੱਪਰ ਆਣਾ ਹੈ। ਰੋਜ਼ ਆਪਾਂ ਬਾਣੀ ਵਿੱਚ ਪੜ੍ਹਦੇ ਆਂ, ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ। ਮਹਾਰਾਜ ਕਹਿੰਦੇ ਘਰ ਘਰ ਦੇ ਵਿੱਚ ਸੱਦਾ ਆ ਰਿਹਾ ਜੀ। ਇਸ ਕਰਕੇ ਇਹ ਸੱਦੇ ਆਣ ਤੋਂ ਪਹਿਲਾਂ ਸੱਦਣਹਾਰਾ ਸਿਮਰੀਐ, ਨਾਨਕ ਸੇਧਿਆ ਬਨ। ਕਹਿੰਦੇ ਜਿਹੜਾ ਸੱਦੇ ਭੇਜਦਾ ਉਹਨੂੰ ਸਿਮਰਨਾ ਸ਼ੁਰੂ ਕਰ ਦਈਏ। ਇਸ ਕਰਕੇ ਸਾਧ ਸੰਗਤ ਸਿਆਣਪ ਸਾਡੀ ਇਹ ਹੈ, ਆਪਾਂ ਜਿੰਦੇ ਜੀ ਸਾਧ ਸੰਗਤ ਆਪਣਾ ਪਾਤਸ਼ਾਹ ਜੀ ਦਾ ਪਾਵਨ ਵਚਨ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਮਹਾਰਾਜ ਕਹਿੰਦੇ ਸਿਆਣਾ ਤਾਂ ਹੋਈ ਹੈ, ਆਪਣੇ ਹੱਥਾਂ ਦੇ ਨਾਲ ਜਿਹੜਾ ਆਪ, ਮਹਾਰਾਜ ਕਹਿੰਦੇ ਆਪ ਕੰਮ ਕਰ। ਜਿਹੜਾ ਕੰਮ ਆਪਣੇ ਹੱਥ ਦੇ ਨਾਲ ਕਰ ਲੈਣਾ, ਉਹਦੇ ਵਰਗੀ ਰੀਸ ਕੋਈ ਨਹੀਂ ਹੈ। ਇਸ ਕਰਕੇ ਸਾਧ ਸੰਗਤ ਆਪਣੇ ਜਿੰਦੇ ਜੀ ਯਾਦ ਰੱਖਿਓ, ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਜ਼ਰੂਰ ਕਰਿਓ। ਗੁਰੂ ਗ੍ਰੰਥ ਸਾਹਿਬ ਦਰਸ਼ਨ ਮਤਲਬ ਹੈ ਜਿੰਦੇ ਜੀ ਇੱਕ ਸਹਿਜ ਪਾਠ ਆਪਣੀ ਜ਼ਿੰਦਗੀ ਦੇ ਵਿੱਚ ਕਰੋ ਤੇ ਪਤਾ ਲੱਗੇ ਵੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀ ਹੈ। ਮਹਾਰਾਜ ਕਹਿੰਦੇ ਆਪਣ ਹੱਥੀਂ ਆਪਣਾ, ਆਪਣੇ ਹੱਥਾਂ ਦੇ ਨਾਲ ਮਹਾਰਾਜ ਕਹਿੰਦੇ ਆਪਣੇ ਜੀਵਨ ਦੇ ਕਾਜ ਨੂੰ ਸਵਾਰ ਲੈ ਸੱਜਣਾ। ਮਹਾਰਾਜ ਕਹਿੰਦੇ ਇਹ ਤੋਂ ਵੱਡੀ ਹੋਰ ਸਿਆਣਪ ਕੋਈ ਨਹੀਂ ਹੈ। ਇਸ ਕਰਕੇ ਗੁਰੂ ਵਾਲੇ ਬਣ ਕੇ ਸਾਧ ਸੰਗਤ ਆਪਾਂ ਗੁਰੂ ਦੇ ਦਰ ਤੇ ਪ੍ਰਵਾਨ ਹੋਈਏ। ਆਪ ਸੰਗਤ ਦਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਜੋ ਕਿ ਆਪ ਜੀ ਮਾਤਾ ਜੀ ਦੀ ਅੰਤਮ ਅਰਦਾਸ ਵਿੱਚ ਪਹੁੰਚੇ ਹੋ। ਤੇ ਸਾਧ ਸੰਗਤ ਹੁਣ ਇੱਥੇ ਸਮਾਪਤੀ ਹੈ। ਆਪਾਂ ਆਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਬੇਨਤੀ ਹੁਕਮਨਾਮਾ ਲਿਆ ਜਾਵੇਗਾ। ਤੇ ਆਪ ਸੰਗਤ ਦਾ ਸਾਧ ਸੰਗਤ ਪਰਿਵਾਰ ਵੱਲੋਂ ਸਾਰਿਆਂ ਨੂੰ ਜੀ ਆਇਆਂ, ਸਾਰਿਆਂ ਧੰਨਵਾਦ ਜੋ ਕਿ ਆਪ ਜੀ ਇਸ ਦੁੱਖ ਦੇ ਸਮੇਂ ਦੇ ਵਿੱਚ ਇਕੱਤਰ ਹੋਏ ਹੋ। ਤੇ ਸਾਧ ਸੰਗਤ ਯਾਦ ਰੱਖਿਓ, ਆਪਾਂ ਸਾਰਿਆਂ ਦਾ ਇਕੱਤਰ ਹੋਣਾ ਇਸ ਕਰਕੇ ਸਾਡਾ ਜਪਿਆ ਹੋਇਆ ਨਾਮ, ਸਾਡੀ ਕੀਤੀ ਹੋਈ ਸੰਗਤ, ਸਾਧ ਸੰਗਤ ਉਸ ਵਿਛੜੀ ਹੋਈ ਆਤਮਾ ਦੇ ਲਈ ਭਲੇ ਦਾ ਕੰਮ ਕਰ ਸਕੇ। ਇਹ ਸਾਧ ਸੰਗਤ ਬੜਾ ਜ਼ਰੂਰੀ ਹੈ, ਕਿਉਂਕਿ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ। ਮਹਾਰਾਜ ਕਹਿੰਦੇ ਅਰਦਾਸ ਹੈ ਜਿਹੜੇ ਗੁਰੂ ਦੇ ਦਰ ਤੇ ਸਾਧ ਸੰਗਤ ਉਹ ਸੁਣੀ ਜਾਂਦੀ ਹੈ। ਹੁਕਮ ਨਹੀਂ ਗੁਰੂ ਨੂੰ ਕਰ ਸਕਦੇ ਆਪਾਂ। ਮੈਂ ਕਹਾਂ ਵੀ ਹੁਕਮ ਕਰ ਦਵਾਂ, ਨਹੀਂ ਮਹਾਰਾਜ ਤੂੰ ਆਤਮਾ ਨੂੰ ਆਪਣੇ ਚਰਨ। ਮਹਾਰਾਜ ਕਹਿੰਦੇ ਨਹੀਂ, ਹੁਕਮ ਨਹੀਂ ਹੈ, ਅਰਦਾਸ ਕਰ। ਅਰਦਾਸ ਪ੍ਰਵਾਨ ਹੋਵੇਗੀ। ਅਰਦਾਸ ਨੂੰ ਗੁਰੂ ਸਾਧ ਸੰਗਤ ਸੁਣਦਾ ਹੈ, ਅਰਦਾਸ ਕੀਤੀ ਜਾਂਦੀ। ਕਰਕੇ ਸਾਰਿਆਂ ਅਰਦਾਸ ਬੇਨਤੀ ਕਰਨੀ ਹੈ ਜੀ। ਹੁਣ ਸ਼ਬਦ ਅੰਦਰ ਵਿਚਾਰ ਕਰਦੇ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ, ਆਪ ਸੰਗਤ ਬਖਸ਼ਣਯੋਗ ਹੋ। ਗੁਰੂ ਦਾ ਕਹਿਆ ਹੋਇਆ ਆਪਣੇ ਹਿਰਦੇ ਵਿੱਚ ਵਸਾਓ, ਜ਼ਿੰਦਗੀ ਵਿੱਚ ਕਮਾਉਣ ਦਾ ਯਤਨ ਕਰੀਏ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ।
ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੁਸ ਦਰ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣ ਅੰਗੀਕਾਰ ਹੋ ਕਰੇ ਤੇਰਾ ਕਾਰ ਸੋ ਸਵਾਰਣਾ ਸਭਨਾ ਗੱਲਾਂ ਸਮਰਾ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਭ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਨਿਸ਼ਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਹੁ ਜੇ ਸਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਠ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।